ਆਏ ਸਾਲ ਸਮਰ ਦੇ ਵਿੱਚ ਇਹ ਕੈਂਪ ਲਗਾਇਆ ਜਾਂਦਾ ਹੈ। ਇਸ ਸਾਲ ਤੋਂ ਪਹਿਲਾਂ ਖੇਤਰ ਦੇ ਵਿੱਚ, ਪਿੰਡਾਂ-ਪਿੰਡਾਂ, ਸ਼ਹਿਰਾਂ-ਸ਼ਹਿਰਾਂ ਦੇ ਵਿੱਚ ਇਹ ਕੈਂਪ ਲੱਗਦਾ ਸੀ। ਔਰ ਆਪਾਂ ਜਾਣਦੇ ਹਾਂ ਵੀ ਇਸ ਸਾਲ ਇਸ ਕੋਰੋਨਾ ਦੇ ਜਿਹੜੇ ਮਾਹੌਲ ਕਰਕੇ ਅਸੀਂ ਥਾਵਾਂ-ਥਾਵਾਂ ਤੇ ਜਾ ਕੇ ਤਾਂ ਨਹੀਂ ਲਗਾ ਸਕੀ, ਪਰ ਐਤਕੀ ਟੈਕਨੋਲੋਜੀ ਦਾ ਫਾਇਦਾ ਉਠਾਉਂਦਿਆਂ ਹੋਇਆਂ ਇਹ ਕੈਂਪ ਜਿਹੜਾ ਹੈ ਇਸ ਜ਼ੋਨ ਦੇ ਵੱਲੋਂ ਆਨਲਾਈਨ ਲਗਾਇਆ ਜਾ ਰਿਹਾ ਹੈ। ਔਰ ਵਿਸ਼ਾ ਜੋ ਮੈਨੂੰ ਸਤਿਗੁਰੂ ਜੀ ਨੇ ਰਹਿਮਤ ਕਰਕੇ ਦਿੱਤਾ ਉਹ ਹੈ ਦੀ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ। ਤੋ ਇਸ ਵਿਸ਼ੇ ਦੀ ਆਪਾਂ ਜਿਹੜੀ ਆਰੰਭਤਾ ਕਰਾਂਗੇ। ਆਓ ਵਿਸ਼ੇ ਨੂੰ ਆਰੰਭ ਕਰਨ ਤੋਂ ਪਹਿਲਾਂ ਫਤਿਹ ਦੇ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਬਹੁਤ ਕਮਾਲ ਦਾ ਅੱਜ ਦਿੱਤਾ ਸਤਿਗੁਰੂ ਜੀ ਨੇ, ਦੀ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਾ ਚਾਹੁੰਦੇ ਹਾਂ, ਖੁਸ਼ ਰਹਿਣਾ ਚਾਹੁੰਦੇ ਹਾਂ। ਗੁਰਬਾਣੀ ਦੇ ਵਿੱਚ ਬੜੇ ਸੋਹਣੇ ਸ਼ਬਦ ਵਰਤੇ ਨੇ। ਚਲੋ ਇੰਗਲਿਸ਼ ਦੇ ਵਿੱਚ ਆਪਾਂ ਇਹ ਟਾਈਟਲ ਲਿਆ ਦੀ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ, ਤੇ ਬਲਿਸਫੁਲ ਲਾਈਫ ਦਾ ਅਰਥ ਹੀ ਹੁੰਦਾ ਵੀ ਆਨੰਦ ਭਰੀ ਜ਼ਿੰਦਗੀ। ਪਰ ਮੈਂ ਸੋਚਦਾ ਹੁੰਦਾ ਵੀ ਗੁਰਮਤ ਦੇ ਵਿੱਚ ਬੜੇ ਸੋਹਣੇ ਸ਼ਬਦ ਵਰਤੇ ਗਏ ਨੇ, ਜਿਵੇਂ ਆਪਾਂ ਆਨੰਦ ਸ਼ਬਦ ਵਰਤਦੇ ਹਾਂ, ਚੜ੍ਹਦੀ ਕਲਾ ਸ਼ਬਦ ਵਰਤਦੇ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੀਏ, ਤੇ ਅਸੀਂ ਜਿੰਨੇ ਵੀ ਉਪਰਾਲੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਕਰ ਰਹੇ ਹਾਂ, ਖੁਸ਼ ਹੋਣ ਲਈ ਕਰ ਰਹੇ ਹਾਂ। ਕੋਈ ਵੀ ਬੰਦਾ ਕੁਝ ਕਰ ਰਿਹਾ, ਕੋਈ ਪੜ੍ਹ ਰਿਹਾ, ਦੇਖੋ ਤੁਸੀਂ ਤਕਰੀਬਨ ਤੁਹਾਡੇ ਸਾਰਿਆਂ ਚ ਕੋਈ ਪੜ੍ਹ ਰਿਹਾ ਹੋਏਗਾ, ਕੋਈ ਪੜ੍ਹਾਈ ਕਰ ਰਿਹਾ ਹੈ, ਕੋਈ ਨੌਕਰੀ ਕਰ ਰਿਹਾ ਹੈ, ਕੋਈ ਕਿਸੇ ਤਰੀਕੇ ਦੇ ਉਪਰਾਲੇ ਕਰ ਰਿਹਾ, ਪਰ ਅਲਟੀਮੇਟ ਏਮ ਸਾਡਾ ਕੀ ਹੈ? ਖੁਸ਼ ਹੋਣਾ। ਕਿਉਂਕਿ ਜਿਹੜਾ ਪੜ੍ਹ ਰਿਹਾ ਹੈ ਉਹ ਕੀ ਸੋਚ ਰਿਹਾ ਕਿ ਮੈਂ ਪੜ੍ਹ ਕੇ ਇੱਕ ਚੰਗੀ ਨੌਕਰੀ ਲੱਗਾਂਗਾ, ਜਦੋਂ ਨੌਕਰੀ ਲੱਗ ਕੇ ਮੈਂ ਆਪਣੇ ਪੈਰਾਂ ਤੇ ਖੜਾ ਹੋਇਆ, ਮੈਂ ਆਪਣੇ ਮਾਤਾ ਪਿਤਾ ਨੂੰ ਸਹੂਲਤਾਂ ਦਿੱਤੀਆਂ, ਆਪਣੇ ਪਰਿਵਾਰ ਨੂੰ ਸਹੂਲਤਾਂ ਦਿੱਤੀਆਂ, ਆਪਣੇ ਏਮ ਪੂਰੇ ਕੀਤੇ, ਤੇ ਫਿਰ ਇਹ ਕਰਨ ਤੋਂ ਬਾਅਦ ਕੀ ਹੁੰਦਾ ਵੀ ਬੰਦਾ ਸੋਚਦਾ ਵੀ ਮੈਂ ਖੁਸ਼ ਹੋਵਾਂਗਾ। ਤੋ ਬੰਦਾ ਜੋ ਵੀ ਕਰਦਾ ਅਲਟੀਮੇਟ ਏਮ ਕੀ ਹੈ ਸਾਡਾ? ਖੁਸ਼ ਹੋਣਾ। ਕਿਸੇ ਨਾਲ ਰਿਸ਼ਤੇ ਜੋੜਦੇ ਹਾਂ ਅਸੀਂ, ਅਲਟੀਮੇਟ ਏਮ ਕੀ ਹੈ ਸਾਡਾ? ਖੁਸ਼ ਹੋਣਾ। ਤੋ ਆਪਾਂ ਇੱਕ ਸੌਖੇ ਢੰਗ ਦੇ ਨਾਲ ਇਹ ਗੱਲ ਕਹਿ ਦਈਏ, ਅਕਸਰ ਮਸਕੀਨ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਬੰਦੇ ਨੂੰ ਰਿਸ਼ਤੇ ਨਹੀਂ ਚਾਹੀਦੇ, ਬੰਦੇ ਨੂੰ ਸੁੱਖ ਚਾਹੀਦਾ ਹੈ, ਬੰਦੇ ਨੂੰ ਖੁਸ਼ੀ ਚਾਹੀਦੀ ਹੈ। ਮਾਂ ਨੂੰ ਪੁੱਤ ਨਹੀਂ, ਮਾਂ ਨੂੰ ਸੁੱਖ ਚਾਹੀਦਾ ਹੈ। ਭਰਾ ਨੂੰ ਭਰਾ ਜਾਂ ਭੈਣ ਨਹੀਂ, ਭਰਾ ਨੂੰ ਸੁੱਖ ਚਾਹੀਦਾ ਹੈ, ਖੁਸ਼ੀ ਚਾਹੀਦੀ। ਤੁਸੀਂ ਦੇਖੋ ਸਾਨੂੰ ਵੀ ਬਹੁਤਿਆਂ ਨੂੰ ਨੌਕਰੀ ਨਹੀਂ, ਸਾਨੂੰ ਖੁਸ਼ੀ ਚਾਹੀਦੀ। ਹੁਣ ਆਪਾਂ ਸੌਖੀ ਜੀ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਮੰਨ ਲਓ ਮੈਂ ਪੜ੍ਹ ਰਿਹਾ, ਕਿਉਂ ਪੜ੍ਹ ਰਿਹਾ? ਕਿ ਨੌਕਰੀ ਲੱਗਾ, ਨੌਕਰੀ ਲੱਗ ਗਿਆ। ਨੌਕਰੀ ਲੱਗ ਕੇ ਵੀ ਜੇ ਮੰਨ ਲਓ ਮੈਨੂੰ ਸੈਟਿਸਫੈਕਸ਼ਨ ਹੀ ਨਹੀਂ ਹੋਈ, ਮੇਰੀਆਂ ਲੋੜਾਂ ਪੂਰੀਆਂ ਨਹੀਂ ਹੋਈਆਂ, ਤੇ ਮੈਨੂੰ ਖੁਸ਼ੀ ਨਹੀਂ ਮਿਲਣੀ, ਤੇ ਅਕਸਰ ਐਸੇ ਲੋਕ ਕਹਿ ਉੱਠਦੇ ਨੇ ਵੀ ਨੌਕਰੀ ਤਾਂ ਮੇਰੇ ਤੇ ਬੋਝ ਹੀ ਬਣ ਗਈ। ਹੁਣ ਸਾਰੀ ਪੜ੍ਹਾਈ ਕੀਤੀ ਨੌਕਰੀ ਲੱਗਣ ਲਈ, ਇੰਨਾ ਕੁਝ ਕੀਤਾ ਨੌਕਰੀ ਲੱਗਣ ਲਈ, ਪਰ ਨੌਕਰੀ ਲੱਗ ਕੇ ਵੀ ਜੇ ਆਪਣੀਆਂ ਨੀਡਸ ਪੂਰੀਆਂ ਨਹੀਂ ਹੋਈਆਂ, ਉਹ ਚੀਜ਼ ਖੁਸ਼ੀ ਨਹੀਂ ਬਣੀ, ਤੇ ਫਿਰ ਉਹ ਚੀਜ਼ ਬੋਝ ਬਣ ਗਈ। ਤੇ ਹੁਣ ਸੋਚਦਾ ਵੀ ਇਹੋ ਜਿਹੀ ਨੌਕਰੀ ਨਾ ਹੀ ਮਿਲਦੀ ਤੇ ਚੰਗਾ। ਤਾਂ ਮਤਲਬ ਕੀ ਹੋਇਆ ਵੀ ਬੰਦਾ ਨੌਕਰੀ ਨਹੀਂ, ਖੁਸ਼ੀ ਭਾਲ ਰਿਹਾ। ਮਾਤਾ ਪਿਤਾ ਦੇ ਘਰ ਪੁੱਤਰ ਨੇ ਜਨਮ ਲਿਆ, ਮਾਤਾ ਪਿਤਾ ਸੋਚ ਰਹੇ ਨੇ ਵੀ ਪੁੱਤਰ ਸਾਨੂੰ ਸੁੱਖ ਦੇਵੇਗਾ, ਖੁਸ਼ੀ ਦੇਵੇਗਾ। ਪੁੱਤਰ ਵੱਡਾ ਹੋਇਆ, ਮਾਤਾ ਪਿਤਾ ਦੇ ਅੱਗੋਂ ਬੋਲਦਾ ਹੈ, ਉਹਨਾਂ ਦਾ ਆਗਿਆਕਾਰੀ ਨਹੀਂ, ਉਹਨਾਂ ਨੂੰ ਕੁਝ ਕਮਾ ਕੇ ਨਹੀਂ ਦਿੰਦਾ, ਔਰ ਉਹਨਾਂ ਦੀ ਕੋਈ ਸਹੂਲਤ ਨਹੀਂ ਬਣ ਸਕਿਆ, ਅੱਗੋਂ ਬੋਲਦਾ ਹੈ ਔਰ ਬੁਰਾ ਵਿਵਹਾਰ ਕਰਦਾ ਹੈ। ਤੇ ਅੱਕ ਕੇ ਐਸੇ ਮਾਤਾ ਪਿਤਾ ਵੀ ਬੋਲ ਉੱਠਦੇ ਨੇ ਵੀ ਇਹਦੇ ਨਾਲੋਂ ਤਾਂ ਨਾ ਜੰਮਦਾ ਚੰਗਾ ਸੀ। ਹੁਣ ਪੁੱਤਰ ਹੈ ਤੇ ਉਹਨੂੰ ਵੀ ਕਹਿ ਦਿੱਤਾ ਨਾ ਜੰਮਦਾ ਚੰਗਾ ਸੀ। ਮਤਲਬ ਕੀ ਆ ਵੀ ਪੁੱਤਰ ਤੋਂ ਵੀ ਖੁਸ਼ੀ ਭਾਲਦੇ ਸਨ। ਖੁਸ਼ੀ ਨਹੀਂ ਮਿਲੀ ਤੇ ਪੁੱਤਰ ਬੋਝ ਬਣ ਗਿਆ, ਖੁਸ਼ੀ ਨਹੀਂ ਮਿਲੀ ਤੇ ਰਿਸ਼ਤੇ ਬੋਝ ਬਣ ਜਾਂਦੇ ਨੇ, ਖੁਸ਼ੀ ਨਹੀਂ ਮਿਲੀ ਨੌਕਰੀਆਂ ਬੋਝ ਬਣ ਜਾਂਦੀਆਂ ਨੇ, ਖੁਸ਼ੀ ਨਹੀਂ ਮਿਲ ਰਹੀ ਪੜ੍ਹਾਈਆਂ ਬੋਝ ਬਣ ਜਾਂਦੀਆਂ ਨੇ। ਤਾਂ ਅਸੀਂ ਜੋ ਵੀ ਕੁਝ ਕੰਮ ਕਰਦੇ ਹਾਂ ਖੁਸ਼ ਹੋਣ ਲਈ ਕਰਦੇ। ਤਾਂ ਫਿਰ ਸਵਾਲ ਇਹ ਆ ਵੀ ਖੁਸ਼ ਹੋਈਏ ਕਿਵੇਂ? ਕਿਉਂਕਿ ਜਿਹੜਾ ਅੱਜ ਟੌਪਿਕ ਹੈ ਦੀ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ, ਵੀ ਫਿਰ ਖੁਸ਼ੀ ਮਿਲੇ ਕਿਵੇਂ? ਜ਼ਿੰਦਗੀ ਆਨੰਦਮਈ ਕਿਵੇਂ ਬਣੇ? ਗੁਰਬਾਣੀ ਦਾ ਇੱਕ ਬਚਨ ਮੈਂ ਅੱਜ ਸਾਂਝਾ ਕਰਨਾ ਹੈ, ਜਿੱਥੋਂ ਆਪਾਂ ਸਮਝਾਂਗੇ ਇਹ ਕਿ ਖੁਸ਼ੀ ਕਿਵੇਂ ਮਿਲਦੀ ਆ, ਸੁੱਖ ਕਿਵੇਂ ਮਿਲਦਾ ਹੈ। ਤੇ ਉਹਦੇ ਵਿੱਚ ਸਤਿਗੁਰੂ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ। ਉਹ ਸ਼ਬਦ ਮੈਂ ਬਾਅਦ ਵਿੱਚ ਖੋਲਾਂਗਾ, ਪਹਿਲਾਂ ਉਹਦਾ ਭਾਵ ਜ਼ਰੂਰ ਦੱਸ ਦੇਵਾਂ। ਸਤਿਗੁਰੂ ਜੀ ਕਹਿ ਰਹੇ ਨੇ ਕਿ ਜੇ ਖੁਸ਼ੀ ਲੈਣੀ ਆ, ਜੇ ਸੁੱਖ ਲੈਣਾ, ਜੇ ਆਨੰਦ ਲੈਣਾ ਹੈ, ਤਾਂ ਇੱਕ ਕੰਮ ਕਰੋ, ਜਿੰਨੇ ਵੀ ਦੁੱਖ ਦੇ ਕਾਰਨ ਨੇ ਨਾ ਉਹਨਾਂ ਨੂੰ ਐਲੀਮੀਨੇਟ ਕਰ ਦਿਓ, ਦੁੱਖ ਦੇ ਕਾਰਨ ਦੂਰ ਕਰ ਦਿਓ,
ਖੁਸ਼ੀ ਮਿਲ ਜਾਵੇਗੀ, ਆਨੰਦ ਮਿਲ ਜਾਵੇਗਾ। ਹੁਣ ਇਹਨੂੰ ਸਮਝਣ ਲਈ ਮੈਂ ਛੋਟੀ ਜਿਹੀ ਉਦਾਹਰਨ ਲਵਾਂ। ਤੁਸੀਂ ਦੇਖੋ ਅੱਜ ਕਰੋਨਾ ਦਾ ਮਾਹੌਲ ਹੈ, ਅਸੀਂ ਸਾਰੇ ਡਰ ਰਹੇ ਹਾਂ ਵੀ ਅਸੀਂ ਵੀ ਕਿਤੇ ਇਨਫੈਕਟ ਨਾ ਹੋ ਜਾਈਏ, ਅਸੀਂ ਵੀ ਕਿਤੇ ਬਿਮਾਰ ਨਾ ਹੋ ਜਾਈਏ। ਤੇ ਇਸ ਕਰੋਨਾ ਦੀ ਬਿਮਾਰੀ ਤੋਂ ਬਚਣਾ ਹੈ ਤੇ ਕੀ ਕਰੀਏ? ਬਸ ਜਿਹੜੇ ਕਾਰਨਾਂ ਕਰਕੇ ਬਿਮਾਰੀ ਲੱਗਦੀ ਆ, ਉਹਨਾਂ ਕਾਰਨਾਂ ਨੂੰ ਦੂਰ ਕਰ ਦਿਓ। ਸਰਕਾਰ ਨੇ ਹਦਾਇਤਾਂ ਵੀ ਕੀਤੀਆਂ ਨੇ ਨਾ, ਜਿਵੇਂ ਸੋਸ਼ਲ ਡਿਸਟੈਂਸਿੰਗ। ਹੁਣ ਬਿਮਾਰੀ ਕਿਵੇਂ ਲੱਗਦੀ ਆ? ਮੰਨ ਲਓ ਕੋਈ ਇਸ ਬਿਮਾਰੀ ਨਾਲ ਗ੍ਰਸੇ ਹੋਏ ਬੰਦੇ ਦੇ ਕੋਲ ਜਾ ਕੇ ਬੈਠ ਜਾਈਏ ਤੇ ਉਹਦੇ ਤੋਂ ਅਸੀਂ ਵੀ ਇਨਫੈਕਟ ਹੋ ਜਾਂਦੇ ਆ। ਤਾਂ ਕਰਕੇ ਸਰਕਾਰ ਨੇ ਜਾਂ ਡਾਕਟਰਸ ਨੇ ਇਹ ਹਦਾਇਤਾਂ ਕੀਤੀਆਂ ਕਿ ਭਾਈ ਕਿਸੇ ਦੇ ਨਾਲ ਨੇੜਤਾ ਵਧਾਓਗੇ ਤੇ ਬਿਮਾਰੀ ਲੱਗਣ ਦੇ ਚਾਂਸ ਨੇ, ਉਹ ਕਾਰਨ ਦੂਰ ਕਰ ਦਿਓ। ਇਸ ਕਰਕੇ ਸੋਸ਼ਲ ਡਿਸਟੈਂਸਿੰਗ ਰੱਖੋ, ਨੇੜਤਾ ਨਾ ਬਣਾਓ, ਦੂਰੀ ਬਣਾ ਕੇ ਰੱਖੋ। ਹੁਣ ਜਿਹੜੇ ਕਾਰਨ ਕਰਕੇ ਬਿਮਾਰੀ ਆ ਸਕਦੀ ਸੀ, ਕਾਰਨ ਦੂਰ ਕਰ ਦਿਓ, ਬਿਮਾਰੀ ਨਹੀਂ ਲੱਗੇਗੀ। ਫਿਰ ਤੁਸੀਂ ਦੇਖੋ ਜਿਹੜੇ ਸ਼ਹਿਰ ਜਾਂ ਜਿਹੜੇ এনवायरमेंट ਦੇ ਵਿੱਚ ਬਿਮਾਰੀ ਬਹੁਤ ਫੈਲੀ ਹੋਈ ਹੈ, ਉੱਥੇ ਜੇ ਅਸੀਂ ਖੁੱਲੇ ਮੂੰਹ ਨਾਲ ਚੱਲਾਂਗੇ ਤਾਂ ਉਹ ਵਾਇਰਸ ਸਾਡੇ ਨੱਕ ਜਾਂ ਮੂੰਹ ਥਾਂ ਦੇ ਅੰਦਰ ਐਂਟਰ ਕਰ ਸਕਦਾ ਹੈ। ਤੇ ਜੇ ਐਂਟਰ ਕਰ ਗਿਆ, ਅਸੀਂ ਵੀ ਕਰੋਨਾ ਤੋਂ ਇਨਫੈਕਟ ਹੋ ਸਕਦੇ ਹਾਂ, ਇਸ ਬਿਮਾਰੀ ਨਾਲ ਗ੍ਰਸਦੇ ਜਾ ਸਕਦੇ ਹਾਂ, ਸਾਨੂੰ ਵੀ ਬਿਮਾਰੀ ਲੱਗ ਸਕਦੀ ਆ। ਤੇ ਇਸ ਬਿਮਾਰੀ ਤੋਂ ਬਚਣ ਲਈ ਇਹ ਕਾਰਨ ਵੀ ਦੂਰ ਕਰਨਾ ਪੈਣਾ, ਮੂੰਹ ਤੇ ਮਾਸਕ ਪਾ ਕੇ ਰੱਖਣਾ ਪੈਣਾ, ਤਾਂ ਕਿ ਇਹ ਵਾਇਰਸ ਸਾਡੇ ਨੱਕ ਜਾਂ ਮੂੰਹ ਥਾਂ ਦੀ ਐਂਟਰ ਨਾ ਕਰੇ। ਹੁਣ ਜਿਹੜੇ ਕਾਰਨ ਕਰਕੇ ਇਹ ਬਿਮਾਰੀ ਲੱਗ ਸਕਦੀ ਸੀ, ਉਸ ਕਾਰਨ ਨੂੰ ਦੂਰ ਕਰ ਦਿਓ, ਇਹੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ। ਜਾਂ ਇਸ ਤੋਂ ਅਗਲੀ ਗੱਲ ਤੁਸੀਂ ਦੇਖੋ, ਆਪਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਭਾਈ ਬਾਹਰ ਜਾਓ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਓ ਤੇ ਹੱਥ ਨੂੰ 20 ਸਕਿੰਟ ਵਾਸਤੇ ਸਾਬਣ ਦੇ ਨਾਲ ਚੰਗੀ ਤਰ੍ਹਾਂ ਧੋਣਾ, ਮਲ ਮਲ ਕੇ। ਇਹ ਕਿਉਂ ਕਿਹਾ ਗਿਆ? ਕਿਉਂਕਿ ਕਿਸੇ ਵੀ ਚੀਜ਼ ਨੂੰ ਹੱਥ ਲਾਇਆ, ਹੋ ਸਕਦਾ ਇਹ ਵਾਇਰਸ ਉਹਦੇ ਤੇ ਮੌਜੂਦ ਹੋਵੇ, ਤੇ ਹੱਥ ਲਾ ਕੇ ਜਦੋਂ ਅਸੀਂ ਆਪਣੇ ਮੂੰਹ ਤੇ ਹੱਥ ਲਾਵਾਂਗੇ ਤੇ ਫਿਰ ਸਾਡੇ ਮੂੰਹ ਦੇ ਜ਼ਰੀਏ ਉਹ ਵਾਇਰਸ ਐਂਟਰ ਕਰ ਜਾਵੇਗਾ। ਇਸ ਕਰਕੇ ਕਹਿੰਦੇ ਵੀ ਜਿਹੜੇ ਕਾਰਨ ਕਰਕੇ ਵਾਇਰਸ ਐਂਟਰ ਕਰ ਸਕਦਾ, ਕਾਰਨ ਦੂਰ ਕਰ ਦਿਓ, ਆਪਣੇ ਹੱਥ ਚੰਗੀ ਤਰ੍ਹਾਂ ਧੋ। ਤੋ ਜੇ ਅਸੀਂ ਬਿਮਾਰੀ ਤੋਂ ਬਚਣਾ ਹੈ, ਕਰੋਨਾ ਤੋਂ ਬਚਣਾ ਹੈ, ਤਾਂ ਜਿਹੜੇ ਕਾਰਨਾਂ ਕਰਕੇ ਬਿਮਾਰੀ ਲੱਗ ਰਹੀ ਆ, ਉਹਨਾਂ ਕਾਰਨਾਂ ਨੂੰ ਦੂਰ ਕਰਨਾ ਪੈਣਾ। ਇਹੀ ਤਰੀਕਾ ਹੈ ਬਚਣ ਦਾ। ਤੋ ਹੁਣ ਦੇਖੋ ਸੌਖੀ ਜੀ ਐਗਜ਼ਾਮਪਲ, ਹੁਣ ਇਹਨੂੰ ਇੱਧਰ ਜੋੜਿਓ। ਜਿਹੜੇ ਕਾਰਨ ਕਰਕੇ ਬਿਮਾਰੀ ਲੱਗ ਰਹੀ ਆ, ਕਾਰਨ ਦੂਰ ਕਰ ਦਿਓ, ਤੰਦਰੁਸਤ ਰਹੋਗੇ, ਬਿਮਾਰੀ ਤੋਂ ਬਚੋਗੇ। ਤੇ ਜਿਹੜੇ ਕਾਰਨ ਕਰਕੇ ਜ਼ਿੰਦਗੀ ਦੇ ਵਿੱਚ ਦੁੱਖ ਆ ਸਕਦਾ ਹੈ, ਆਨੰਦ ਦੂਰ ਹੋ ਸਕਦਾ ਹੈ, ਉਹ ਕਾਰਨ ਦੂਰ ਕਰ ਦਿਓ, ਆਨੰਦ ਆ ਜਾਏਗਾ, ਦੁੱਖਾਂ ਤੋਂ ਬਚ ਜਾਵਾਂਗੇ। ਹੁਣ ਫਿਰ ਅਗਲਾ ਕੁਐਸਚਨ ਇਹ ਆ ਕਿ ਉਹ ਕਾਰਨ ਕਿਹੜੇ ਨੇ ਜਿਹਦੇ ਕਰਕੇ ਬੰਦਾ ਦੁਖੀ ਹੁੰਦਾ ਹੈ? ਕਾਰਨ ਦੂਰ ਕਰ ਦਿਆਂਗੇ। ਜਿਹੜੇ ਕਾਰਨਾਂ ਕਰਕੇ ਦੁੱਖ ਮਿਲਦਾ ਹੈ, ਜਿਹੜਾ ਕਾਰਨਾਂ ਕਰਕੇ ਗਮੀ ਮਿਲਦੀ ਆ, ਜਿਹੜੇ ਕਾਰਨਾਂ ਕਰਕੇ ਬੰਦਾ ਖੁਸ਼ ਨਹੀਂ ਰਹਿ ਪਾਉਂਦਾ, ਉਹਨਾਂ ਕਾਰਨਾਂ ਨੂੰ ਅਸੀਂ ਦੂਰ ਕਰ ਦਿਆਂਗੇ। ਪਰ ਕਾਰਨ ਹੈ ਕੀ? ਗੁਰਬਾਣੀ ਦੇ ਵਿੱਚੋਂ ਆਪਾਂ ਬਾਅਦ ਵਿੱਚ ਵੇਖਾਂਗੇ ਵੀ ਗੁਰਬਾਣੀ ਨੇ ਕੀ ਕਾਰਨ ਦੱਸਿਆ। ਪਹਿਲਾਂ ਆਪਾਂ ਆਪਣੀ ਮੈਂਟੈਲਿਟੀ ਦੇਖ ਲਈਏ ਵੀ ਜ਼ਿਆਦਾਤਰ ਨੌਜਵਾਨ ਮੇਰੇ ਵੀਰ ਭੈਣ, ਜ਼ਿਆਦਾਤਰ ਲੋਕ ਕੀ ਕਹਿੰਦੇ ਨੇ ਵੀ ਅਸੀਂ ਕਿਉਂ ਦੁਖੀ ਆ? ਕਿਉਂਕਿ ਖੁਸ਼ ਹੋਣਾ ਹੈ, ਦੁੱਖ ਦੇ ਕਾਰਨ ਐਲੀਮੀਨੇਟ ਕਰ ਦਈਏ। ਤੇ ਦੁੱਖ ਦੇ ਕਾਰਨ ਕੀ ਹਨ? ਇੱਕ ਪਰਸਨ ਬੈਠਾ ਹੋਇਆ, ਮੂੰਹ ਉਹਦਾ ਲੜਕਿਆ, ਉਦਾਸ ਬੈਠਾ, ਰੋ ਰਿਹਾ, ਤੇ ਕੋਈ ਗੁਰਮੁਖ ਸੱਜਣ ਜਾ ਕੇ ਪੁੱਛ ਲਵੇ ਵੀ ਭਾਈ ਕੀ ਗੱਲ ਹੋ ਗਈ, ਉਦਾਸ ਕਿਉਂ ਬੈਠਾ, ਦੁਖੀ ਕਿਉਂ ਹੈ? ਤੇ ਅਕਸਰ ਇੱਕ ਇਹ ਵੀ ਰੀਜ਼ਨ ਦਿੱਤਾ ਜਾਂਦਾ ਹੈ ਕਿ ਮੈਂ ਇਸ ਕਰਕੇ ਦੁਖੀ ਆ ਕਿਉਂਕਿ ਫਲਾਣੇ ਬੰਦੇ ਨੇ ਮੈਨੂੰ ਗਾਲ ਕੱਢਤੀ। ਤੇ ਇੱਕ ਦਿਨ ਨਹੀਂ, ਆਏ ਦਿਨ ਕੱਢਦਾ, ਆਏ ਦਿਨ ਮੇਰੀ ਨਿੰਦਿਆ ਕਰਦਾ। ਮੈਂ ਚੰਗਾ ਕੰਮ ਵੀ ਕਰਨ ਨਿਕਲਾਂ, ਉਹ ਫਲਾਣਾ ਬੰਦਾ ਮੇਰੀ ਨਿੰਦਿਆ ਬਹੁਤ ਕਰਦਾ ਹੈ, ਇਸ ਕਰਕੇ ਮੈਂ ਉਦਾਸ ਹਾਂ, ਇਸ ਕਰਕੇ ਮੈਂ ਰੋ ਰਿਹਾ। ਤੁਸੀਂ ਦੇਖੋ ਵੀ ਜੇ ਇਹ ਕਾਰਨ ਦੁੱਖ ਦਾ, ਆਪਾਂ ਇਹੀ ਸੋਚਦੇ ਨਾ, ਜ਼ਿਆਦਾਤਰ ਨੌਜਵਾਨ ਦੇਖ ਲਿਓ ਇਸ ਗੱਲ ਕਰਕੇ ਦੁਖੀ ਹੋ ਜਾਂਦੇ ਨੇ। ਬੜੇ ਲੋਕ ਐਸੇ ਦੇਖਣ ਨੂੰ ਮਿਲਣਗੇ, ਕੋਈ ਉਹਨੂੰ ਗਾਲ ਕੱਢ ਦੇ ਜਾਂ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਵੇ, ਉਹਦੀ ਬਦਨਾਮੀ ਕਰਨੀ ਸ਼ੁਰੂ ਕਰ ਦਵੇ। ਅਕਸਰ ਬੰਦੇ ਸਿਰਫ ਇਸ ਕਾਰਨ ਦੁਖੀ ਹੋ ਉੱਠਦੇ ਨੇ, ਕੁਰਲਾ ਉੱਠਦੇ ਨੇ ਕਿ ਇਹ ਕਾਰਨ ਹੈ ਸਾਡੀ ਜ਼ਿੰਦਗੀ ਦਾ। ਗੁਰਬਾਣੀ ਦੇ ਵਿੱਚ ਨਾ ਇੱਕ ਬੜਾ ਸੋਹਣਾ ਫਰਮਾਨ ਹੈ ਭਗਤ ਜੀ ਦਾ, ਕਹਿੰਦੇ ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਭਰਮ ਪਤਾ ਕੀ ਹੈ? ਕਿ ਜਿਹੜੀ ਚੀਜ਼ ਅਸੀਂ ਮੰਨੀ ਬੈਠੇ ਆ ਉਹ ਹੈ ਨਹੀਂ। ਅਸੀਂ ਜਿਹੜੇ ਕਾਰਨ ਦੁੱਖ ਦੇ ਮੰਨੀ ਬੈਠੇ ਆ ਨਾ, ਇਹ ਦੁੱਖ ਦੇ ਕਾਰਨ ਹੈ ਨਹੀਂ। ਜਿਹੜੇ ਕਹਿੰਦੇ ਵੀ ਇਹ ਦੁੱਖ ਦਾ ਕਾਰਨ ਵੀ ਸਾਡੀ ਨਿੰਦਿਆ ਹੋ ਰਹੀ ਹੈ, ਗੁਰੂ ਸਾਹਿਬ ਕਹਿੰਦੇ ਇਹ ਦੁੱਖ ਦਾ ਕਾਰਨ ਨਹੀਂ। ਜੇ ਇਹ ਦੁੱਖ ਦਾ ਕਾਰਨ ਹੁੰਦਾ ਤੇ ਇਤਿਹਾਸ ਦੇ ਵਿੱਚ ਤੁਸੀਂ ਦੇਖੋ, ਪੜ੍ਹ ਕੇ ਦੇਖੋ, ਸੁਣਿਆ ਬਹੁਤ ਹੋਵੇਗਾ ਤੁਸੀਂ, ਗੁਰੂ ਨਾਨਕ ਸਾਹਿਬ ਦੁਨੀਆ ਨੂੰ ਤਾਰਨ ਨਿਕਲੇ ਨੇ ਤੇ ਅੱਗੋਂ ਦੁਨੀਆ ਕਿਵੇਂ ਰਿਐਕਟ ਕਰ ਰਹੀ ਹੈ? ਦੁਨੀਆ ਕੋਈ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਕਹਿ ਰਹੀ ਆ। ਹੁਣ ਦੇਖੋ ਇਹ ਵੀ ਉਸ ਸਮੇਂ ਦੀ ਇੱਕ ਤਰ੍ਹਾਂ ਦੀ ਗਾਲ ਹੀ ਸੀ ਨਾ। ਕੋਈ ਭੂਤਨਾ ਕਹਿ ਰਿਹਾ, ਕੋਈ ਬੇਤਾਲਾ ਕਹਿ ਰਿਹਾ, ਕੋਈ ਕੁਰਾਈਆ ਕਹਿ ਰਿਹਾ
ਵੀ ਵੱਖਰਾ ਹੀ ਭੂਤਨਾ ਆ ਗਿਆ, ਵੱਖਰੀਆਂ ਹੀ ਗੱਲਾਂ ਸੁਣਾਉਣ ਲੱਗ ਗਿਆ। ਅੱਜ ਤੱਕ ਤਾਂ ਕੋਈ ਇਹੋ ਜਿਹੀ ਗੱਲ ਸੁਣਾਉਂਦਾ ਸੀ, ਇਹ ਵੱਖਰੀ ਜੀ ਗੱਲ ਕਰਨ ਲੱਗ ਗਿਆ। ਲੈ ਅਸੀਂ ਤਾਂ ਥਾਲ ਦੇ ਵਿੱਚ ਦੀਵੇ ਰੱਖ ਕੇ ਆਰਤੀ ਕਰਦੇ ਸੀ, ਇਹ ਕਹਿੰਦਾ ਵੀ ਇੰਝ ਆਰਤੀ ਨਹੀਂ ਹੁੰਦੀ। ਇਹ ਤਾਂ ਕੁਰਾਈਆ ਹੈ, ਲੋਕਾਂ ਨੂੰ ਕੁਰਾਏ ਪਾ ਰਿਹਾ, ਇਹ ਤਾਂ ਭੂਤਨਾ ਹੈ, ਇਹ ਤਾਂ ਬੇਤਾਲਾ ਹੈ। ਤੁਸੀਂ ਦੇਖੋ ਲੋਕਾਂ ਨੇ ਕਿਹੜੇ ਕਿਹੜੇ ਸ਼ਬਦ ਨਹੀਂ ਵਰਤੇ। ਬਗਦਾਦ ਗਏ ਲੋਕ ਤਾਂ ਰੋੜੇ ਚੱਕ ਕੇ ਪੈ ਗਏ ਗੁਰੂ ਸਾਹਿਬ ਨੂੰ। ਤੇ ਜੇ ਇਹ ਕਾਰਨ ਦੁੱਖ ਦਾ ਹੁੰਦਾ ਤੇ ਗੁਰੂ ਨਾਨਕ ਸਾਹਿਬ ਨੇ ਦੁਖੀ ਹੋ ਜਾਣਾ ਸੀ। ਪਰ ਸੋਚ ਕੇ ਦੇਖੋ ਕਿ ਗੁਰੂ ਨਾਨਕ ਸਾਹਿਬ ਹੋਏ ਦੁਖੀ। ਕਿਤੇ ਆਪਾਂ ਪੜ੍ਹਦੇ ਜਾਂ ਸ਼ਬਦ ਵੀ ਮਿਲਦਾ ਗੁਰਬਾਣੀ ਦੇ ਵਿੱਚ, ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਲੋਕ ਮੈਨੂੰ ਭੂਤਨਾ ਕਹਿ ਰਹੇ ਨੇ, ਮੈਂ ਤਾਂ ਉਹਨਾਂ ਦਾ ਭਲਾ ਕਰ ਰਿਹਾ, ਉਹ ਮੈਨੂੰ ਭੂਤਨਾ ਕਹਿ ਰਹੇ ਨੇ, ਮੈਂ ਦੁਖੀ ਬਹੁਤ ਆ, ਮੈਨੂੰ ਤਾਂ ਗਮੀ ਬਹੁਤ ਲੱਗੀ ਹੋਈ ਏ, ਮੈਂ ਤਾਂ ਕੁਰਲਾ ਬਹੁਤ ਰਿਹਾ। ਗੁਰੂ ਸਾਹਿਬ ਨੇ ਕਿਤੇ ਵੀ ਨਹੀਂ ਲਿਖਿਆ। ਮਹਾਰਾਜ ਤਾਂ ਆਨੰਦ ਦੇ ਵਿੱਚ, ਖੇੜੇ ਦੇ ਵਿੱਚ ਆ ਕੇ ਕਹਿ ਰਹੇ ਨੇ, ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਪਰ ਮਹਾਰਾਜ ਕਹਿੰਦੇ ਭਇਆ ਦੀਵਾਨਾ ਸਾਹ ਕਾ ਨਾਨਕ ਪੌਰਾਨਾ, ਉਹ ਹਰ ਬਿਨ ਅਵਰ ਨਾ ਜਾਣਾ। ਮੈਨੂੰ ਰੱਬ ਤੋਂ ਬਿਨਾਂ ਨਹੀਂ ਕਿਸੇ ਦੀ ਪਰਵਾਹ। ਕੋਈ ਕਹਿੰਦਾ ਭੂਤਨਾ ਤੇ ਕਹੀ ਜਾਵੇ, ਮੈਨੂੰ ਕੀ ਪਰਵਾਹ। ਮੈਨੂੰ ਪਤਾ ਵੀ ਮੈਂ ਸਤਿਗੁਰੂ ਪ੍ਰਮਾਤਮਾ ਦੇ ਦੱਸੇ ਹੋਏ ਮਨੋਰਥ ਤੇ ਚੱਲ ਰਿਹਾ ਹੈ, ਮੈਂ ਲੋਕਾਂ ਦੀ ਭਲਾਈ ਕਰਨ ਨਿਕਲਿਆ ਹੈ। ਤੇ ਬਦਲੇ ਦੇ ਵਿੱਚ ਜੇ ਕੋਈ ਮੇਰੀ ਬਦਨਾਮੀ ਕਰ ਰਿਹਾ ਹੈ, ਮੈਨੂੰ ਕੋਈ ਗਾਲਾਂ ਕੱਢ ਰਿਹਾ ਹੈ, ਮੈਨੂੰ ਕੋਈ ਭੂਤਨਾ ਕਹਿ ਰਿਹਾ, ਤੇ ਮੈਂ ਇਹਦੀ ਪਰਵਾਹ ਨਹੀਂ ਕਰਦਾ। ਗੁਰੂ ਸਾਹਿਬ ਫਿਰ ਵੀ ਆਨੰਦ ਦੇ ਵਿੱਚ ਨੇ, ਫਿਰ ਵੀ ਖੇੜੇ ਦੇ ਵਿੱਚ ਨੇ। ਤੇ ਤੁਸੀਂ ਕਹੋਗੇ ਵੀ ਇਹ ਤਾਂ ਗੁਰੂ ਸਾਹਿਬ ਸੀ। ਤੇ ਭਾਈ ਮਰਦਾਨਾ ਨੂੰ ਕਿਹੜੇ ਲੋਕਾਂ ਨੇ ਗਾਲਾਂ ਨਹੀਂ ਕੱਢੀਆਂ, ਕੀ ਕੁਝ ਕਿਹਾ। ਮਲੇਸ਼ ਕਹਿੰਦੇ ਰਹੇ, ਡੂਮ ਕਹਿੰਦੇ ਰਹੇ, ਮਰਾਸੀ ਕਹਿੰਦੇ ਰਹੇ, ਉਹਨਾਂ ਦੇ ਪਰਛਾਵੇਂ ਤੋਂ ਭੱਜਦੇ ਰਹੇ। ਪਰ ਮਰਦਾਨਾ ਜੀ ਤਾਂ ਆਨੰਦ ਵਿੱਚ ਖਿੜੇ, ਬੜੇ ਆਨੰਦ ਹੈ, ਚਿਹਰੇ ਤੇ ਖੇੜਾ ਹੈ, ਕਦੀ ਉਦਾਸੀ ਨਹੀਂ ਆਈ ਚਿਹਰੇ ਤੇ। ਤੇ ਜੇ ਇਹ ਦੁੱਖ ਦਾ ਕਾਰਨ ਹੁੰਦਾ, ਫਿਰ ਨਿਯਮ ਤਾਂ ਸਾਰਿਆਂ ਤੇ ਲਾਗੂ ਹੋਣਾ ਸੀ ਨਾ। ਇਹ ਨਿਯਮ ਤਾਂ ਫਿਰ ਭਾਈ ਮਰਦਾਨੇ ਤੇ ਵੀ ਲਾਗੂ ਹੋਣਾ ਸੀ, ਨਿਯਮ ਗੁਰੂ ਨਾਨਕ ਸਾਹਿਬ ਤੇ ਵੀ ਲਾਗੂ ਹੋਣਾ ਸੀ। ਪਰ ਨਹੀਂ, ਗੁਰੂ ਨਾਨਕ ਸਾਹਿਬ ਖਿੜ ਰਹੇ ਨੇ, ਉਹਨਾਂ ਦੀ ਬਦਨਾਮੀ ਹੋ ਰਹੀ ਹੈ, ਉਹਨਾਂ ਦੀ ਨਿੰਦਿਆ ਹੋ ਰਹੀ ਹੈ, ਪਰ ਉਹ ਫਿਰ ਵੀ ਖਿੜੇ ਨੇ। ਇਹਦਾ ਮਤਲਬ ਇਹ ਕਾਰਨ ਸਾਡੇ ਦੁੱਖ ਦਾ ਨਹੀਂ ਹੋ ਸਕਦਾ। ਸਾਨੂੰ ਭਰਮ ਪਿਆ ਹੋਇਆ ਵੀ ਇਹ ਸਾਡੇ ਦੁੱਖ ਦਾ ਕਾਰਨ। ਫਿਰ ਅਗਲਾ ਕਾਰਨ ਦੇਖ ਲਈਏ ਵੀ ਅਗਲਾ ਕਾਰਨ ਕੀ ਦੱਸਦੇ। ਮੈਂ ਇੱਕ ਇੱਕ ਕਰਕੇ ਪਹਿਲਾਂ ਤਾਂ ਉਹ ਕਾਰਨ ਰੱਖਾਂਗਾ ਜਿਹੜੇ ਕਾਰਨਾਂ ਦਾ ਅਸੀਂ ਕਹਿੰਦੇ ਆ ਵੀ ਇਸ ਕਾਰਨ ਕਰਕੇ ਮੈਂ ਦੁਖੀ ਹਾਂ। ਤੁਸੀਂ ਦੇਖ ਲਓ ਅੱਜ ਕਿੰਨੇ ਨੌਜਵਾਨ, ਕੋਈ ਡਿਪਰੈਸ਼ਨ 'ਚ ਜਾ ਰਿਹਾ, ਕੋਈ ਸਟ੍ਰੈਸ ਦੇ ਵਿੱਚ ਬੈਠਾ ਹੈ, ਤੇ ਕਾਰਨ ਇਹੋ ਜਿਹੇ ਦੱਸਣਗੇ। ਕੋਈ ਕਹਿੰਦਾ ਜੀ ਮੇਰੀ ਬਦਨਾਮੀ ਹੋਣ ਲੱਗ ਗਈ, ਕੋਈ ਕਹਿੰਦਾ ਜੀ ਮੈਨੂੰ ਗਾਲਾਂ ਕੱਢਦਾ ਫਲਾਣਾ ਬੰਦਾ, ਇਹੀ ਕਾਰਨ ਦੱਸਦੇ ਹਨ। ਤਾਂ ਮੈਂ ਇੱਕ ਇੱਕ ਕਰਕੇ ਪਹਿਲਾਂ ਉਹ ਕਾਰਨ ਰੱਖਾਂਗਾ ਜਿਹੜੀ ਸਾਡੀ ਮੈਂਟੈਲਿਟੀ ਬਣੀ ਹੈ, ਫਿਰ ਗੁਰਬਾਣੀ ਚੋਂ ਸਮਝਾਂਗੇ ਕਿ ਅਸਲ ਦੇ ਵਿੱਚ ਕਾਰਨ ਕੀ ਹੈ ਸਾਡੇ ਦੁੱਖ ਦਾ। ਤੇ ਜੇ ਉਹ ਕਾਰਨ ਐਲੀਮੀਨੇਟ ਕਰ ਦਿੱਤਾ ਤੇ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਆਨੰਦ ਹੀ ਇਹੀ ਹੈ। ਉਹ ਮੈਂ ਸ਼ਬਦ ਬਾਅਦ ਵਿੱਚ ਸਾਂਝਾ ਕਰਾਂਗਾ। ਹੁਣ ਅਗਲਾ ਕਾਰਨ, ਆਮ ਤੌਰ ਤੇ ਸਾਨੂੰ ਕੋਈ ਜ਼ਿੰਮੇਵਾਰੀ ਮਿਲ ਜੇ ਨਾ ਜੀ, ਮੰਨ ਲਓ ਮੈਨੂੰ ਕਿਸੇ ਸਕੂਲ ਦੀ ਜ਼ਿੰਮੇਵਾਰੀ ਮਿਲ ਗਈ ਜੀ, ਅਸੀਂ ਨਾ ਗੁਰੂ ਹਰਸਾਏ, ਉੱਥੇ ਮੈਂ ਟੀਚਰ ਦੀ ਜੌਬ ਤੇ ਲੱਗਾ, ਸਾਨੂੰ ਜ਼ਿੰਮੇਵਾਰੀ ਮਿਲੀ। ਹਾਲਾਤ ਇਹੋ ਜਿਹੇ ਬਣੇ ਵੀ ਹਾਲਾਤ ਬਣਾ ਕੇ ਸਾਨੂੰ ਉੱਥੋਂ ਕੱਢ ਦਿੱਤਾ ਗਿਆ, ਜਾਂ ਕਹਿ ਲਓ ਵੀ ਅਸੀਂ ਮੂਵ ਔਨ ਕੀਤੇ, ਪਰ ਕਾਰਨ ਕੁਝ ਇਹੋ ਜਿਹੇ ਬਣੇ ਤੇ ਅਸੀਂ ਹੁਣ ਦੱਸ ਰਹੇ ਹਾਂ ਵੀ ਅਸੀਂ ਦੁਖੀ ਹਾਂ ਕਿਉਂਕਿ ਸਾਨੂੰ ਉਹਨਾਂ ਨੇ ਉੱਥੋਂ ਕੱਢ ਦਿੱਤਾ ਹੈ। ਆਮ ਤੌਰ ਤੇ ਅਸੀਂ ਕਿਸੇ ਦੇ ਘਰ ਜਾਈਏ ਤੇ ਉਹ ਕੱਢ ਦੇਣ, ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਇਸ ਕਰਕੇ ਦੁਖੀ ਹਾਂ, ਉਹਨੇ ਧੱਕੇ ਮਾਰ ਕੇ ਸਾਨੂੰ ਕੱਢ ਦਿੱਤਾ। ਕੀ ਇਹ ਕਾਰਨ ਹੈ ਦੁੱਖ ਦਾ? ਹੁਣ ਫਿਰ ਤੁਸੀਂ ਇਤਿਹਾਸ ਨੂੰ ਪੜ੍ਹੋ, ਇਤਿਹਾਸ ਦੇ ਨਾਲ ਉਹ ਸਾਂਝ ਪਾਈਏ। ਗੁਰੂ ਅਮਰਦਾਸ ਜੀ ਤਖਤਾਂ ਤੇ ਬਿਰਾਜਮਾਨ ਨੇ ਤੇ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਦਾਤੂ ਜੀ ਆਉਂਦੇ ਨੇ ਔਰ ਲੱਤ ਮਾਰ ਕੇ ਤਖਤ ਤੋਂ ਡੇਗ ਦਿੰਦੇ ਨੇ ਤੇ ਕਬੋਲ ਬੋਲ ਕੇ ਕਹਿੰਦੇ ਨੇ ਵੀ ਚਲੇ ਜਾਓ ਇੱਥੋਂ, ਇਹ ਤਖਤ ਸਾਡਾ ਹੈ, ਇਹ ਗੱਦੀ ਸਾਡੀ ਹੈ, ਚਲੇ ਜਾਓ ਤੁਸੀਂ ਇੱਥੋਂ। ਤੇ ਗੁਰੂ ਅਮਰਦਾਸ ਜੀ ਚਿਹਰੇ ਤੇ ਆਨੰਦ ਹੈ, ਚਿਹਰੇ ਤੇ ਖੇੜਾ ਹੈ, ਤੇ ਖੇੜੇ ਭਰੇ ਚਿਹਰੇ ਨਾਲ ਕਹਿ ਰਹੇ ਨੇ, ਦਾਤੂ ਪੁੱਤਰ ਜੀ ਮੇਰੀਆਂ ਹੱਡੀਆਂ ਸਖਤ ਨੇ, ਤੁਹਾਡੇ ਪੈਰ ਕੂਲੇ ਨੇ, ਵੇਖੋ ਕਿਤੇ ਚੋਟ ਨਾ ਲੱਗ ਗਈ ਹੋਵੇ। ਹੁਣ ਤੁਸੀਂ ਦੇਖੋ ਇਹੋ ਜਿਹੇ ਬਚਨ ਤਾਂ ਕੋਈ ਆਨੰਦ ਤਾਂ ਖੇੜੇ ਦੇ ਵਿੱਚ ਆ ਕੇ ਕਹਿ ਸਕਦਾ। ਨਿਮਰਤਾ ਭਰੇ ਉਹ ਬੋਲ, ਫਿਰ ਵੀ ਚਿਹਰੇ ਤੇ ਉਦਾਸੀ ਨਹੀਂ ਆਈ, ਫਿਰ ਵੀ ਚਿਹਰੇ ਤੇ ਦੁੱਖ ਨਹੀਂ ਆਇਆ। ਕੋਈ ਲੱਤ ਮਾਰ ਕੇ ਐਵੇਂ ਬੋਲ ਕੇ ਹੀ ਨਹੀਂ, ਲੱਤ ਮਾਰ ਕੇ ਕੱਢ ਰਿਹਾ ਵੀ ਚਲੇ ਜਾ ਇੱਥੋਂ, ਪਰ ਫਿਰ ਵੀ ਦੁੱਖ ਨਹੀਂ, ਫਿਰ ਵੀ ਉਹ ਆਨੰਦ ਵਿੱਚ ਨੇ, ਫਿਰ ਵੀ ਖੇੜੇ ਦੇ ਵਿੱਚ ਨੇ। ਇਹਦਾ ਮਤਲਬ ਇਹ ਵੀ ਦੁੱਖ ਦਾ ਕਾਰਨ ਨਹੀਂ ਹੋ ਸਕਦਾ। ਤੋ ਜਿਹੜੇ ਲੋਕ ਇਹ ਕਾਰਨ ਦੱਸਦੇ ਨੇ, ਹੁਣ ਦੇਖੋ ਦੋ ਕਾਰਨ ਵਿਚਾਰ ਲਏ। ਜਿਹੜੇ ਕਹਿੰਦੇ ਨੇ ਵੀ ਬਦਨਾਮੀ ਹੁੰਦੀ ਹੈ ਤਾਂ ਦੁਖੀ ਆ, ਇਹ ਵੀ ਦੁੱਖ ਦਾ ਅਸਲ ਕਾਰਨ ਨਹੀਂ। ਜਿਹੜੇ ਕਹਿੰਦੇ ਨੇ ਵੀ ਫਲਾਣੇ ਬੰਦੇ ਨੂੰ ਸਾਨੂੰ ਉੱਥੋਂ ਕੱਢ ਦਿੱਤਾ ਤਾਂ ਦੁਖੀ ਆ, ਇਹ ਵੀ ਅਸਲ ਦੇ ਵਿੱਚ ਦੁੱਖ ਦਾ ਕਾਰਨ ਨਹੀਂ। ਤੇ ਫਿਰ ਅਗਲੀ ਅਸੀਂ ਜਿਹੜੀ ਗੱਲ ਕਰਦੇ ਹਾਂ ਉਹ ਇਹ ਮੰਨ ਲਓ, ਹੁਣ ਇੱਕ ਪਿਤਾ ਬੈਠਾ ਹੈ, ਚਿਹਰਾ ਲਟਕਿਆ ਹੈ, ਤੇ ਪੁੱਛ ਲਈਏ ਵੀ ਭਾਈ ਸਾਹਿਬ ਜੀ ਕੀ ਗੱਲ ਹੋ ਗਈ, ਉਦਾਸ ਬੈਠੇ ਹੋ? ਤੇ ਅਕਸਰ ਕਈ ਲੋਕ ਕਹਿ ਦਿੰਦੇ ਨੇ ਮੈਂ ਬੜਾ ਦੁਖੀ ਹਾਂ,
ਕਿਉਂਕਿ ਮੇਰਾ ਪੁੱਤਰ ਨਿਕੰਮਾ ਨਿਕਲਿਆ। ਮੇਰਾ ਪੁੱਤਰ ਨਿਕੰਮਾ ਨਿਕਲਿਆ, ਮੇਰੀ ਆਗਿਆ ਦੇ ਵਿੱਚ ਨਹੀਂ ਹੈ, ਜੋ ਮੈਂ ਸੋਚਦਾ ਸੀ ਉਹੋ ਜਿਹਾ ਨਿਕਲਿਆ ਹੀ ਨਹੀਂ, ਬੜੇ ਗਲਤ ਕੰਮ ਕਰਦਾ, ਇਸ ਕਰਕੇ ਮੈਂ ਬਹੁਤ ਦੁਖੀ ਹਾਂ। ਤੇ ਇਹੋ ਜਿਹੇ ਰੀਜ਼ਨ ਬੜੇ ਪਿਤਾਵਾਂ ਤੋਂ ਮਿਲਦੇ ਨੇ ਕਿ ਮੇਰਾ ਪੁੱਤਰ ਨਿਕੰਮਾ ਨਿਕਲ ਗਿਆ। ਕੀ ਇਹ ਕਾਰਨ ਹੈ ਦੁੱਖ ਦਾ? ਜੇ ਹੁੰਦਾ ਤੇ ਫਿਰ ਇਤਿਹਾਸ ਨਾਲ ਸਾਂਝ ਪਾਈਏ। ਗੁਰੂ ਰਾਮਦਾਸ ਜੀ ਦੇ ਆਪਣੇ ਪੁੱਤਰ ਪ੍ਰਿਥੀ ਚੰਦ ਆਗਿਆ ਤੋਂ ਬਾਹਰ ਨੇ, ਗੁਰੂ ਸਾਹਿਬ ਦੀ ਗੱਲ ਨਹੀਂ ਕਰਦੇ, ਝਗੜਾ ਕਰਦੇ ਨੇ। ਤੇ ਗੁਰੂ ਸਾਹਿਬ ਜੀ ਨੇ ਤੇ ਗੁਰਬਾਣੀ ਦੇ ਵਿੱਚ ਬਚਨ ਵੀ ਕਰ ਦਿੱਤਾ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਇਹ ਪੁੱਤਰ ਆਪਣੇ ਬਾਪ ਦੇ ਨਾਲ ਹੀ ਕਿਉਂ ਝਗੜਦਾ ਪਿਆ ਹੈ? ਜਿਨਕੇ ਜੀਏ, ਮਹਾਰਾਜ ਕਹਿੰਦੇ ਜਿਹਦੇ ਤੋਂ ਤੈਨੂੰ ਜਨਮ ਮਿਲਿਆ ਹੈ, ਜਿਹਦੇ ਕਰਕੇ ਅੱਜ ਇੰਨੇ ਜੋਗਾ ਹੋਇਆ, ਜਿਨਕੇ ਜੀਏ ਵਡੇਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਉਹਦੇ ਨਾਲ ਝਗੜਾ ਕਰਨਾ ਬੜਾ ਵੱਡਾ ਪਾਪ ਹੈ। ਇਹ ਤੂੰ ਕੀ ਕਰ ਰਿਹਾ? ਹੁਣ ਦੇਖੋ ਗੁਰਬਾਣੀ ਦੇ ਵਿੱਚ ਵੀ ਬਚਨ ਕਰ ਦਿੱਤੇ, ਉਹਨਾਂ ਦਾ ਆਪਣਾ ਪੁੱਤਰ ਝਗੜਾ ਕਰ ਰਿਹਾ ਹੈ, ਆਪਣਾ ਪੁੱਤਰ ਕਹਿਣੇ ਤੋਂ ਬਾਹਰ ਹੈ, ਆਪਣਾ ਪੁੱਤਰ ਨਿਕੰਮਾ ਨਿਕਲਿਆ। ਤੇ ਇੱਕ ਹੋਰ ਉਦਾਹਰਨ ਲੈ ਲਈਏ, ਗੁਰੂ ਹਰ ਰਾਏ ਸਾਹਿਬ, ਉਹਨਾਂ ਦਾ ਪੁੱਤਰ ਰਾਮ ਰਾਏ, ਉਹ ਤਾਂ ਇੰਨਾ ਨਿਕੰਮਾ ਵੀ ਗੁਰਬਾਣੀ ਦੀ ਪੰਕਤੀ ਵੀ ਬਦਲ ਦਿੱਤੇ। ਤੇ ਕੀ ਗੁਰੂ ਸਾਹਿਬਾਨਾਂ ਦੇ ਚਿਹਰੇ ਤੇ ਦੁੱਖ ਆਇਆ? ਕੀ ਉਹਨਾਂ ਦਾ ਖੇੜਾ ਗਵਾਚਿਆ? ਕੀ ਉਹ ਗਮੀ ਦੇ ਵਿੱਚ ਆਏ? ਇਹ ਕੁਝ ਹੋਣ ਦੇ ਬਾਵਜੂਦ ਵੀ ਪੁੱਤਰ ਆਗਿਆ ਤੋਂ ਬਾਹਰ ਨੇ, ਪਰ ਖੇੜਾ ਹੈ, ਫਿਰ ਵੀ ਮੁਖ ਤੇ ਆਨੰਦ ਹੈ, ਮੁਖ ਖਿੜਿਆ ਹੋਇਆ, ਫਿਰ ਵੀ ਦੁਖੀ ਨਹੀਂ ਹੋਏ। ਜੇ ਇਹ ਕਾਰਨ ਦੁੱਖ ਦਾ ਹੁੰਦਾ ਤਾਂ ਇਸ ਕਾਰਨ ਨੇ ਗੁਰੂ ਰਾਮਦਾਸ ਨੂੰ, ਗੁਰੂ ਹਰ ਰਾਏ ਸਾਹਿਬ ਨੂੰ ਦੁਖੀ ਕਰ ਦੇਣਾ ਸੀ। ਪਰ ਇਹ ਵੀ ਦੁੱਖ ਦਾ ਕਾਰਨ ਗੁਰਬਾਣੀ ਨੇ ਨਹੀਂ ਮੰਨਿਆ। ਗੁਰੂ ਸਾਹਿਬਾਨਾਂ ਨੇ ਜੀਵਨ ਤੋਂ ਦਿਖਾ ਦਿੱਤਾ ਵੀ ਇਹ ਵੀ ਭਰਮ ਹੀ ਹੈ, ਇਹ ਵੀ ਦੁੱਖ ਦਾ ਕਾਰਨ ਨਹੀਂ। ਫਿਰ ਅਗਲਾ ਜਿਹੜਾ ਅਸੀਂ ਦੁੱਖ ਦਾ ਕਾਰਨ ਦੱਸਦੇ ਆ, ਮੰਨ ਲਓ ਮੇਰਾ ਕੋਈ ਬਹੁਤ ਵਧੀਆ ਫਰੈਂਡ ਹੋਵੇ ਜਾਂ ਮੇਰਾ ਭਰਾ ਹੋਵੇ, ਤੇ ਮੇਰਾ ਭਰਾ ਮੇਰੇ ਨਾਲ ਝਗੜਾ ਹੀ ਕਰਦਾ ਰਹਿੰਦਾ ਹੈ, ਮੇਰੇ ਨਾਲ ਲੜਦਾ ਹੀ ਰਹਿੰਦਾ, ਮੇਰਾ ਵਿਰੋਧ ਹੀ ਕਰਦਾ ਰਹਿੰਦਾ। ਤੇ ਅਕਸਰ ਕਈ ਕਹਿ ਦਿੰਦੇ ਨੇ ਮੈਂ ਬਹੁਤ ਦੁਖੀ ਆ, ਕਿਉਂਕਿ ਫਲਾਣਾ ਮੇਰਾ ਭਰਾ ਜਿਹੜਾ ਹੈ ਨਾ ਜੀ, ਮੇਰੇ ਨਾਲ ਝਗੜਾ ਬਹੁਤ ਕਰਦਾ, ਮੇਰੇ ਨਾਲ ਲੜਦਾ ਬਹੁਤ ਹੈ, ਉਹਨੇ ਹਰ ਗੱਲ ਤੇ ਮੇਰਾ ਵਿਰੋਧ ਕਰਨਾ ਹੀ ਕਰਨਾ ਹੈ, ਮੈਂ ਕੋਈ ਮਰਜ਼ੀ ਗੱਲ ਕਹਿਦਾ ਉਹਨੇ ਵਿਰੋਧ ਹੀ ਕਰਨਾ, ਮੈਂ ਬਹੁਤ ਦੁਖੀ ਆ, ਕਹਿ ਦਿੰਦੇ ਨੇ ਨਾ ਕਈ ਲੋਕ। ਤੇ ਜੇ ਇਹ ਕਾਰਨ ਦਾ ਦੁੱਖ ਦਾ ਹੁੰਦਾ ਤਾਂ ਇਸ ਕਾਰਨ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਦੁਖੀ ਕਰ ਦੇਣਾ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ, ਹੁਣ ਦੱਸੋ ਕਿਹੜੀ ਗੱਲ ਤੇ ਉਹਨਾਂ ਨੇ ਵਿਰੋਧ ਨਹੀਂ ਕੀਤਾ? ਗੁਰਿਆਈ ਮਿਲੀ ਤੇ ਪ੍ਰਿਥੀ ਚੰਦ ਨਾਕਾ ਲਾ ਕੇ ਬਹਿ ਗਿਆ, ਸੰਗਤ ਆਉਂਦੀ ਰਾਹ 'ਚ ਹੀ ਰੋਕ ਲੈਂਦਾ ਤੇ ਸਾਰੀ ਭੇਟਾ ਆਪਣੇ ਕੋਲ ਰੱਖ ਲੈਂਦਾ। ਗੁਰੂ ਘਰ ਦੇ ਲੰਗਰ ਵੀ ਮਸਤਾਨੇ ਹੋ ਗਏ। ਫਿਰ ਇੱਥੋਂ ਤੱਕ ਗੁਰੂ ਅਰਜਨ ਸਾਹਿਬ ਜੀ ਦੇ ਆਪਣੇ ਭਰਾ ਦੇ ਪੁੱਤਰ ਨੂੰ ਕਿੰਨੀ ਵਾਰ ਮਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪੁੱਤਰ ਨੂੰ ਨਹੀਂ, ਗੁਰੂ ਅਰਜਨ ਸਾਹਿਬ ਜੀ ਨੂੰ ਮਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਕਦੀ ਸੁਲਹੀ ਖਾਂ ਤੋਂ ਹਮਲੇ ਕਰਾਉਂਦਾ ਹੈ, ਕਦੀ ਸੁਲਭੀ ਤੋਂ ਹਮਲੇ ਕਰਾਉਂਦਾ ਹੈ। ਇਹ ਤਾਂ ਚਲੋ ਪਰਮਾਤਮਾ ਦਾ ਸਬੱਬ ਬਣਿਆ, ਦੋਨੋਂ ਰਾਜ ਰਹਿ ਗਏ। ਤੇ ਇੱਥੋਂ ਤੱਕ ਪ੍ਰਿਥੀ ਚੰਦ ਤਾਂ ਆਪਣੇ ਭਰਾ ਦੀ ਸ਼ਹੀਦੀ ਦਾ ਕਾਰਨ ਬਣ ਗਿਆ, ਕਿਉਂਕਿ ਪ੍ਰਿਥੀ ਚੰਦ ਵੀ ਜਹਾਂਗੀਰ ਦੇ ਚੁਗਲੀਆਂ ਕਰਦਾ ਰਹਿੰਦਾ, ਉਹਨੂੰ ਚੱਕਦਾ ਰਹਿੰਦਾ, ਤੇ ਇਹ ਪ੍ਰਿਥੀ ਚੰਦ ਵੀ ਇੱਕ ਕਾਰਨ ਬਣਿਆ। ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਬਣਾਇਆ, ਹਰਮੰਦਰ ਸਾਹਿਬ ਸਾਜਿਆ, ਤੇ ਪ੍ਰਿਥੀ ਚੰਦ ਉਹਦੇ ਬਰਾਬਰ ਹੇਹਰ ਨਗਰ ਦੇ ਵਿੱਚ ਬਿਲਕੁਲ ਉਸੇ ਮਾਡਲ ਤੇ ਇੱਕ ਇਮਾਰਤ ਖੜੀ ਕਰ ਦਿੰਦਾ। ਹੁਣ ਕਿਹੜੀ ਗੱਲ ਦਾ ਵਿਰੋਧ ਪ੍ਰਿਥੀ ਚੰਦ ਨੇ ਨਹੀਂ ਕੀਤਾ? ਪਰ ਕੀ ਗੁਰੂ ਅਰਜਨ ਸਾਹਿਬ ਜੀ ਇਤਿਹਾਸ ਦੇ ਵਿੱਚ ਕਿਸੇ ਇਸ ਗੱਲ ਕਰਕੇ ਦੁਖੀ ਮਿਲੇ? ਆਨੰਦ ਦੇ ਵਿੱਚ ਨੇ, ਖੇੜੇ ਦੇ ਵਿੱਚ ਨੇ। ਜੇ ਇਹ ਕਾਰਨ ਵੀ ਦੁੱਖ ਦਾ ਹੁੰਦਾ ਤਾਂ ਇਸ ਕਾਰਨ ਨੇ ਉਹਨਾਂ ਨੂੰ ਦੁਖੀ ਕਰ ਦੇਣਾ ਸੀ, ਪਰ ਨਹੀਂ ਹੋਏ ਦੁਖੀ। ਆਨੰਦ ਦੇ ਵਿੱਚ ਨੇ, ਭਰਾ ਹਰ ਗੱਲ ਤੇ ਵਿਰੋਧ ਕਰ ਰਿਹਾ ਪਰ ਫਿਰ ਵੀ ਖੇੜੇ ਦੇ ਵਿੱਚ ਨੇ। ਤਾਂ ਇਹਦਾ ਮਤਲਬ ਇਹ ਵੀ ਦੁੱਖ ਦਾ ਕਾਰਨ ਨਹੀਂ ਹੋ ਸਕਦਾ। ਫਿਰ ਅਗਲੀ ਗੱਲ, ਸਾਡੇ ਸਰੀਰ ਤੇ ਤਕਲੀਫ ਲੱਗ ਜਾਵੇ, ਸਰੀਰ ਤੇ ਰੋਗ ਲੱਗ ਜਾਵੇ। ਮੰਨ ਲਓ ਕਈਆਂ ਨੂੰ ਕਰੋਨਾ ਹੋ ਗਿਆ ਤੇ ਆਪਾਂ ਦੇਖਿਆ, ਕੁਰਲਾਉਂਦੇ ਦੇਖੇ ਨੇ ਆਪਾਂ, ਰੋ ਉੱਠਦੇ ਨੇ ਕਿ ਮੈਂ ਕਿੱਥੇ ਫਸ ਗਿਆ। ਸਰੀਰ ਨੂੰ ਰੋਗ ਲੱਗ ਜਾਵੇ ਤੇ ਲੋਕ ਕਹਿੰਦੇ ਜੀ ਮੈਂ ਬੜਾ ਦੁਖੀ ਆ, ਕਿਉਂ? ਕਿਉਂਕਿ ਮੈਨੂੰ ਆਹ ਰੋਗ ਲੱਗ ਗਿਆ। ਤੇ ਜੇ ਇਹ ਦੁੱਖ ਦਾ ਕਾਰਨ ਹੁੰਦਾ ਤਾਂ ਇਸ ਕਾਰਨ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਦੁਖੀ ਕਰ ਦੇਣਾ ਸੀ। ਹੁਣ ਸਰੀਰ ਤੇ ਰੋਗ ਤਾਂ ਉਹਨਾਂ ਤੇ ਵੀ ਲੱਗਿਆ ਹੈ ਨਾ, ਤਾਂ ਉਸ ਰੋਗ ਕਰਕੇ ਹੀ ਉਹ ਜੋਤੀ ਜੋਤ ਸਮਾਉਂਦੇ ਨੇ। ਪਰ ਗੁਰੂ ਹਰਿਕ੍ਰਿਸ਼ਨ ਜੀ ਦੇ ਚਿਹਰੇ ਤੇ ਦੁੱਖ ਨਹੀਂ ਹੈ, ਸੋਗ ਨਹੀਂ ਹੈ, ਆਨੰਦ ਹੈ, ਖੇੜਾ ਹੈ, ਦੁਖੀ ਨਹੀਂ ਹੋਏ, ਸਦਾ ਹੀ ਖਿੜੇ ਨੇ, ਭਾਵੇਂ ਛੋਟੇ ਜਿਹੇ ਬੱਚੇ ਨੇ, ਪਰ ਫਿਰ ਵੀ ਮੁਖ ਤੇ ਆਨੰਦ ਹੈ। ਸਰੀਰ ਤੇ ਰੋਗ ਲੱਗਾ, ਇਹ ਕਾਰਨ ਵੀ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ। ਜੇ ਇਹ ਕਾਰਨ ਉਹਨਾਂ ਦੇ ਦੁੱਖ ਦਾ ਹੁੰਦਾ ਤੇ ਇਸ ਕਾਰਨ ਨੇ ਦੁਖੀ ਕਰ ਦੇਣਾ ਸੀ, ਪਰ ਆਪ ਜੀ ਦੁਖੀ ਨਹੀਂ ਹੋਏ। ਫਿਰ ਕੀ ਕਾਰਨ ਹੈ ਦੁੱਖ ਦਾ? ਇਹ ਵੀ ਕਾਰਨ ਦੁੱਖ ਦਾ ਨਹੀਂ ਹੈ। ਫਿਰ ਅਗਲਾ ਜਿਹੜਾ ਬਹਾਨਾ ਲਾਉਂਦੇ, ਤੁਸੀਂ ਇਹਨਾਂ ਚ ਕੋਈ ਵੀ ਚੋਣ ਕਰਕੇ ਦੇਖ ਲਿਓ,
ਆ ਜਿੰਨੇ ਵੀ ਮੇਰੇ ਭੈਣ ਭਰਾ, ਜਿਹੜੇ ਵੀ ਨੌਜਵਾਨ ਜਾਂ ਜਿਹੜੇ ਵੀ ਵੱਡੇ ਸੁਣ ਰਹੇ ਨੇ, ਤੁਸੀਂ ਪੜਚੋਲ ਕਰਕੇ ਦੇਖ ਲਿਓ ਵੀ ਅਸੀਂ ਜਦੋਂ ਦੂਜਿਆਂ ਨੂੰ ਦੱਸਦੇ ਹਾਂ ਜੀ ਮੈਂ ਜਾਂ ਤਾਂ ਡਿਪਰੈਸ਼ਨ ਦੇ ਵਿੱਚ ਆਇਆ ਕਿ ਮੇਰੇ ਨਾਲ ਆਹ ਕਾਰਨ ਵਰਤ ਗਿਆ, ਕਿ ਇਹਨਾਂ ਕਾਰਨਾਂ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਦਾ ਬਾਹਰ ਹੋਏਗਾ ਕੋਈ ਕਾਰਨ। ਇਹਨਾਂ ਕਾਰਨਾਂ ਕਰਕੇ ਹੀ ਅਸੀਂ ਦੁਖੀ ਹੁੰਦੇ ਆ ਨਾ। ਫਿਰ ਅਗਲਾ ਜਿਹੜਾ ਕਾਰਨ ਅਸੀਂ ਦੱਸਦੇ ਆ ਉਹ ਇਹ, ਔਰ ਇਹ ਸ਼ਾਇਦ ਮੈਨੂੰ ਲੱਗਦਾ ਅੱਜ ਦੀ ਡੇਟ ਦੇ ਵਿੱਚ ਬੜੇ ਲੋਕ ਕਾਰਨ ਦੱਸ ਰਹੇ ਨੇ। ਮੰਨ ਲਓ ਆਪਣੇ ਕਿਸੇ ਦੋਸਤ ਵਾਸਤੇ ਜਾਂ ਕਿਸੇ ਵਾਸਤੇ ਇੱਕ ਬੰਦੇ ਨੇ ਬੜਾ ਕੁਝ ਕੀਤਾ ਹੋਵੇ, ਇੰਨਾ ਕੁਝ ਕੀਤਾ ਹੋਵੇ ਵੀ ਉਹਨੇ ਆਪਣਾ ਵੀ ਨੁਕਸਾਨ ਕਰਾ ਲਿਆ ਹੋਵੇ ਉਹਦਾ ਭਲਾ ਕਰਨ ਵਾਸਤੇ, ਪਰ ਜਿਹਦਾ ਭਲਾ ਕੀਤਾ, ਜਿਹਦੇ ਲਈ ਸਭ ਕੁਝ ਕੀਤਾ, ਉਹ ਬੰਦਾ ਹੀ ਅੱਗੋਂ ਧੋਖਾ ਦੇ ਦੇਵੇ, ਉਹ ਬੰਦਾ ਹੀ ਅੱਗੋਂ ਬੇਕਦਰੀ ਕਰ ਦੇਵੇ, ਕਦਰ ਹੀ ਨਾ ਜਾਣੇ। ਤੇ ਅਕਸਰ ਲੋਕ ਕਹਿ ਉੱਠਦੇ ਨੇ ਜੀ ਮੈਂ ਤਾਂ ਬਹੁਤ ਦੁਖੀ ਆ। ਕਿਉਂ? ਕਿਉਂਕਿ ਜਿਹੜੇ ਬੰਦੇ ਲਈ ਮੈਂ ਸਭ ਕੁਝ ਕੀਤਾ ਉਹਨੇ ਹੀ ਧੋਖਾ ਦੇ ਦਿੱਤਾ। ਚਲੋ ਹੋਰ ਕਿਸੇ ਨੇ ਧੋਖਾ ਦੇਣਾ ਸੀ, ਬਗਾਨੇ ਧੋਖਾ ਦਿੰਦੇ, ਮੈਂ ਦੁਖੀ ਨਾ ਹੁੰਦਾ। ਜਿਹਦੇ ਲਈ ਮੈਂ ਇੰਨਾ ਕੁਝ ਕੀਤਾ, ਮੇਰੇ ਆਪਣੇ ਨੇ ਮੈਨੂੰ ਧੋਖਾ ਦੇ ਦਿੱਤਾ, ਮੈਂ ਬੜਾ ਦੁਖੀ ਆ। ਇਹ ਕਾਰਨ ਦੁੱਖ ਦਾ ਦੱਸਦੇ ਆ। ਪਰ ਸੋਚ ਕੇ ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਉਹਨਾਂ ਦੇ ਪਿਤਾ ਜੀ ਸਾਡੇ 9ਵੇਂ ਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦੇ ਜਨੇਊ ਬਚਾਉਣ ਵਾਸਤੇ, ਔਰ ਇੱਥੋਂ ਤੱਕ ਉਹਨਾਂ ਦੇ ਹੀ ਵੱਡੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਬਚਾਉਣ ਵਾਸਤੇ, ਜਿਨ੍ਹਾਂ ਨੂੰ ਰਿਹਾ ਕਰਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੰਨਾ ਉੱਦਮ ਕੀਤਾ, ਜਿਨ੍ਹਾਂ ਨੂੰ ਬਚਾਉਣ ਵਾਸਤੇ, ਜਿਨ੍ਹਾਂ ਦਾ ਜਨੇਊ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਵੀ ਦੇ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਭ ਕੁਝ ਵਾਰ ਦਿੱਤਾ। ਉਹੀ ਲੋਕ ਤੁਸੀਂ ਦੇਖੋ ਚਮਕੌਰ ਦੀ ਗੜੀ ਨੂੰ ਮੁਗਲਾਂ ਦੇ ਨਾਲ ਰਲ ਕੇ ਘੇਰਾ ਪਾ ਬੈਠੇ ਨੇ। ਆਨੰਦਪੁਰ ਵੀ ਘੇਰਾ ਪਾਇਆ ਉਹਨਾਂ ਨੇ ਮੁਗਲਾਂ ਦੇ ਨਾਲ ਰਲ ਕੇ। ਹੁਣ ਜਿਨ੍ਹਾਂ ਲਈ ਇੰਨਾ ਕੁਝ ਕੀਤਾ, ਆਪਣਾ ਪਿਤਾ ਵਾਰ ਦਿੱਤਾ ਹੋਵੇ, ਇੰਨਾ ਕੁਝ ਕਰ ਦਿੱਤਾ ਹੋਵੇ, ਤੇ ਉਹ ਲੋਕ ਹੁਣ ਘੇਰਾ ਪਾ ਕੇ ਬੈਠ ਗਏ ਹੋਣ ਤੇ ਕਹਿ ਰਹੇ ਹੁਣ ਵੀ ਆਨੰਦਪੁਰ ਛੱਡ ਕੇ ਚਲੇ ਜਾਓ। ਤੇ ਜੇ ਛੱਡਿਆ ਵੀ, ਉੱਥੇ ਵੀ ਉਹਨਾਂ ਨੇ ਧੋਖਾ ਦਿੱਤਾ, ਉਹ ਕਸਮਾਂ ਤੋਂ ਮੁੱਕਰ ਗਏ, ਫਿਰ ਵੀ ਪਿੱਛੇ ਚੜ ਕੇ ਆ ਗਏ। ਜਿਨ੍ਹਾਂ ਦੇ ਵਾਸਤੇ ਸਭ ਕੁਝ ਕੀਤਾ, ਉਹਨਾਂ ਦੇ ਕਰਕੇ ਮੇਰੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਹੁਣ ਦੇਖੋ, ਜਿਸ ਗੰਗੂ ਬ੍ਰਾਹਮਣ ਨੂੰ ਰੋਟੀ ਤੇ ਕੀਤਾ ਮੇਰੇ ਸਤਿਗੁਰੂ ਨੇ, ਜਿਹਨੂੰ ਰੋਟੀ ਤੇ ਕੀਤਾ, ਉਹੀ ਬੰਦਾ ਆਪ ਜੀ ਦੇ ਛੋਟੇ ਫਰਜ਼ੰਦਾਂ ਲਈ, ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦਾ ਕਾਰਨ ਬਣਿਆ, ਉਹਨਾਂ ਦੀ ਸ਼ਹੀਦੀ ਦਾ ਕਾਰਨ ਬਣਿਆ। ਜਿਨ੍ਹਾਂ ਦੇ ਵਾਸਤੇ ਸਭ ਕੁਝ ਕੀਤਾ ਹੋਵੇ, ਉਹ ਪਹਾੜੀ ਰਾਜੇ ਵਿਰੋਧ ਵਿੱਚ ਖੜ ਜਾਣ ਤੇ ਆਪਾਂ ਕਹੀਏ ਵੀ ਇਹ ਕਾਰਨ ਹੈ ਦੁੱਖ ਦਾ। ਪਰ ਸੋਚ ਕੇ ਦੇਖੋ ਕਿ ਇਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਕਦੀ ਅਸੀਂ ਦੁੱਖ ਦੇਖਿਆ? ਖਿੜੇ ਨੇ, ਆਨੰਦ ਦੇ ਵਿੱਚ ਨੇ। ਮੈਨੂੰ ਅਕਸਰ ਅੱਲਾ ਯਾਰ ਖਾਂ ਦੇ ਕੁਝ ਪੰਕਤੀਆਂ ਯਾਦ ਆ ਜਾਂਦੀਆਂ ਨੇ। ਚਮਕੌਰ ਨੂੰ ਘੇਰਾ ਪਾਇਆ ਤੇ ਉਹਨਾਂ ਨੇ ਪਾਇਆ ਜਿਹਦੇ ਲਈ ਸਭ ਕੁਝ ਕੀਤਾ। ਉਹਨਾਂ ਦੀ ਬੇਟੀ ਚੱਕੀ ਜਾਵੇ ਤੇ ਸਤਿਗੁਰੂ ਜੀ ਬਾਬਾ ਅਜੀਤ ਸਿੰਘ ਨੂੰ ਭੇਜਦੇ ਸੀ ਬੇਟੀ ਨੂੰ ਬਚਾਉਣ ਵਾਸਤੇ। ਅੱਜ ਉਹ ਮੁਗਲਾਂ ਦੇ ਨਾਲ ਰਲ ਕੇ ਘੇਰਾ ਪਾਏ ਬੈਠੇ ਨੇ। ਤੇ ਅੱਲਾ ਯਾਰ ਖਾਂ ਲਿਖਦਾ ਹੈ, ਲੇਟ ਗਏ ਕੁਝ ਖਾਕ ਭੇਜੀ ਪੋਸ਼ बिछा कर, पहरा लगे देने कई तलवार उठाकर, गोविंद भी शाबबास हुए खेमे में जाकर, देखा तो वहां बैठे हैं गर्दन को झुकाकर, वाहिगुरु 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 है मुंह से निकलता है, तू ही तू मुंह से निकलता। जब 1.5 घड़ी रात गुजरी जिक्रे खुदा में, खेमे से निकल आए सरकार हवा में, कदमों से टहलते थे मगर दिल था दुआ में, बोले ऐ खुदावंद खुश हूं तेरी रजा में। आप पंक्ति ते ध्यान दियो, खुश हूं तेरी रजा में। धोखा हो गया है पर फिर भी कहते मैं तो खुश हाँ जी, मैनू तो कोई फर्क ही नहीं पिया। जे ਇਹ ਕਾਰਨ ਦੁੱਖ ਦਾ ਹੁੰਦਾ ਤਾਂ ਇਸ ਕਾਰਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਖੀ ਕਰ ਦੇਣਾ ਸੀ, ਪਰ ਦੁਖੀ ਨਹੀਂ ਹੋਏ। ਫਿਰ ਚਲੋ ਇਸ ਤੋਂ ਅੱਗੇ ਚੱਲੀਏ। ਕਿਸੇ ਦੇ ਆਪਣੇ ਪਰਿਵਾਰ ਦੇ ਵਿੱਚੋਂ ਕੋਈ ਜੀ ਚਲਾਣਾ ਕਰ ਜਾਵੇ ਨਾ, ਰੋ ਉੱਠਦਾ ਹੈ। ਮਾਂ ਦਾ ਪੁੱਤ ਚਲਾਣਾ ਕਰ ਜਾਵੇ ਨਾ, ਮਾਂ ਨੂੰ ਪੁੱਛ ਕੇ ਦੇਖੋ ਕੀ ਬੀਤਦੀ ਆ। ਪੁੱਛੀਏ ਮਾਂ ਦੁਖੀ ਕਿਉਂ ਏ, ਰੋ ਕਿਉਂ ਰਹੀ ਏ, ਤੇ ਕਹੇਗੀ ਵੀ ਤੂੰ ਮੈਨੂੰ ਦੁੱਖ ਦਾ ਕਾਰਨ ਪੁੱਛਦਾ, ਮੇਰਾ ਜਵਾਨ ਪੁੱਤ ਚਲਾਣਾ ਕਰ ਗਿਆ ਤੇ ਹਜੇ ਵੀ ਪੁੱਛਦਾ ਮੈਂ ਦੁਖੀ ਕੌਣ ਆ। ਤੇ ਲੈ ਕੇ ਚੱਲੋ ਸੁਰਤ ਉਸ ਮੀਰ ਮੰਨੂ ਦੀ ਕਚਹਿਰੀ ਦੇ ਵਿੱਚ। ਹੈ ਤਾਂ ਉਹ ਵੀ ਮਾਵਾਂ ਹੀ ਨੇ ਨਾ, ਮਾਵਾਂ ਨੇ ਬੈਠੀਆਂ ਨੇ, ਹਰ ਤਸੀਹੇ ਦਿੱਤੇ ਮੀਰ ਮੰਨੂ ਵੱਲੋਂ, ਪਰ ਚਿਹਰੇ ਤੇ ਖੇੜਾ ਹੀ ਰਿਹਾ, ਦੁੱਖ ਨਹੀਂ ਆਇਆ। ਤੇ ਉਸ ਮੀਰ ਮੰਨੂ ਨੇ ਆਖਰ ਕੀ ਕੀਤਾ, ਕੁੱਛੜ ਬੱਚਿਆਂ ਨੂੰ, ਕੁੱਛੜ ਚੱਕੇ ਬੱਚਿਆਂ ਨੂੰ ਖੋ ਕੇ, ਉਹਨਾਂ ਦੇ ਟੋਟੇ ਟੋਟੇ ਕਰਕੇ, ਉਹਨਾਂ ਦੀ ਆਂਦਰਾਂ ਕੱਢ ਕੇ ਮਾਵਾਂ ਦੇ ਗਲਾਂ 'ਚ ਹਾਰ ਪਰੋ ਕੇ ਪਾਏ ਗਏ। ਉਹਨਾਂ ਮਾਵਾਂ ਦੇ ਜਿਹੜੇ ਸਾਰੇ ਕੱਪੜੇ ਖੂਨ ਦੇ ਨਾਲ ਲੱਤ-ਪੱਤ ਹੋ ਗਏ।
ਤੇ ਇੱਕ ਜਸੂਸ ਬੈਠਾ ਹੈ ਇਹ ਦੇਖਣ ਲਈ ਕਿ ਇਸ ਮਾਵਾਂ ਤੇ ਹਰ ਤਸੀਹਾ ਦਿੱਤਾ, ਇਹ ਮਾਵਾਂ ਦੁਖੀ ਨਹੀਂ ਹੋ ਸਕੀਆਂ, ਇਹਨਾਂ ਦਾ ਆਨੰਦ ਨਹੀਂ ਗਵਾਚਿਆ। ਅੱਜ ਤਾਂ ਇਹਨਾਂ ਦੇ ਪੁੱਤਰਾਂ ਦੇ ਟੋਟੇ ਨੇ ਤੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋਏ ਨੇ ਤੇ ਪੁੱਤਰਾਂ ਦੇ ਟੋਟੇ ਇਹਨਾਂ ਦੇ ਗਲਾਂ 'ਚ ਲਟਕ ਰਹੇ ਨੇ। ਅੱਜ ਤਾਂ ਕੋਈ ਮਾਂ ਕੁਰਲਾਏਗੀ, ਅੱਜ ਤਾਂ ਇਹਨਾਂ ਦੇ ਅੱਖਾਂ 'ਚੋਂ ਹੰਝੂ ਜ਼ਰੂਰ ਆਉਣਗੇ, ਪਰ ਦੁਨੀਆ ਹੈਰਾਨ ਰਹਿ ਗਈ। ਅੱਜ ਉਹਨਾਂ ਹੀ ਮਾਵਾਂ ਦੇ ਵਿੱਚੋਂ ਇੱਕ ਮਾਂ ਰਹਿਰਾਸ ਸਾਹਿਬ ਤੋਂ ਬਾਅਦ ਉੱਠ ਕੇ ਅਰਦਾਸ ਕਰ ਰਹੀ ਏ, ਮੇਰੇ ਸਤਿਗੁਰੂ, ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਭਾਣੇ ਦੇ ਅੰਦਰ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਕਿਰਪਾ ਕਰੀ 4 ਪਹਿਰ ਰਹਿਣ ਆਈ ਹੈ, ਇਹ ਵੀ ਸੁੱਖਾਂ ਦੀ ਬਤੀਤ ਹੋਈ। ਜਿਹੜੇ ਦਿਨ ਪੁੱਤਰਾਂ ਦੇ ਟੋਟੇ ਹੋਏ ਹੋਣ, ਜਿਹੜੇ ਦਿਨ ਆਪਣੇ ਹੀ ਪੁੱਤਰਾਂ ਦੇ ਖੂਨ ਦੇ ਨਾਲ ਕੱਪੜੇ ਲੱਥਪੱਥ ਹੋ ਗਏ ਹੋਣ, ਜਿਹੜੇ ਦਿਨ ਪੁੱਤਰਾਂ ਦੇ ਟੋਟੇ ਕਰ ਕਰਕੇ ਆਪਣੇ ਗਲਾਂ 'ਚ ਪਵਾਏ ਹੋਣ, ਉਸ ਦਿਨ ਨੂੰ ਵੀ ਕਹਿ ਰਹੇ ਹੋਣ ਕਿ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ, ਫਿਰ ਕਿਹੜਾ ਕਾਰਨ ਹੈ ਜਿਹੜਾ ਬੰਦੇ ਨੂੰ ਦੁਖੀ ਕਰ ਸਕੇ? ਪੁੱਤਰਾਂ ਦੇ ਟੋਟੇ ਵੀ ਉਹਨਾਂ ਮਾਵਾਂ ਨੂੰ ਦੁਖੀ ਨਹੀਂ ਕਰ ਸਕੇ, ਫਿਰ ਕਾਰਨ ਕੀ ਹੈ ਦੁੱਖ ਦਾ? ਮਾਧਵੇ ਕਿਆ ਕਹੀ ਹੈ ਭਰਮ ਐਸਾ। ਫਿਰ ਇੱਕ ਆਖਰੀ ਕਾਰਨ ਕਰਕੇ ਮੈਂ ਇਹਦੇ ਸੋਲੂਸ਼ਨ ਤੇ ਆਵਾਂਗਾ, ਕਿਉਂਕਿ ਸਮਾਂ ਸਮਾਪਤੀ ਵਾਲੇ, ਇਹਦਾ ਸੋਲੂਸ਼ਨ ਆਪਾਂ ਦੇਖਾਂਗੇ ਕਿ ਫਿਰ ਦੁੱਖ ਦਾ ਕਾਰਨ ਕੀ ਹੈ ਤੇ ਆਨੰਦ ਕਿਵੇਂ ਮਿਲੇਗਾ। ਇੱਕ ਆਖਰੀ ਕਾਰਨ, ਚਲੋ ਸਭ ਕੁਝ ਹੋ ਗੁਜ਼ਰੇ, ਜੇ ਬੰਦੇ ਨੂੰ ਖੁਦ ਨੂੰ ਕੋਈ ਮਰਾਉਣ ਦੀ ਕੋਸ਼ਿਸ਼ ਕਰੇ, ਮਾਰਨ ਦੀ ਕੋਸ਼ਿਸ਼ ਕਰੇ, ਬੰਦਾ ਤਾਂ ਦੁਖੀ ਹੋ ਉੱਠਦਾ ਹੈ। ਮੰਨ ਲਓ ਮੈਨੂੰ ਕੋਈ ਮਾਰਨ ਦਾ ਯਤਨ ਕਰੇ ਨਾ, ਬੰਦਾ ਕੁਰਲਾ ਉੱਠਦਾ ਹੈ, ਕੋਈ ਤੈਸ਼ ਵਿੱਚ ਆ ਜਾਂਦਾ, ਕੋਈ ਰੋ ਉੱਠਦਾ, ਕੋਈ ਪਤਾ ਨਹੀਂ ਕੀ ਕੁਝ ਕਰਨ ਲੱਗ ਪੈਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਿਹੜਾ ਤਸੀਹਾ ਹੈ ਜਿਹੜਾ ਦਿੱਤਾ ਨਹੀਂ ਗਿਆ? ਤੱਤੀ ਤਵੀ ਤੇ ਬੈਠੇ ਨੇ, ਹਰ ਤਸੀਹਾ ਦਿੱਤਾ। ਤੇ ਸਤਬੀਰ ਸਿੰਘ ਲਿਖਦੇ ਨੇ, ਮੈਂ ਦੇਖੋ ਆਪਣੀ ਸੌਖੀ ਭਾਸ਼ਾ ਦੇ ਵਿੱਚ, ਦੇਖੋ ਉਸ ਵਕਤ ਕਿਹੜਾ ਬੰਦਾ ਸੈਡ ਨਹੀਂ ਸੀ, ਕਿਹੜਾ ਬੰਦਾ ਦੁਖੀ ਨਹੀਂ ਸੀ? ਪ੍ਰਿਥੀ ਚੰਦ ਦੁਖੀ ਏ, ਚੰਦੂ ਦੁਖੀ ਏ ਵੀ ਮੇਰੀ ਧੀ ਦਾ ਰਿਸ਼ਤਾ ਮੋੜ ਦਿੱਤਾ, ਜਹਾਂਗੀਰ ਦੁਖੀ ਏ, ਸੁਲਹੀ ਖਾਂ ਦੁਖੀ ਏ, ਸੁਲਭੀ ਦੁਖੀ ਏ, ਕਰਮੋਂ ਦੁਖੀ ਏ, ਹਰ ਕੋਈ ਬੰਦਾ ਦੁਖੀ ਏ। ਉਹ ਸਹੂਲਤਾਂ 'ਚ ਬੈਠ ਕੇ ਦੁਖੀ ਨੇ। ਜਹਾਂਗੀਰ ਤਖਤਾਂ ਤੇ ਬੈਠਾ ਤਾਂ ਦੁਖੀ ਹੈ, ਉਹਦੇ ਸੀਸ ਤੇ ਚੌਰ ਹੋ ਰਿਹਾ ਉਹ ਤਾਂ ਦੁਖੀ ਏ। ਇੱਕ ਤਖਤਾਂ ਤੇ ਬੈਠ ਕੇ ਵੀ ਦੁਖੀ ਏ ਤੇ ਇੱਕ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਆਨੰਦ ਦੇ ਵਿੱਚ। ਇੱਕ ਤੱਤੀ ਤਵੀ ਤੇ ਬੈਠਾ ਹੈ, ਉਹਦੇ ਚਿਹਰੇ ਤੇ ਖੇੜਾ ਹੈ, ਤੇ ਇੱਕ ਤਖਤਾਂ ਤੇ ਬੈਠਾ ਉਹਦੇ ਚਿਹਰੇ ਤੇ ਉਦਾਸੀ ਹੈ। ਕਮਾਲ ਹੋ ਗਈ। ਕੀ ਕਾਰਨ ਹੈ ਦੁੱਖ ਦਾ? ਤਖਤਾਂ ਤੇ ਬੈਠ ਕੇ ਵੀ ਕੋਈ ਦੁਖੀ ਹੈ ਤੇ ਕਿਸੇ ਨੂੰ ਤਸੀਹੇ ਦਿੱਤੇ ਜਾ ਰਹੇ ਨੇ, ਇੰਨੇ ਤਸੀਹੇ ਕਿ ਉਹਨਾਂ ਦਾ ਮਾਸ ਹੱਡੀਆਂ ਤੋਂ ਵੱਖ ਹੋ ਗਿਆ, ਪਰ ਫਿਰ ਵੀ ਚਿਹਰੇ ਤੇ ਆਨੰਦ ਹੈ, ਫਿਰ ਵੀ ਚਿਹਰੇ ਤੇ ਖੇੜਾ ਹੈ। ਫਿਰ ਕੀ ਕਾਰਨ ਹੈ ਸਾਡੇ ਦੁੱਖ? ਹੁਣ ਐਨਾਲਾਈਜ਼ ਕਰ ਲਿਓ ਵੀ ਅਸੀਂ ਕਿਹੜਾ ਕਾਰਨ ਦੱਸਦੇ ਹਾਂ ਸਾਡੇ ਦੁੱਖ, ਕੀ ਕਾਰਨ ਹੈ ਦੁੱਖ ਦਾ? ਆਓ ਹੁਣ ਗੁਰੂ ਸਾਹਿਬ ਤੋਂ ਪੁੱਛੀਏ, ਮਹਾਰਾਜ ਲੋਕ ਇਹ ਦੱਸਦੇ ਨੇ ਵੀ ਦੁੱਖ ਦਾ ਕਾਰਨ ਇਹ ਹੈ, ਤੁਸੀਂ ਦੱਸੋ ਦੁੱਖ ਦਾ ਕਾਰਨ ਕੀ ਹੈ? ਕਿਹੜਾ ਕਾਰਨ ਅਸੀਂ ਐਲੀਮੀਨੇਟ ਕਰੀਏ, ਦੂਰ ਕਰੀਏ ਕਿ ਜਿਹਦੇ ਨਾਲ ਸਾਨੂੰ ਸੁੱਖ ਮਿਲੇ? ਤੇ ਇਹ ਬਚਨ ਨਾ ਅਸੀਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੇ ਵਿੱਚ। ਆਓ ਸਾਰੇ ਨਾਲ ਬੋਲੀਏ। ਬਚਨ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖ ਕੱਟੇ। ਕਿਲ ਵੇਖ ਨੇ ਸਾਡੇ ਦੁੱਖ ਦਾ ਕਾਰਨ, ਤੇ ਮਹਾਰਾਜ ਕਹਿੰਦੇ ਕਰ ਕਿਰਪਾ ਕਿਲ ਵੇਖ ਕੱਟੇ, ਦੂਰ ਕਰ ਦਿੱਤੇ। ਇਹ ਕਾਰਨ ਐਲੀਮੀਨੇਟ ਹੋ ਗਿਆ। ਕਰ ਕਿਰਪਾ ਕਿਲ ਵੇਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ। ਇਹ ਹੈ ਦੁੱਖ ਦਾ ਅਸਲੀ ਕਾਰਨ, ਮੋਹ। ਤੇ ਮਹਾਰਾਜ ਕਹਿੰਦੇ ਇਹ ਕਾਰਨ ਐਲੀਮੀਨੇਟ ਕਰ ਦੋ, ਅੰਦਰੋਂ ਜਿਨਕਾ ਮੋਹ ਟੁੱਟਾ। ਜਿਹਦੇ ਅੰਦਰੋਂ ਇਹ ਕਾਰਨ ਐਲੀਮੀਨੇਟ ਹੋਏਗਾ ਨਾ, ਉਹੀ ਆਨੰਦ ਵਿੱਚ ਆਵੇਗਾ। ਤਾਂ ਹੀ ਅਗਲੀ ਪੰਕਤੀ ਕਹੀ, ਕਹੇ ਨਾਨਕ ਇਹੋ ਆਨੰਦ ਹੈ। ਇਹ ਹੈ ਆਨੰਦ। ਜੀਵਨ ਦਾ ਸਬਰ ਜਾਣਾ ਆਨੰਦ ਹੈ, ਅੰਦਰੋਂ ਮੋਹ ਦਾ ਕੱਟੇ ਜਾਣਾ ਆਨੰਦ ਹੈ, ਅੰਦਰੋਂ ਕਿਲਵਿਖਾਂ ਦਾ ਕੱਟੇ ਜਾਣਾ ਆਨੰਦ ਹੈ। ਜਿਹਦੀ ਜ਼ਿੰਦਗੀ ਦੇ ਵਿੱਚ ਇੱਕ ਵੀ ਪਾਪ ਹੈ, ਆਨੰਦ ਨਾਮ ਦੀ ਚੀਜ਼ ਭੁੱਲ ਜਾਓ। ਜਿਹਦੇ ਅੰਦਰ ਮੋਹ ਹੈ, ਆਨੰਦ ਭੁੱਲ ਜਾਓ। ਇਹ ਕਾਰਨ ਐਲੀਮੀਨੇਟ ਕਰਾਂਗੇ ਤੇ ਖੁਸ਼ੀ ਮਿਲੇਗੀ, ਆਨੰਦ ਮਿਲੇਗਾ, ਚੜ੍ਹਦੀ ਕਲਾ ਆਵੇਗੀ। ਹੁਣ ਦੇਖੋ ਇਹ ਕਾਰਨ ਕਿਵੇਂ ਹੈ। ਪਹਿਲਾਂ ਤਾਂ ਮੈਂ ਇੱਕ ਮਿੰਟ ਲਾ ਕੇ ਇਹ ਵੀ ਕਲੀਅਰ ਕਰਦੇ ਆ ਵੀ ਇੱਥੇ ਬਾਕੀ ਸਾਰੇ ਵਿਕਾਰਾਂ ਨੂੰ ਡਿਟੇਲ ਨਾਲ ਕਿਉਂ ਨਹੀਂ ਕਿਹਾ, ਇਕੱਲੇ ਮੋਹ ਨੂੰ ਡਿਟੇਲ ਨਾਲ ਕਿਉਂ ਕਿਹਾ? ਕਿਉਂਕਿ ਇਹ ਗੱਲ ਯਾਦ ਰੱਖਿਓ, ਮੋਹ ਇੱਕ ਐਸਾ ਵਿਕਾਰ ਹੈ, ਇੱਕ ਐਸਾ ਐਬ ਹੈ ਜਿਹੜਾ ਵਿਕਾਰ ਬਾਕੀ ਵਿਕਾਰਾਂ ਦੇ ਵਿੱਚ ਲਾਈਟਲੀ ਵਰਤ ਰਿਹਾ, ਸੂਖਮ ਤੌਰ ਤੇ ਵਰਤ ਰਿਹਾ। ਸੌਖੀ ਭਾਸ਼ਾ ਚ ਕਹਿ ਲਈਏ ਲਾਈਟਲੀ ਇਹ ਹਰ ਵਿਕਾਰ ਚ ਵਰਤ ਰਿਹਾ। ਫੋਰ ਐਗਜ਼ਾਮਪਲ, ਮੰਨ ਲਓ ਕਿਸੇ ਦੇ ਅੰਦਰ ਲੋਭ ਹੈ। ਲੋਭ ਕਿਵੇਂ ਪੈਦਾ ਹੋਇਆ? ਬੰਦੇ ਨੂੰ ਪੈਸੇ ਦੇ ਨਾਲ ਬੜਾ ਮੋਹ ਪੈ ਗਿਆ, ਪਦਾਰਥਾਂ ਨਾਲ ਮੋਹ ਪੈ ਗਿਆ। ਇੰਨਾ ਮੋਹ ਪੈ ਗਿਆ, ਪਦਾਰਥ ਜਿੰਨੇ ਮਰਜ਼ੀ ਆਈ ਜਾਣੇ ਹੋਰ ਭਾਲਦਾ। ਥੋੜੇ 100 ਰੁਪਇਆ ਮਿਲ ਗਿਆ 150 ਭਾਲਦਾ, 150 ਮਿਲ ਗਿਆ 200 ਭਾਲਦਾ, ਹਜ਼ਾਰਾਂ ਮਿਲ ਗਏ ਲੱਖਾਂ ਭਾਲਦਾ। ਪੈਸੇ ਨਾਲ ਮੋਹ ਇੰਨਾ ਪੈ ਗਿਆ
ਕਿ ਹੁਣ ਲੋਭ ਦਾ ਵੀ ਜਨਮ ਹੋ ਗਿਆ, ਹੋਰ ਭਾਲੀ ਜਾ ਰਿਹਾ, ਹੋਰ ਭਾਲੀ ਜਾ ਰਿਹਾ। ਫਿਰ ਇਹਨੂੰ ਆਪਣੀ ਸੋਭਾ ਨਾਲ ਮੋਹ ਪੈ ਗਿਆ, ਇੰਨਾ ਮੋਹ ਕਿ ਕਿਸੇ ਨੇ ਇਹਨੂੰ ਕਬੂਲ ਬੋਲਤਾ ਨਾ ਤੇ ਇਹਦੀ ਹਉਮੈ ਨੂੰ ਸੱਟ ਵੱਜਦੀ। ਇਹਨੂੰ ਹੀ ਕਹਿੰਦੇ ਨਾ ਹਉਮੈ ਨੂੰ ਸੱਟ ਵੱਜਣਾ, ਵੀ ਮੈਂ ਤਾਂ ਬੜਾ ਚੰਗਾ ਬੰਦਾ ਸੀ, ਉਹਨੇ ਮੈਨੂੰ ਮਾੜਾ ਕਿਉਂ ਕਿਹਾ। ਇਹਨੂੰ ਕਹਿੰਦੇ ਹਉਮੈ ਨੂੰ ਸੱਟ ਵੱਜਣਾ। ਪਰ ਇਹ ਹਉਮੈ ਕਿਉਂ ਪ੍ਰਬਲ ਹੋਈ? ਕਿਉਂਕਿ ਆਪਣੀ ਸੋਭਾ ਨਾਲ ਮੋਹ ਸੀ। ਪਰਾਈ ਇਸਤਰੀ ਦੇ ਨਾਲ, ਉਹਦੇ ਸਰੀਰ ਦੇ ਨਾਲ ਮੋਹ ਪੈ ਗਿਆ, ਸਰੀਰਕ ਨੈਣ ਨਕਸ਼ਾ ਨਾਲ ਮੋਹ ਪੈ ਗਿਆ ਤੇ ਕਾਮ ਦਾ ਜਨਮ ਹੋ ਜਾਂਦਾ। ਫਿਰ ਕਿਸੇ ਚੀਜ਼ ਨਾਲ ਮੋਹ ਸੀ ਤੇ ਕਿਸੇ ਬੰਦੇ ਨੇ ਅਨਐਕਸਪੈਕਟਡ ਗੱਲ ਕਰਤੀ ਤੇ ਬੰਦੇ ਨੂੰ ਕ੍ਰੋਧ ਆ ਜਾਂਦਾ ਹੈ। ਤਾਂ ਮੋਹ ਲਾਈਟਲੀ ਤੌਰ ਤੇ ਹਰ ਵਕਾਰ 'ਚ ਵਰਤ ਰਿਹਾ ਹੈ। ਇਸ ਕਰਕੇ ਮੋਹ ਸਾਡੇ ਦੁੱਖ ਦਾ ਕਾਰਨ ਹੈ। ਹੁਣ ਤੁਸੀਂ ਦੇਖੋ, ਜਿਨ੍ਹਾਂ ਨੂੰ ਆਪਣੀ ਸੋਭਾ ਦੇ ਨਾਲ ਮੋਹ ਹੈ, ਉਹਨੂੰ ਕੋਈ ਕਬੂਲ ਬੋਲ ਦੇਵੇ, ਨਿੰਦਿਆ ਕਰ ਦੇਵੇ, ਉਹ ਦੁਖੀ ਹੋਵੇਗਾ। ਤਾਂ ਦੁਖੀ ਹੋਵੇਗਾ ਕਿਉਂਕਿ ਮੋਹ ਸੀ ਸੋਭਾ ਨਾਲ, ਤਾਂ ਕਿਸੇ ਨੇ ਕਬੂਲ ਬੋਲੇ ਤੇ ਦੁਖੀ ਹੋਇਆ। ਅਸਲੀ ਕਾਰਨ ਮੋਹ ਹੈ। ਗੁਰੂ ਨਾਨਕ ਸਾਹਿਬ ਅੰਦਰ ਮੋਹ ਨਹੀਂ ਸੀ ਹੈਗਾ ਆਪਣੀ ਸੋਭਾ ਦਾ, ਤਾਂ ਹੀ ਤਾਂ ਕੋਈ ਕਬੂਲ ਵੀ ਬੋਲ ਰਿਹਾ ਤਾਂ ਵੀ ਉਹਨਾਂ ਨੂੰ ਦੁੱਖ ਨਹੀਂ ਹੋਇਆ, ਤਾਂ ਵੀ ਆਨੰਦ ਵਿੱਚ ਨੇ, ਕਿਉਂਕਿ ਉਹਨਾਂ ਨੂੰ ਮੋਹ ਨਹੀਂ ਸੀ ਹੈਗਾ। ਫਿਰ ਅਗਲੀ ਗੱਲ, ਹੁਣ ਦੇਖੋ ਸਾਰੇ ਕਾਰਨਾਂ ਨੂੰ ਆਪਾਂ ਇੱਕ ਇੱਕ ਕਰਕੇ ਸਮਝਦੇ ਹਾਂ। ਫਿਰ ਦੇਖੋ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕੱਢ ਦਿੱਤਾ, ਗੱਦੀ ਤੋਂ, ਤਖਤ ਤੋਂ ਥੱਲੇ ਡੇਗ ਦਿੱਤਾ। ਹੁਣ ਜੇ ਤਾਂ ਤਖਤ ਨਾਲ ਮੋਹ ਹੁੰਦਾ ਤੇ ਦੁੱਖ ਹੋਣਾ ਸੀ, ਮੋਹ ਨਹੀਂ ਹੈ ਤੇ ਤਖਤ ਤੋਂ ਲੱਤ ਮਾਰ ਕੇ ਡੇਗ ਵੀ ਦਿੱਤਾ ਤਾਂ ਵੀ ਆਨੰਦ ਵਿੱਚ ਨੇ। ਹੁਣ ਅਸਲ ਕਾਰਨ ਤਾਂ ਮੋਹ ਹੀ ਹੈ ਨਾ। ਫਿਰ ਕਿਸੇ ਨੂੰ, ਉਸ ਗੁਰੂ ਰਾਮਦਾਸ ਜੀ ਨੂੰ ਆਪਣੇ ਪੁੱਤਰ ਪ੍ਰਿਥੀ ਚੰਦ ਨਾਲ ਮੋਹ ਹੁੰਦਾ। ਮੋਹ ਦਾ ਅਰਥ ਪਤਾ ਕੀ ਹੁੰਦਾ ਹੈ? ਮੋਹ ਦਾ ਅਰਥ ਹੁੰਦਾ ਵੀ ਪਰਮਾਤਮਾ ਨੂੰ ਭੁਲਾ ਕੇ ਪਦਾਰਥ ਨੂੰ ਪਿਆਰ ਕਰ ਲੈਣਾ। ਪਰਮਾਤਮਾ ਨੂੰ ਪਿਆਰ ਨਹੀਂ ਕੀਤਾ, ਕੱਲੇ ਪਦਾਰਥ ਨੂੰ ਹੀ ਮੋਹ ਕੀਤਾ, ਇਹਨੂੰ ਮੋਹ ਕਹਿੰਦੇ ਨੇ। ਤਾਂ ਹੀ ਗੁਰਬਾਣੀ ਦੇ ਵਿੱਚ ਨਾ ਦੁੱਖ ਦੇ ਦੋ ਕਾਰਨ ਦੱਸਦੇ ਨੇ। ਇੱਕ ਹੈ ਮੋਹ ਦਾ ਹੋਣਾ ਦੁੱਖ ਦਾ ਕਾਰਨ ਹੈ, ਇੱਕ ਕਹਿੰਦੇ ਨੇ ਪਰਮਾਤਮਾ ਦਾ ਭੁੱਲ ਜਾਣਾ। ਗੱਲ ਤਾਂ ਇੱਕੋ ਹੀ ਆ ਨਾ। ਪਰਮਾਤਮਾ ਭੁੱਲੇ, ਪਦਾਰਥਾਂ ਨੂੰ ਯਾਦ ਕੀਤਾ ਤੇ ਇਹਨੂੰ ਮੋਹ ਹੀ ਕਹਿੰਦੇ ਨੇ ਨਾ। ਪਰਮਾਤਮਾ ਨੂੰ ਭੁਲਾ ਕੇ ਪਦਾਰਥਾਂ ਦੇ ਵੱਲ ਹੀ ਚਿੱਤ ਜੋੜੀ ਰੱਖਣਾ, ਉਹਦੇ ਨਾਲ ਹੀ ਖਿੱਚ ਵੱਧਦੀ ਰਹਿਣੀ, ਇਹਨੂੰ ਮੋਹ ਕਹਿੰਦੇ ਨੇ। ਗੁਰੂ ਰਾਮਦਾਸ ਨੂੰ ਆਪਣੇ ਪੁੱਤਰ ਨਾਲ ਮੋਹ ਨਹੀਂ ਸੀ, ਤਾਂ ਹੀ ਤਾਂ ਉਹ ਪੁੱਤਰ ਵੀ ਉਹਨਾਂ ਦੇ ਦੁੱਖ ਦਾ ਕਾਰਨ ਨਹੀਂ ਬਣ ਸਕਿਆ। ਜਿਨ੍ਹਾਂ ਦਾ ਮੋਹ ਹੁੰਦਾ ਪੁੱਤਰਾਂ ਨਾਲ ਤੇ ਉਹ ਨਿਕੰਮੇ ਨਿਕਲਣ ਤਾਂ ਦੁਖੀ ਹੁੰਦੇ ਨੇ। ਮੂਲ ਕਾਰਨ ਤਾਂ ਮੋਹ ਹੀ ਹੈ ਨਾ। ਫਿਰ ਗੁਰੂ ਅਰਜਨ ਸਾਹਿਬ ਜੀ ਨੂੰ ਭਰਾ ਨਾਲ ਮੋਹ ਨਹੀਂ ਸੀ, ਤਾਂ ਹੀ ਭਰਾ ਵੀ ਉਹਨਾਂ ਦੇ ਦੁੱਖ ਦਾ ਕਾਰਨ ਨਹੀਂ ਬਣ ਸਕਿਆ। ਜਿਨ੍ਹਾਂ ਨੂੰ ਭਰਾਵਾਂ ਨਾਲ ਮੋਹ ਹੁੰਦਾ ਉਹ ਤਾਂ ਦੁਖੀ ਹੋ ਉੱਠਦੇ ਨੇ ਵੀ ਇਹ ਵਿਰੋਧ ਕਿਉਂ ਕਰ ਰਿਹਾ, ਇਹਨੂੰ ਤਾਂ ਮੈਂ ਮੋਹ ਬਹੁਤ ਕਰਦਾ। ਮੂਲ ਕਾਰਨ ਤਾਂ ਮੋਹ ਹੈ ਨਾ। ਫਿਰ ਸਰੀਰ ਨਾਲ ਮੋਹ ਹੁੰਦਾ ਹੈ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਆਪਣੇ ਸਰੀਰ ਨਾਲ ਮੋਹ ਨਹੀਂ ਸੀ, ਤਾਂ ਹੀ ਤਾਂ ਸਰੀਰ ਨੂੰ ਰੋਗ ਲੱਗਾ ਤਾਂ ਵੀ ਦੁਖੀ ਨਹੀਂ ਹੋਏ। ਜਿਨ੍ਹਾਂ ਨੂੰ ਸਰੀਰ ਨਾਲ ਮੋਹ ਹੁੰਦਾ ਹੈ ਤਾਂ ਹੀ ਉਹ ਕੁਰਲਾ ਉੱਠਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਨ੍ਹਾਂ ਦਾ ਭਲਾ ਕੀਤਾ, ਉਹਨਾਂ ਨਾਲ ਮੋਹ ਨਹੀਂ ਪੈ ਗਿਆ। ਅਸੀਂ ਕੀ ਕਰਦੇ ਹਾਂ, ਜਿਨ੍ਹਾਂ ਦਾ ਭਲਾ ਕਰੀਏ ਨਾ, ਸਾਨੂੰ ਅਸੀਂ ਮੋਹ ਪਾ ਬੈਠਦੇ ਹਾਂ। ਤਾਂ ਕਰਕੇ ਅਸੀਂ ਦੁਖੀ ਹੁੰਦੇ ਆ ਵੀ ਉਹਨੇ ਮੇਰੀ ਬੇਕਦਰੀ ਕਿਉਂ ਕਰਤੀ, ਉਹਨੇ ਮੇਰਾ ਵਿਰੋਧ ਕਿਉਂ ਕਰਤਾ। ਗੁਰੂ ਗੋਬਿੰਦ ਸਿੰਘ ਜੀ ਨੇ, ਉਹਨਾਂ ਨੇ ਕਿਸੇ ਨਾਲ ਮੋਹ ਨਹੀਂ ਕੀਤਾ, ਤਾਂ ਹੀ ਉਹਨਾਂ ਨੂੰ ਕਿਸੇ ਨੇ ਧੋਖਾ ਵੀ ਦਿੱਤਾ ਤਾਂ ਵੀ ਉਹ ਦੁਖੀ ਨਹੀਂ ਹੋ ਸਕੇ। ਉਹਨੂੰ ਮੂਲ ਕਾਰਨ ਤਾਂ ਮੋਹ ਹੀ ਹੈ ਨਾ। ਮਾਵਾਂ ਨੂੰ ਆਪਣੇ ਪੁੱਤਰਾਂ ਦੇ ਨਾਲ ਮੋਹ ਨਹੀਂ ਸੀ, ਤਾਂ ਹੀ ਤਾਂ ਟੋਟੇ ਟੋਟੇ ਦੇਖ ਕੇ ਵੀ ਉਹਨਾਂ ਦਾ ਚਿਹਰਾ ਆਨੰਦ ਨਾਲ ਖਿੜਿਆ ਹੈ। ਤੇ ਜਿਨ੍ਹਾਂ ਦਾ ਮੋਹ ਹੋਵੇ ਉਹ ਪੁੱਤਰਾਂ ਦੀ ਛੋਟੀ ਜਿਹੀ ਚੋਟ ਤੇ ਵੀ ਕੁਰਲਾ ਉੱਠਦੇ ਨੇ। ਮੂਲ ਕਾਰਨ ਤਾਂ ਮੋਹ ਹੀ ਹੈ ਨਾ। ਤਾਂ ਅਸਲ ਦੇ ਵਿੱਚ ਕਾਰਨ ਹੈ ਮੋਹ। ਤੇ ਮਹਾਰਾਜ ਕਹਿੰਦੇ, ਭਾਈ ਜੇ ਦੁੱਖ ਤੋਂ ਬਚਣਾ ਏ ਤਾਂ ਇਸ ਮੋਹ ਨੂੰ ਦੂਰ ਕਰੋ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ। ਜਿਹਦੇ ਅੰਦਰੋਂ ਮੋਹ ਐਲੀਮੀਨੇਟ ਹੋ ਗਿਆ, ਸ਼ਬਦ ਸੱਚੇ ਸਵਾਰਿਆ, ਉਹਦੇ ਬੋਲ ਬਾਲੇ ਸੁਧਰ ਜਾਂਦੇ ਨੇ, ਉਹਦਾ ਜੀਵਨ ਸਵਰ ਜਾਂਦਾ ਹੈ। ਕਹਿ ਨਾਨਕ ਇਹੋ ਆਨੰਦ ਹੈ। ਇਹ ਹੈ ਅਸਲ ਆਨੰਦ। ਮੋਹ ਦਾ ਦੂਰ ਹੋ ਜਾਣਾ ਆਨੰਦ ਹੈ, ਕਿਲਵਿਖਾਂ ਦਾ ਕੱਟੇ ਜਾਣਾ ਆਨੰਦ ਹੈ, ਜੀਵਨ ਦਾ ਸਵਰ ਜਾਣਾ ਆਨੰਦ ਹੈ। ਹੁਣ ਅਸੀਂ ਇਹ ਅਹਿਸਾਸ ਕਰੀਏ ਕਿ ਅਸੀਂ ਆਨੰਦ ਵੱਲ ਵੱਧ ਰਹੇ ਹਾਂ। ਜੇ ਜੀਵਨ ਨੂੰ ਸਵਾਰ ਰਹੇ ਹਾਂ, ਆਨੰਦ ਵੱਲ ਵੱਧ ਰਹੇ ਹਾਂ। ਇੱਥੇ ਨਾ ਮੈਂ ਹੁਣ, ਚਲੋ ਇਹ ਤਾਂ ਡੂੰਘੀਆਂ ਗੱਲਾਂ ਸੀ, ਕਿਉਂਕਿ ਅਸੀਂ ਆਮ ਲੋਕ ਇਹ ਕਹੀਏ ਵੀ ਮੋਹ ਦੂਰ ਕਿਵੇਂ ਹੋਵੇ। ਮੈਂ ਸਿਰਫ 4-5 ਮਿੰਟ ਲੈ ਕੇ ਫਿਰ ਆਪਾਂ ਸਵਾਲਾਂ ਜਵਾਬਾਂ ਤੇ ਆਉਣਾ ਹੈ। ਤੁਸੀਂ ਸਵਾਲ ਕਰ ਸਕਦੇ ਹੋ ਜਿਹੜਾ ਵੀ ਸਵਾਲ ਹੋਇਆ। ਅਸਲ ਦੇ ਵਿੱਚ ਨਾ ਮੋਹ ਦੀਆਂ ਵੀ ਅੱਗੇ ਕੁਝ ਸ਼ਾਖਾਵਾਂ ਨੇ। ਮੋਹ ਦੇ ਵਿੱਚੋਂ ਹੀ ਨਾ ਦੋ ਚੀਜ਼ਾਂ ਪੈਦਾ ਹੁੰਦੀਆਂ ਨੇ। ਇੱਕ ਹੈ ਐਕਸਪੈਕਟੇਸ਼ਨ, ਜਿਹਦੇ ਨਾਲ ਮੋਹ ਹੋਵੇ ਨਾ ਫਿਰ ਉਹਦੇ ਤਾਂ ਨਾਲ ਆਸਾਂ ਵੀ ਵੱਧ ਜਾਂਦੀਆਂ ਨੇ। ਤੇ ਜਿਹਦੇ ਨਾਲ ਮੋਹ ਹੋਵੇ ਨਾ ਫਿਰ ਉਹਦੇ ਔਗਣ ਅਸੀਂ ਐਕਸੈਪਟ ਨਹੀਂ ਕਰਦੇ। ਇਸ ਕਰਕੇ ਜੇ ਦੁੱਖਾਂ ਤੋਂ ਬਚਣਾ ਹੈ, ਜੇ ਅਸੀਂ ਜ਼ਿੰਦਗੀ ਦੇ ਵਿੱਚ ਖੁਸ਼ੀ ਚਾਹੁੰਦੇ ਆ, ਖੁਸ਼ਹਾਲ ਜ਼ਿੰਦਗੀ ਜਿਉਣਾ ਚਾਹੁੰਦੇ ਆ ਨਾ, ਇਹ ਦੋ ਚੀਜ਼ਾਂ ਸਿੱਖ ਲਈਏ। ਇਹ ਮੈਂ ਨਿੱਜ ਤਜਰਬੇ ਤੋਂ ਕਹਿ ਰਿਹਾ। ਹੋ ਸਕਦਾ ਮੈਂ ਵੀ ਇਹਨਾਂ ਚੀਜ਼ਾਂ ਕਰਕੇ ਦੁਖੀ ਹੁੰਦਾ, ਮੈਂ ਨਿੱਜ ਤਜਰਬੇ ਤੋਂ ਕਹਿ ਰਿਹਾ। ਇੱਕ ਚੀਜ਼ ਤਾਂ ਐਕਸਪੈਕਟੇਸ਼ਨਸ ਨੂੰ ਦੂਰ ਕਰ ਦਿਓ, ਕਦੀ ਆਸਾਂ ਨਾ ਰੱਖੋ। ਤਾਂ ਹੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਹੈ, ਆਸਾ ਬੰਦ ਚਲਾਈ ਹੈ,
ਮੋਹੇ ਚੋਟਾਂ ਖਾਏ। ਜਿਹੜਾ ਆਸਾਂ ਦੇ ਵਿੱਚ ਰਹਿੰਦਾ ਹੈ ਨਾ ਜੀ, ਉਹ ਮੂੰਹ ਤੇ ਚੋਟਾਂ ਖਾਂਦਾ, ਉਹ ਦੁਖੀ ਹੁੰਦਾ ਹੈ। ਜਦੋਂ ਵੀ ਐਕਸਪੈਕਟ ਕਰਦੇ, ਹੁਣ ਦੇਖੋ ਇੱਕ ਛੋਟਾ ਜਿਹਾ ਸੀਨ ਸਮਝਿਓ, ਦੋ ਬੈਸਟ ਫਰੈਂਡ ਨੇ, ਅੱਜ ਇੱਕ ਫਰੈਂਡ ਆਪਣੇ ਫਰੈਂਡ ਨਾਲ ਬਹੁਤ ਖੁਸ਼ ਹੈ, ਹੱਸ ਖੇਡ ਰਿਹਾ। ਅਗਲਾ ਦਿਨ ਆਇਆ, ਅੱਜ ਉਸ ਫਰੈਂਡ ਦਾ ਬਰਥਡੇ ਆ, ਤੇ ਬਰਥਡੇ ਦੇ ਵਿੱਚ ਕੀ ਹੋਇਆ ਜੀ, ਉਹਨੇ ਐਕਸਪੈਕਟ ਕਰ ਲਿਆ ਵੀ ਮੇਰਾ ਫਰੈਂਡ ਮੈਨੂੰ ਗਿਫਟ ਦੇਵੇਗਾ ਤੇ ਬੜਾ ਸੋਹਣਾ ਦੇਵੇਗਾ। ਪਰ ਜਦੋਂ ਫਰੈਂਡ ਨੇ ਗਿਫਟ ਦਿੱਤਾ ਤੇ ਉਹਦੀ ਉਮੀਦ ਅਨੁਸਾਰ ਉਹ ਗਿਫਟ ਉਹਨੂੰ ਚੰਗਾ ਨਹੀਂ ਲੱਗਾ। ਜਦੋਂ ਚੰਗਾ ਨਹੀਂ ਲੱਗਾ, ਦੁਖੀ ਹੋ ਗਿਆ। ਹੁਣ ਹੈ ਬੰਦਾ ਇੱਕੋ ਹੀ, ਕੱਲ ਤਾਂ ਬੜਾ ਹੱਸ ਖੇਡ ਰਿਹਾ ਸੀ, ਅੱਜ ਉਹੀ ਬੰਦਾ ਬੜਾ ਦੁਖੀ ਬੈਠਾ ਹੈ। ਕੱਲ ਕਿਉਂ ਖੁਸ਼ ਸੀ? ਕਿਉਂਕਿ ਕੱਲ ਉਹਨੇ ਐਕਸਪੈਕਟੇਸ਼ਨ ਨਹੀਂ ਸੀ ਕੋਈ ਰੱਖੀ, ਅੱਜ ਉਹਨੇ ਕੋਈ ਐਕਸਪੈਕਟੇਸ਼ਨ ਰੱਖ ਲਈ ਤੇ ਦੁਖੀ ਹੋ ਗਿਆ। ਜ਼ਿੰਦਗੀ ਚੋਂ ਐਕਸਪੈਕਟੇਸ਼ਨਸ ਦੂਰ ਕਰੀਏ, ਫਿਰ ਅਸੀਂ ਇਹ ਸੋਚੀਏ ਵੀ ਕੀ ਅਸੀਂ ਕੁਝ ਐਕਸਪੈਕਟ ਨਹੀਂ ਕਰ ਸਕਦੇ? ਜੇ ਅਸੀਂ ਪੜ੍ਹਾਈ ਕਰ ਰਹੇ ਹਾਂ, ਕੁਝ ਐਕਸਪੈਕਟ ਕਰਕੇ ਨਹੀਂ ਕਰ ਸਕਦੇ। ਅਸੀਂ ਐਕਸਪੈਕਟ ਕਰੀਏ, ਪਰਮਾਤਮਾ ਨੂੰ ਆਸ ਰੱਖੀਏ, ਇੱਕ ਪਰਮਾਤਮਾ ਤੇ ਆਸ ਰੱਖੀਏ। ਫਿਰ ਅਸੀਂ ਪੜ੍ਹਾਈ ਕਰਕੇ ਨੌਕਰੀਆਂ ਲੱਗਾਂਗੇ, ਪਰਮਾਤਮਾ ਦੀ ਆਸ ਕਰਨ ਵਾਲਾ ਸਰਬੱਤ ਦਾ ਭਲਾ ਕਰੇਗਾ। ਉਹਨੂੰ ਜਿਹੜੀ ਵੀ ਨੌਕਰੀ ਮਿਲ ਗਈ, ਫਿਰ ਉਹਦਾ ਜਿਹੜਾ ਮਨੋਰਥ ਹੈ ਉਹ ਦੁਨਿਆਵੀ ਸਹੂਲਤਾਂ ਨਹੀਂ, ਸਰਬੱਤ ਦਾ ਭਲਾ ਹੋਵੇਗਾ। ਸਰਬੱਤ ਦਾ ਭਲਾ ਹੋ ਰਿਹਾ ਤੇ ਖੁਸ਼ ਰਹੇਗਾ। ਦੂਸਰੀ ਗੱਲ, ਅਸੀਂ ਐਕਸੈਪਟ ਕਰਨਾ ਸਿੱਖੀਏ ਇੱਕ ਦੂਜੇ ਦੀਆਂ ਆਦਤਾਂ ਨੂੰ, ਇੱਕ ਦੂਜੇ ਦੇ ਨੇਚਰ ਨੂੰ, ਇੱਕ ਦੂਜੇ ਦੇ ਸੁਭਾਅ ਨੂੰ। ਅਸੀਂ ਦੂਸਰੇ ਦੇ ਸੁਭਾਅ ਨੂੰ ਐਕਸੈਪਟ ਨਹੀਂ ਕਰ ਪਾਉਂਦੇ, ਕਬੂਲ ਨਹੀਂ ਕਰ ਪਾਉਂਦੇ। ਹੁਣ ਤੁਸੀਂ ਦੇਖੋ, ਗੁਰੂ ਸਾਹਿਬ ਨੇ ਕਿਹਾ ਨਾ, ਪਹਿਲਾਂ ਮਰਨ ਕਬੂਲ। ਹੁਣ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠ ਕੇ ਵੀ ਦੁਖੀ ਕਿਉਂ ਨਹੀਂ? ਕਿਉਂਕਿ ਉਹਨਾਂ ਨੇ ਕਬੂਲ ਲਿਆ ਉਸ ਪ੍ਰਮਾਤਮਾ ਦੇ ਨਿਯਮ ਨੂੰ ਕਿ ਭਾਈ ਮੌਤ ਆਉਣੀ ਹੈ, ਪ੍ਰਮਾਤਮਾ ਦਾ ਨਿਯਮ ਹੈ, ਬਦਲ ਥੋੜਾ ਸਕਦੇ। ਉਸ ਨਿਯਮ ਨੂੰ ਕਬੂਲ ਲਿਆ ਤੇ ਖੁਸ਼ ਨੇ, ਆਨੰਦ ਵਿੱਚ ਨੇ। ਜਿਨ੍ਹਾਂ ਨੇ ਨਿਯਮ ਨੂੰ ਨਹੀਂ ਕਬੂਲਿਆ, ਵੀ ਸਰੀਰ ਤੇ ਵਿੱਚ ਦੁੱਖ ਵੀ ਆ ਸਕਦੇ, ਸੁੱਖ ਵੀ ਆ ਸਕਦੇ, ਨਿਯਮ ਨੂੰ ਨਹੀਂ ਕਬੂਲਿਆ ਤੇ ਕੁਰਲਾ ਉੱਠਦੇ। ਤੋਂ ਇਹ ਦੋ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਰੱਖੀਏ। ਆਖਰੀ ਗੱਲ, ਇਹ ਸਾਰੇ ਗੁਣ ਜੇ ਲੈ ਕੇ ਆਉਣੇ ਨੇ, ਅੰਦਰੋਂ ਮੋਹ ਦੂਰ ਕਰਨਾ ਨੇ, ਹੈ ਨਾ ਜੀ, ਤਾਂ ਆ ਦੋ ਚੀਜ਼ਾਂ ਦੋ ਵਕਤ ਸੰਭਾਲ ਲਿਓ। ਇੱਕ ਤਾਂ ਸੌਣ ਤੋਂ ਪਹਿਲਾਂ ਦਾ ਸਮਾਂ, ਇੱਕ ਸੌਣ ਤੋਂ ਬਾਅਦ ਦਾ ਸਮਾਂ। ਸੌਣ ਤੋਂ ਪਹਿਲਾਂ ਕੀਰਤਨ ਸੋਹਲਾ ਕਰਕੇ ਸੋਈਏ, ਪਰਮਾਤਮਾ ਨੂੰ ਚੇਤੇ ਕਰਕੇ ਸੋਈਏ, ਵਾਹਿਗੁਰੂ ਦਾ ਸਿਮਰਨ ਕਰਕੇ ਸੋਈਏ। ਸਿਮਰਨ ਕਰਕੇ ਸੁੱਤਾ ਬੰਦਾ ਰਾਤ ਨੂੰ ਸੁਪਨਿਆਂ 'ਚ ਬਰੜਾਏਗਾ ਨਹੀਂ, ਰਾਤ ਨੂੰ ਵੀ ਪਰਮਾਤਮਾ ਦੇ ਚਿੱਤ 'ਚ ਜੁੜਿਆ ਰਹੇਗਾ। ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰੇਗਾ, ਕਿਰਤ ਕਰਦਿਆਂ ਉਹ ਪੰਜ ਬਾਣੀਆਂ ਉਹਨੂੰ ਇੰਨੀ ਤਾਕਤ ਦੇਣਗੀਆਂ ਕਿ ਉਹ ਆਸਾਵਾਂ ਤੋਂ ਔਰ ਇਸ ਮੋਹ ਤੋਂ ਬਚ ਸਕਣਗੇ। ਤੋਂ ਅਸੀਂ ਇੱਕ ਚੰਗੀ ਸੰਗਤ ਦੇ ਵਿੱਚ, ਚੰਗੇ ਮਾਹੌਲ ਦੇ ਵਿੱਚ ਗੁਰਬਾਣੀ ਨਾਲ ਜੁੜੀਏ, ਪਰਮਾਤਮਾ ਤੇ ਅਥਾਹ ਭਰੋਸਾ ਰੱਖੀਏ, ਤੇ ਤੁਸੀਂ ਦੇਖਿਓ ਫਿਰ ਕਰ ਕਿਰਪਾ। ਉੱਦਮ ਵੀ ਕਰਨਾ, ਅਸੀਂ ਕਿਸਾਨ ਨੇ ਬੀਜ ਵੀ ਬੀਜਣਾ, ਪਰ ਕਿਸਾਨ ਨੂੰ ਇਹ ਵੀ ਆਸ ਹੈ ਵੀ ਇੰਨੀ ਮਿਹਨਤ ਤਾਂ ਮੈਂ ਕਰਨੀ ਆ, ਪਰ ਮੌਸਮ ਵੀ ਤਾਂ ਉਸ ਅਨੁਸਾਰ ਰਹਿਣਾ ਚਾਹੀਦਾ ਹੈ ਨਾ। ਅਸੀਂ ਸਾਰੇ ਉੱਦਮ ਕਰਨੇ ਨੇ, ਵਿਕਾਰਾਂ ਨੂੰ ਦੂਰ ਕਰਨ ਦੇ, ਸਭ ਕੁਝ ਕਰਨਾ ਹੈ, ਪਰ ਕਿਰਪਾ ਵੀ ਜ਼ਰੂਰੀ ਹੈ, ਬਖਸ਼ਿਸ਼ ਵੀ ਜ਼ਰੂਰੀ ਹੈ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਇਹ ਹੈ ਤਰੀਕਾ, ਦੀ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ। ਆਓ ਅਸੀਂ ਵੀ ਮੋਹ ਨੂੰ ਦੂਰ ਕਰੀਏ, ਆਸਾਵਾਂ ਕੇਵਲ ਪਰਮਾਤਮਾ ਤੇ ਰੱਖੀਏ, ਔਰ ਐਕਸੈਪਟ ਕਰਨਾ ਸਿੱਖੀਏ ਇੱਕ ਦੂਜੇ ਨੂੰ। ਗੁਰਬਾਣੀ ਦੇ ਮਾਹੌਲ 'ਚ ਰਹੀਏ, ਸਤਿਗੁਰੂ ਰਹਿਮਤ ਕਰਨਗੇ, ਅਸੀਂ ਜ਼ਰੂਰ ਆਨੰਦ ਦੇ ਵਿੱਚ ਆਵਾਂਗੇ। ਹੁਣ ਕਿਸੇ ਵੀ ਮੇਰੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਉਹ ਕਰ ਸਕਦਾ ਹੈ। ਹਾਂਜੀ, ਬਹੁਤ ਧੰਨਵਾਦ ਜੀ ਵੀਰ ਜੀ ਦਾ। ਤੇ ਜਿਹੜੇ ਬੱਚਿਆਂ ਨੇ ਰੇਜ਼ ਹੈਂਡ ਕੀਤਾ ਹੈ, ਵੀਰ ਨਵਨੀਤ ਸਿੰਘ ਜੀ ਕਿਰਪਾ ਕਰਕੇ ਉਹਨਾਂ ਦੇ ਕੁਐਸਚਨ ਹੈ ਵੀਰ ਜੀ ਦੇ ਅੱਗੇ ਪੁੱਟ ਕਰ ਦਿਓ ਜੀ। ਵੀਰ ਨਵਨੀਤ ਸਿੰਘ ਜੀ। ਹਾਂਜੀ ਬੋਲੋ ਜੀ। ਅਨਮੋਲ ਦੋ ਕੁਐਸਚਨ ਵੀਰ ਜੀ ਤੁਹਾਨੂੰ ਭੇਜਿਓ, ਤੁਸੀਂ ਦੱਸ ਦਿਓ ਕਰੀਬ। ਚੈਟ ਦੇ ਵਿੱਚ ਭੇਜਿਆ ਜੀ, ਮੈਂ ਦੱਸ ਦਿੰਦਾ ਜੀ, 1 ਮਿੰਟ। ਇੱਕ ਤਾਂ ਸੀਗਾ ਜੀ ਜਿਹੜਾ ਪਿਆਰ ਦੇ ਵਿੱਚ ਐਕਸਪੈਕਟੇਸ਼ਨ ਨਹੀਂ ਹੁੰਦੀਆਂ, ਜਿਵੇਂ ਮਾਂ ਉਹਦੇ ਬੱਚੇ ਨਾਲ ਕਰਦੀ ਹੈ, ਉਹ ਐਕਸਪੈਕਟੇਸ਼ਨ ਨਹੀਂ ਹੈਗੀਆਂ ਮਾਂ ਪਿਓ ਦੀਆਂ ਬੱਚਿਆਂ ਤੋਂ। ਦੇਖੋ ਜੀ, ਆਪਾਂ ਪ੍ਰੈਕਟੀਕਲ ਤੌਰ ਤੇ ਵੇਖੀਏ ਨਾ, ਚਲੋ ਐਕਸਪੈਕਟੇਸ਼ਨਸ ਆਪਾਂ ਵੈਸੇ ਮੋਟੇ ਤੌਰ ਤੇ ਕਹਿੰਦੇ ਨਹੀਂ ਹੁੰਦੀਆਂ, ਪਰ ਸੂਖਮ ਤੌਰ ਤੇ ਕਦੀ ਦੇਖੋ, ਹਰ ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤਰ ਆਗਿਆਕਾਰੀ ਹੋਵੇ, ਹਰ ਮਾਂ ਚਾਹੁੰਦੀ ਹੈ ਮੇਰਾ ਬੱਚਾ ਵੈਲ ਸੈਟਲਡ ਹੋਵੇ। ਤੇ ਐਸੀਆਂ ਕਈ ਮਾਵਾਂ ਦੇਖਣ ਨੂੰ ਮਿਲ ਜਾਣਗੀਆਂ ਜਿਨ੍ਹਾਂ ਦੇ ਪੁੱਤਰ ਉਹਨਾਂ ਦੀ ਆਗਿਆ ਵਿੱਚ ਨਹੀਂ ਹਨ। ਉਹਨਾਂ ਮਾਤਾਵਾਂ ਦੇ ਚਿਹਰਿਆਂ ਤੇ ਉਦਾਸੀ ਦੇਖਣ ਨੂੰ ਮਿਲਦੀ ਆ। ਉਹ ਉਦਾਸੀ ਕਿਉਂ ਹੈ? ਕਿਉਂਕਿ ਇੱਕ ਐਕਸਪੈਕਟੇਸ਼ਨ ਤਾਂ ਕੀਤੀ ਸੀ ਨਾ, ਸੀ ਇੱਕ ਆਸ ਕੀਤੀ ਸੀ। ਤੋ ਐਕਸਪੈਕਟੇਸ਼ਨ ਤਾਂ ਹਰ ਇੱਕ ਮੋਹ ਦੇ ਵਿੱਚ ਹੁੰਦੀ ਹੈ।
ਠੀਕ ਹੈ ਜੀ। ਇੱਕ ਕੁਐਸਚਨ ਵਿੱਚ ਹੀ ਹੋ ਰਿਹਾ ਸੀਗਾ, ਗੁੱਸੇ ਨੂੰ ਕੰਟਰੋਲ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਜੀ? ਕ੍ਰੋਧ ਇੱਕ ਐਸਾ ਵਿਕਾਰ ਹੈ, ਦੇਖੋ ਇਹਦੇ ਵਿੱਚ ਵੀ ਸੂਖਮ ਤੌਰ ਤੇ ਮੋਹ ਤਾਂ ਹੈ ਹੀ। ਮੈਂ ਸੋਚਦਾ ਵੀ ਹਰ ਇੱਕ ਚੀਜ਼ ਦਾ ਸੋਲੂਸ਼ਨ ਨਾ ਜੀ ਗੁਰਬਾਣੀ ਹੈ। ਗੁਰਬਾਣੀ ਪੜ੍ਹਦੇ ਆ ਨਾ, ਗੁਰਬਾਣੀ ਦੇ ਨਾਲ ਕੀ ਹੁੰਦਾ ਹੈ, ਪ੍ਰਮਾਤਮਾ ਦੀ ਸਿਫਤ ਕਰਦਿਆਂ ਕਿਉਂਕਿ ਗੁਰਬਾਣੀ 'ਚ ਫਰਮਾਨ ਹੈ ਨਾ, ਜੈਸਾ ਸੇਵੈ ਤੈਸੋ ਹੋਏ। ਗੁੱਸੇ ਤੋਂ ਮੁਕਤ ਹੋਣਾ ਕੀ ਹੈ, ਨਿਰਵੈਰ ਹੋ ਜਾਣਾ, ਕਿਸੇ ਤੇ ਵੈਰ ਭਾਵ ਨਾ ਰਹਿਣਾ, ਕਿਸੇ ਤੇ ਕ੍ਰੋਧ ਨਾ ਆਉਣਾ। ਤਾਂ ਇਹ ਗੁਣ ਕਿਹਦਾ? ਇਹ ਗੁਣ ਪ੍ਰਮਾਤਮਾ ਦਾ ਹੈ। ਪ੍ਰਮਾਤਮਾ ਕਿਸੇ ਨਾਲ ਵੈਰ ਨਹੀਂ ਕਰਦਾ। ਪ੍ਰਮਾਤਮਾ ਨੂੰ ਕੋਈ ਗਾਲਾਂ ਵੀ ਕੱਢ ਦੇਵੇ, ਪ੍ਰਮਾਤਮਾ ਤਾਂ ਵੀ ਗੁੱਸਾ ਨਹੀਂ ਕਰਦਾ। ਤਾਂ ਇਹ ਗੁਣ ਪ੍ਰਮਾਤਮਾ ਦਾ ਹੈ। ਤੇ ਸਭ ਤੋਂ ਵੱਡਾ ਸੋਲੂਸ਼ਨ ਤਾਂ ਇਹ ਹੈ ਵੀ ਜੈਸਾ ਸੇਵੈ ਤੈਸੋ ਹੋਏ। ਜਿਹੋ ਜਿਹੀ ਸੇਵਨਾ ਕਰਾਂਗੇ ਉਹੋ ਜਿਹੇ ਬਣ ਜਾਵਾਂਗੇ। ਨਿਰਭਉ ਤੇ ਨਿਰਵੈਰ ਬਣਨਾ ਹੈ ਤਾਂ ਨਿਰਭਉ ਤੇ ਨਿਰਵੈਰ ਨੂੰ ਜਪਣਾ ਪਏਗਾ। ਨਿਰਭਉ ਜਪੇ ਤਾਂ ਸਕਲ ਭਉ ਮਿਟੈ। ਇਸ ਕਰਕੇ ਮੈਂ ਸੋਚਦਾ ਵੀ ਆਓ ਅਸੀਂ ਸਾਰੇ ਗੁਰਬਾਣੀ ਨਾਲ ਜੁੜੀਏ, ਨਿਤਨੇਮ ਨਾਲ ਜੁੜੀਏ, ਔਰ ਅੰਦਰੋਂ ਜੁੜ ਕੇ ਨਿਤਨੇਮ ਕਰਨ ਵਾਲਾ ਆਪਣੇ ਕ੍ਰੋਧ ਨੂੰ ਵੀ ਕਾਬੂ ਦੇ ਵਿੱਚ ਪਾਉਂਦਾ ਹੈ, ਮੋਹ ਨੂੰ ਵੀ ਕਾਬੂ 'ਚ ਪਾ ਲੈਂਦਾ। ਸਭ ਤੋਂ ਵੱਡਾ ਸੋਲੂਸ਼ਨ ਤਾਂ ਇਹੀ ਆ। ਬਾਕੀ ਚਲੋ ਜਿੰਨੇ ਮਰਜ਼ੀ ਕੋਈ ਸੋਲੂਸ਼ਨ ਦੱਸੀ ਜਾਣ, ਗੁਰਬਾਣੀ ਸਭ ਤੋਂ ਵੱਡਾ ਸੋਲੂਸ਼ਨ। ਹੈਲੋ ਵੀਰ ਜੀ, ਹਰਜੋਤ ਵੀਰ ਜੀ, ਇੱਕ ਸਵਾਲ ਸੀਗਾ। ਜਿਵੇਂ ਆਪਾਂ ਗੱਲ ਕੀਤੀ ਆ ਜੀ, ਸਾਰੀ ਤੁਸੀਂ ਇਤਿਹਾਸ ਦੀ ਗੱਲ ਦੱਸੀ, ਉਹਨਾਂ ਨੂੰ ਮੋਹ ਪਿਆਰ ਨਹੀਂ ਸੀਗਾ ਬੱਚਿਆਂ ਦੇ ਨਾਲ, ਤਾਂ ਕਰਕੇ ਉਹ ਦੁਖੀ ਨਹੀਂ ਹੋਏ, ਫਿਰ ਵੀ ਆਨੰਦ ਦੇ ਵਿੱਚ ਰਹੇ ਜੀ। ਤੇ ਇੱਦਾਂ ਹੀ ਲਹਿਰਾ ਸਾਹਿਬ ਵਿੱਚ ਇੱਕ ਪੰਕਤੀ ਆਉਂਦੀ ਹੈ ਜੀ, ਜਨਨ ਪਿਤਾ ਲੋਕ ਸਤ ਬੰਤਾ ਕੋਈ ਨਾ ਕਿਸ ਕੀ ਧਰਿਆ, ਹੈ ਨਾ ਜੀ। ਤੇ ਉਹਦੇ ਵਿੱਚ ਇਹ ਸਪਸ਼ਟ ਹੁੰਦਾ ਵੀ ਮਾਂ ਪਿਓ ਜਾਂ ਹੋਰ ਵੀ ਕੋਈ ਰਿਸ਼ਤੇ ਸਾਡੇ ਆਪਦੇ ਨਹੀਂ ਬਣ ਸਕਦੇ, ਪਰ ਫਿਰ ਵੀ ਸਾਡੇ ਅੰਦਰ ਅਜਿਹਾ ਕੀ ਆ ਵੀ ਅਸੀਂ ਮੋਹ ਕਰਦੇ ਹਾਂ, ਫਿਰ ਵੀ ਆਪਦੇ ਮਾਂ ਪਿਓ ਨੂੰ ਜਾਂ ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਮੋਹ ਕਰਦੇ ਹਾਂ। ਪਰ ਗੁਰਬਾਣੀ ਕਹਿ ਰਹੀ ਹੈ ਵੀ ਕੋਈ ਕਿਸੇ ਦਾ ਇੱਥੇ ਹੈ ਨਹੀਂ ਗਾ। ਇਹਦਾ ਕੀ ਕਰਨਾ ਜੀ? ਸਾਡੇ ਅੰਦਰ ਕੀ ਕਾਰਨ ਹੈ ਜਿਹੜਾ ਅਸੀਂ ਇਹਦੇ ਵਿੱਚ ਨਾ ਇੱਕ ਤਾਂ ਇਹ ਵੀ ਗੱਲ ਸਮਝ ਲਓ, ਜੇ ਆਪਾਂ ਇਹ ਕਿਹਾ ਨਾ ਵੀ ਮੋਹ ਤੋਂ ਬਚਣਾ ਹੈ, ਕਿਸੇ ਵੀ ਮੇਰੇ ਵੀਰ ਭੈਣ ਨੇ ਇਹ ਨਹੀਂ ਸਮਝ ਲੈਣਾ। ਹੁਣ ਦੇਖੋ ਗੁਰਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਜੀਵਨ 'ਚ ਇੱਕ ਘਟਨਾ ਮਿਲੀ ਨਾ ਜੀ। ਇੱਕ ਪੁੱਤਰ ਉਹ ਉਪਰਾਮ ਹੋ ਗਿਆ ਜੀ, ਮਾਤਾ ਪਿਤਾ ਨੂੰ ਛੱਡ ਦਿੱਤਾ, ਤੇ ਉਹ ਮਾਤਾ ਪਿਤਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਏ, ਮਹਾਰਾਜ ਇਹ ਤਾਂ ਹੁਣ ਮੋਹ ਹੀ ਨਹੀਂ ਕਰਦਾ, ਹੁਣੇ ਵਿਆਹ ਹੋਇਆ ਸੀ, ਇਸਤਰੀ ਵੀ ਛੱਡ ਦਿੱਤਾ। ਤੇ ਉਹਨੇ ਆਨੰਦ ਸਾਹਿਬ ਦੀ ਪੰਕਤੀ ਸੁਣਾ ਕੇ ਉਸ ਪੁਰਸ਼ ਨੇ ਗੱਲ ਕਹੀ ਵੀ ਇੱਥੇ ਤਾਂ ਕੋਈ ਵੀ ਸਾਡਾ ਸੰਗੀ ਸਾਥੀ ਨਹੀਂ ਹੈਗਾ, ਇਸ ਕਰਕੇ ਕਿਹਦੇ ਨਾਲ ਮੋਹ ਕਰਨਾ ਹੈ। ਤਾਂ ਪਹਿਲੀ ਗੱਲ ਤਾਂ ਇਹ ਆ ਵੀ ਜੇ ਗੁਰਬਾਣੀ ਦੇ ਵਿੱਚ ਵਾਰ-ਵਾਰ ਇਹ ਗੱਲ ਕਹੀ ਗਈ ਹੈ ਨਾ ਵੀ ਅਸੀਂ ਆਪਣੇ ਰਿਸ਼ਤਿਆਂ ਨਾਲ ਮੋਹ ਨਹੀਂ ਕਰਨਾ, ਤਾਂ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਣਾ। ਪਹਿਲੀ ਤਾਂ ਇਹ ਗੱਲ ਯਾਦ ਰੱਖਿਓ। ਫਿਰ ਆਪਾਂ ਵੀ ਵੇਖਦੇ ਵੀ ਮੋਹ ਹੁੰਦਾ ਕਿਉਂ ਆ। ਪਹਿਲੀ ਗੱਲ, ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ, ਕਿਉਂਕਿ ਇੱਕ ਵਿਦਵਾਨ ਨੇ ਨਾ ਬੜੀ ਸੋਹਣੀ ਗੱਲ ਕਹੀ ਸੀ। ਉਹ ਕਹਿੰਦੇ ਨੇ ਵੀ ਤੁਸੀਂ ਦੇਖੋ ਵੀ ਇਹ ਕੁਝ ਨਾ ਪ੍ਰਮਾਤਮਾ ਨੇ ਸਾਨੂੰ ਸਹੂਲਤਾਂ ਦੇ ਤੌਰ ਤੇ ਜਾਂ ਬਖਸ਼ਿਸ਼ ਦੇ ਘਰ ਅੰਦਰ ਆ ਕੇ ਸਾਨੂੰ ਦਾਤਾਂ ਦਿੱਤੀਆਂ ਨੇ। ਮਾਤਾ ਪਿਤਾ ਸਾਨੂੰ ਦਾਤ ਮਿਲੀ ਹੈ। ਤੁਸੀਂ ਦੇਖੋ ਸਾਡੀ ਜੇ ਕਿਸੇ ਦਾ ਆਨੰਦ ਕਾਰਜ ਹੋਇਆ, ਪਤਨੀ ਇੱਕ ਦਾਤ ਏ, ਅਸੀਂ ਕੋਈ ਸੈਲਰੀ ਨਹੀਂ ਦੇਣੀ ਉਹਨਾਂ ਨੂੰ, ਤੇ ਫਰੀ ਦੇ ਵਿੱਚ ਸਾਨੂੰ ਕੋਈ ਰੋਟੀ ਪਕਾ ਕੇ ਦੇ ਰਿਹਾ, ਪਾਣੀ ਮੰਗੀਏ ਤੇ ਪਾਣੀ ਦੇ ਰਿਹਾ, ਕੋਈ ਸਾਡੇ ਲਈ ਕੱਪੜੇ ਧੋ ਰਿਹਾ, ਕੋਈ ਇੰਨਾ ਕੁਝ ਕਰ ਰਿਹਾ, ਇਹ ਇੱਕ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਤਾਂ ਗੱਲ ਗੁਰਬਾਣੀ ਦੇ ਵਿੱਚ ਕੀ ਸਮਝਾਈ ਗਈ ਆ ਵੀ ਜੇ ਅਸੀਂ ਉੱਥੇ ਸਟਿਕ ਕਰ ਜਾਈਏ ਵੀ ਮੇਰੀ ਸ਼ੁਰੂਆਤ ਵੀ ਐਂਡ ਵੀ ਰਿਸ਼ਤੇ ਨੇ, ਤੇ ਉੱਥੇ ਮਹਾਰਾਜ ਨੇ ਕਿਹਾ ਵੀ ਜੇ ਇਹਨਾਂ ਦੇ ਨਾਲ ਹੀ ਜੁੜ ਕੇ ਰਹਿ ਜਾਵੋਗੇ ਤੇ ਮੌਤ ਤੋਂ ਬਾਅਦ ਜਾਂ ਅੰਦਰ ਨੂੰ ਤਾਂ ਇਹਨਾਂ ਨੇ ਸਹਾਰਾ ਨਹੀਂ ਨਾ ਬਣਨਾ, ਅਲਟੀਮੇਟ ਸਹਾਰਾ ਤਾਂ ਪ੍ਰਮਾਤਮਾ ਹੀ ਹੈ ਨਾ। ਪਰ ਇਹਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਇਹਨਾਂ ਨੂੰ ਛੱਡ ਦੇਣਾ ਹੈ, ਅਸੀਂ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਨੇ, ਉਹਨਾਂ ਦੀ ਕਦਰ ਵੀ ਕਰਨੀ ਆ। ਮੋਹ ਕਿਉਂ ਪੈਦਾ ਹੁੰਦਾ ਹੈ? ਕਿਉਂਕਿ ਤੁਸੀਂ ਦੇਖੋ ਅਸੀਂ ਵਕਾਰਾਂ ਤੋਂ ਜਨਮ ਹੋਇਆ, ਜਨਮ ਸਾਡਾ ਕਾਮ ਤੋਂ ਹੋਇਆ, ਤੇ ਵਕਾਰ ਤਾਂ ਪ੍ਰਮਾਤਮਾ ਨੇ ਸਾਡੇ ਅੰਦਰ ਬੰਨੇ ਨੇ। ਤੇ ਵਕਾਰਾਂ ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪ੍ਰਮਾਤਮਾ ਕੋਈ ਵੀ ਚੀਜ਼ ਸਾਨੂੰ ਬੇਫਾਲਤੂ ਨਹੀਂ ਦਿੰਦਾ। ਜੇ ਇਹ ਚੀਜ਼ ਦਿੱਤੀ ਆ ਨਾ, ਇਹਨਾਂ ਦਾ ਵੀ ਕੋਈ ਅਰਥ ਹੈ। ਕਾਮ ਨਾ ਹੋਵੇਗਾ ਤੇ ਸੰਸਾਰ ਨਹੀਂ ਅੱਗੇ ਚੱਲੇਗਾ, ਮੋਹ ਨਾ ਹੋਵੇਗਾ ਤੇ ਕੋਈ ਰਿਸ਼ਤੇ ਨਹੀਂ ਚੱਲਣਗੇ। ਇਹਨਾਂ ਚੀਜ਼ਾਂ ਨੂੰ ਵਰਤਣਾ ਹੈ, ਪਰ ਕੰਟਰੋਲ ਕਰਕੇ ਸਾਡਾ ਮੋਹ ਪਿਆਰ ਬਣੇ। ਮੋਹ ਤਾਂ ਰਹੇਗਾ, ਜਿਵੇਂ ਆਨੰਦ ਸਾਹਿਬ ਜੀ ਕਹਿਣਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ, ਕੇਵਲ ਪਦਾਰਥ ਚੇਤੇ ਨੇ, ਫਿਰ ਤਾਂ ਇਹ ਮੋਹ ਬਣ ਗਿਆ। ਪਰ ਅਸੀਂ ਕੀ ਕਰਨਾ? ਅਸੀਂ ਪ੍ਰਮਾਤਮਾ ਨੂੰ ਚਿੱਤ ਲਾਉਣਾ ਹੈ। ਪ੍ਰਮਾਤਮਾ ਦੇ ਗੁਣ ਗਾਉਂਦੇ ਆ, ਪ੍ਰਮਾਤਮਾ ਦੇ ਨੂੰ ਚੇਤੇ ਕਰਦੇ ਆ। ਮਾਤਾ ਪਿਤਾ ਦੀ ਵੀ ਸੰਭਾਲ ਕਰੋ, ਭੈਣ ਭਰਾਵਾਂ ਦੀ ਵੀ ਸੰਭਾਲ ਕਰੋ, ਤੇ ਫਿਰ ਉਹ ਚੀਜ਼ ਪ੍ਰਵਾਨ ਹੋ ਜਾਏਗੀ। ਕਿਉਂਕਿ ਪ੍ਰਮਾਤਮਾ ਨੂੰ ਚੇਤੇ ਕਰਦੇ ਆ ਨਾ ਜੀ, ਫਿਰ ਇਹ ਮਾਤਾ ਪਿਤਾ ਦੀ ਸੰਭਾਲ ਵੀ ਕਰਦੇ ਆ, ਤੇ ਕੋਈ ਇੱਕ ਅੱਧਾ ਜੀ ਵਿਛੋੜਾ ਵੀ ਦੇ ਜਾਵੇ, ਫਿਰ ਉਹ ਬੰਦਾ ਦੁਖੀ ਨਹੀਂ।
ਜ਼ਿੰਮੇਵਾਰੀਆਂ ਵੀ ਸਾਂਭਣੀਆਂ ਨੇ, ਪਰ ਅਲਟੀਮੇਟ ਏਮ ਸਾਡਾ ਕੀ ਆ, ਅਸੀਂ ਆਪਣਾ ਚਿੱਤ ਜਿਹੜਾ ਪ੍ਰਮਾਤਮਾ ਨਾਲ ਜੋੜਨਾ ਹੈ, ਫੇਰ ਹੀ ਅਸੀਂ ਮੋਹ ਤੋਂ ਬਚ ਸਕਦੇ। ਬਹੁਤ ਧੰਨਵਾਦ ਜੀ ਵੀਰ ਜੀ। ਇਤਿਹਾਸ ਤੋਂ ਪ੍ਰੇਰਨਾਵਾਂ ਲੈਂਦਿਆਂ ਹੋਇਆਂ ਤੁਸੀਂ ਅੱਜ ਦੇ ਵਿਸ਼ੇ ਨੂੰ ਬਖੂਬੀ ਸਾਡੇ ਨਾਲ ਸਾਂਝ ਪਾਈ। ਸਮੁੱਚੀ ਸਟੱਡੀ ਸਰਕਲ ਦੀ ਟੀਮ ਵੱਲੋਂ ਆਪ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਤੇ ਮੈਂ ਆਸ ਕਰਦਾ ਹਾਂ ਕਿ ਅੱਜ ਦੇ ਸਾਰੇ ਕੈਂਪਰਸ ਵੀਰ ਜੀ ਹੋਰਾਂ ਦੀਆਂ ਵਿਚਾਰਾਂ ਤੋਂ ਵੱਧ ਲਾਹਾ ਲੈਣਗੇ ਤੇ ਜੋ ਉਹਨਾਂ ਨੇ ਇਹ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ ਵਿਸ਼ੇ ਦੇ ਸਾਡੇ ਨਾਲ ਸਾਂਝ ਪਈ ਆ, ਅਸੀਂ ਵੀ ਉਸ ਰਸਤੇ ਦੇ ਪਾਂਧੀ ਬਣਾਂਗੇ ਜਿਹੜਾ ਸਾਨੂੰ ਹੈਪੀਨੈਸ ਵੱਲ ਤੇ ਬਲਿਸਫੁਲ ਲਾਈਫ ਵੱਲ ਲੈ ਕੇ ਜਾਂਦਾ ਹੈ। ਤਾਂ ਬਹੁਤ ਧੰਨਵਾਦ ਜੀ ਵੀਰ ਜੀ ਹਰਜੋਤ ਸਿੰਘ ਜੀ ਦਾ ਇੱਕ ਵਾਰ ਫੇਰ। ਤਾਂ ਹੁਣ ਸਮਾਂ ਹੋ ਰਿਹਾ ਹੈ ਜੀ ਪੰਜਾਬੀ ਸ਼ਬਦਾਂ ਦੇ ਨਾਲ ਸਾਂਝ ਪਾਉਣ ਦਾ, ਮਾਤ ਭਾਸ਼ਾ ਨਾਲ ਜੁੜਨ ਦਾ। ਜਿਹੜੇ ਹੀ ਵਿਦਿਆਰਥੀਆਂ ਦੇ ਕੁਐਸਚਨ ਕੋਈ ਮਨਾਂ ਵਿੱਚ ਰਹਿ ਗਏ ਹੋਣ ਜਾਂ ਜਿਨ੍ਹਾਂ ਨੇ ਨੋਟ ਕੀਤਾ ਹੋਵੇ, ਉਹਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਨਾ ਮਿਲੇ ਹੋਣ, ਤਾਂ ਉਹ ਪਹਿਲਾਂ ਵਾਂਗ ਹੀ ਜੋ ਅਸੀਂ ਤੁਹਾਨੂੰ ਫੋਨ ਨੰਬਰ ਦਿੰਦੇ ਹਾਂ 98 148 13 680 ਤੇ ਕਾਲ ਕਰਕੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਜੀ। ਤਾਂ ਹੁਣ ਸਮਾਂ ਹੋ ਰਿਹਾ ਹੈ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਦਾ। ਤਾਂ ਮੈਂ ਬੇਨਤੀ ਕਰੂੰਗਾ ਵੀਰ ਰਣਜੀਤ ਸਿੰਘ ਜੀ ਖੱਚੜਾ ਜੀ ਨੂੰ ਕਿ ਉਹ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੇ ਨਾਲ ਸਾਨੂੰ ਜਾਣੂ ਕਰਵਾਉਣਗੇ ਜੀ। ਵੀਰ ਰਣਜੀਤ ਸਿੰਘ ਜੀ ਖੱਚੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਬਹੁਤ ਹੀ ਵਧੀਆ ਵਿਚਾਰ ਵੀਰ ਰਣਜੋਤ ਸਿੰਘ ਜੀ ਲੱਧੂਵਾਲਾ ਆਪ ਜੀ ਨੂੰ ਸਰਵਣ ਕਰਵਾ ਰਹੇ ਸੀ। ਤੋ ਉਹਨਾਂ ਨੇ ਜੋ ਸ਼ਬਦ ਉਚਾਰਨ ਕੀਤਾ ਵਾਰਨਾ, ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਪੁੱਤ ਵਾਰੇ ਤੇ ਉੱਥੋਂ ਯਾਦ ਆਇਆ ਤੇ ਵਾਰਨਾ ਜਿਹੜਾ ਹੈ ਇਹ ਵੀ ਇੱਕ ਤਾਂ ਉਹ ਵਾਰਨਾ ਜਿਵੇਂ ਉਹਨਾਂ ਨੇ ਕਿਹਾ ਵੀ ਵਾਰਨਾ ਕੁਰਬਾਨ ਕਰ ਦੇਣਾ, ਗੁਰੂ ਸਾਹਿਬ ਨੇ ਚਾਰੇ ਪੁੱਤ ਕੁਰਬਾਨ ਕਰ ਦਿੱਤੇ ਵਾਰਨਾ। ਤੇ ਇੱਕ ਵਾਰਨੇ ਅਸੀਂ ਦੁਨਿਆਵੀ ਲੋਕ ਕਰਦੇ ਆ ਵਿਆਹਾਂ ਸ਼ਾਦੀਆਂ 'ਚ, ਉਹਨੂੰ ਵੀ ਵਾਰਨੇ ਕਹਿੰਦੇ ਨੇ। ਤਾਂ ਇੱਕ ਆਪਾਂ ਕਹਿੰਦੇ ਆ ਵੀ ਮੈਂ ਉਹਦੇ ਤੋਂ ਵਾਰ-ਵਾਰ ਜਾਣਾ ਹੈ ਜੀ, ਵਾਰ-ਵਾਰ ਜਾਣਾ, ਮੈਂ ਬਲਿਹਾਰ ਜਾਣਾ। ਤਾਂ ਇਹ ਸ਼ਬਦ ਸਾਰਿਆਂ ਦਾ ਅਰਥ ਇੱਕੋ ਹੀ ਬਣਦਾ ਹੈ, ਪਰ ਇਹਨੂੰ ਬਸ ਪ੍ਰਯੋਗ ਕਰਨ ਦਾ ਵੱਖੋ ਵੱਖਰਾ ਢੰਗ ਹੈ। ਇੱਕ ਹੋਰ, ਜਿਵੇਂ ਪਿਛਲੇ ਦਿਨਾਂ 'ਚ ਵੀਰ ਜੀ ਹੋਰੀ ਕਹਿ ਰਹੇ ਸੀ ਵੀ ਸਾਡੀ ਭਾਸ਼ਾ ਬੜੀ ਅਮੀਰ ਹੈ, ਇਹਦੇ 'ਚ ਕੋਈ ਦੋ ਰਾਇ ਨਹੀਂ। ਜਿੱਥੇ ਸਾਡੇ ਕੋਲ ਹਰ ਸਥਿਤੀ ਲਈ ਵੱਖਰਾ ਸ਼ਬਦ ਹੈ, ਹਰ ਅਵਸਥਾ ਲਈ ਵੱਖਰਾ ਸ਼ਬਦ ਹੈ, ਹਰ ਸਥਾਨ ਦੇ ਲਈ ਵੱਖਰਾ ਸ਼ਬਦ ਹੈ, ਤੇ ਸਾਡਾ ਪੰਜਾਬੀ ਮਾਤ ਭਾਸ਼ਾ ਦਾ ਹਰ ਸ਼ਬਦ ਜਦੋਂ ਉਚਾਰਨ ਕਰਦੇ ਹਾਂ ਤਾਂ ਪੂਰੀ ਕਲੈਰਿਟੀ ਹੋ ਜਾਂਦੀ ਹੈ। ਬਸ ਉਹਦੇ ਵਰਤਨ ਦਾ ਭਾਵ ਜਿਹੜਾ ਹੈ ਉਹ, ਔਰ ਉਹਦੇ ਕਹਿਣ ਦਾ ਲਹਿਜਾ ਉਹ ਜਿਹੜਾ ਉਹਨੂੰ ਭਾਵਪੂਰਤ ਬਣਾਉਂਦੇ। ਮੇਰੇ ਦਿਮਾਗ ਵਿੱਚ ਆ ਰਿਹਾ ਸੀ ਇਸੇ ਤਰ੍ਹਾਂ ਹੀ ਇੱਕ ਸ਼ਬਦ ਹੈ ਵੱਟ। ਅਸੀਂ ਵੱਟ ਸ਼ਬਦ ਨੂੰ ਕਿੰਨੇ ਤਰ੍ਹਾਂ ਨਾਲ ਪ੍ਰਯੋਗ ਕਰਦੇ ਹਾਂ। ਹੁਣ ਇੱਕ ਵੱਟ ਇੱਕ ਸ਼ਬਦ ਹੈ, ਪਰ ਜਦੋਂ ਅਸੀਂ ਕਹਿੰਦੇ ਆ ਵੀ ਉਹ ਵੱਟ ਤੇ ਤੁਰਿਆ ਜਾ ਰਿਹਾ ਸੀ ਤਾਂ ਇਟ ਮੀਨਸ ਇਹ ਜਿਹੜਾ ਉਹ ਖੇਤ ਦੇ ਵਿੱਚ, ਪੈਲੀ ਦੇ ਵਿੱਚ ਦੋ ਕਿਆਰਿਆਂ ਦੇ ਵਿਚਕਾਰ ਪਾਣੀ ਰੋਕਣ ਲਈ ਬਣਾਈ ਹੋਈ ਮਿੱਟੀ ਦੀ ਇੱਕ ਰੋਕ ਹੈ ਜਿਹਨੂੰ ਅਸੀਂ ਵੱਟ ਕਹਿੰਦੇ ਆ। ਤੇ ਖਾਲੇ ਦੀ ਵੀ ਵੱਟ ਹੋ ਸਕਦੀ ਹੈ ਤੇ ਉਹ ਵੀ ਵੱਟ ਹੈ। ਦੂਸਰਾ, ਜਦੋਂ ਅਸੀਂ ਕਹਿੰਦੇ ਆ ਵੀ ਉਹਨੇ ਸੂਤ ਵੱਟ ਕੇ ਢੇਰ ਲਾ ਦਿੱਤੇ, ਇਹ ਵੀ ਵੱਟ ਹੈ। ਹੁਣ ਇੱਥੇ ਕੱਤਣਾ ਹੈ, ਵੱਟਣਾ ਹੈ, ਵੱਟ ਦੇਣਾ ਹੈ। ਉਸ ਤੋਂ ਬਾਅਦ ਜਦੋਂ ਕਹਿੰਦੇ ਆ ਵੀ ਉਹ ਜਿਹੜਾ ਹੈ ਨਾ ਵੀਰ ਜੀ ਆਵਾਜ਼ ਬੰਦ ਹੋ ਗਈ, ਮਾਈਕ ਆਫ ਹੋ ਗਿਆ। ਮੈਂ ਤੇ ਕੁਝ ਵੀ ਨਹੀਂ ਕਿਹਾ, ਪਰ ਉਹ ਤੇ ਐਵੇਂ ਵੱਟ ਖਾ ਗਿਆ, ਇਹਦਾ ਮਤਲਬ ਹੈ ਨਾਰਾਜ਼ਗੀ। ਸੋ ਇੱਕ ਹੋਰ ਹੈ ਦੁੱਧ ਨੂੰ ਸੰਭਾਲ ਕੇ ਰੱਖਿਆ ਕਰੋ, ਇਹਦਾ ਬਦਲ ਜਾਣਾ, ਵੱਟ ਖਾ ਜਾਣਾ। ਜੀ ਸਰ ਜੀ, ਉਹਨੇ ਵੇਖਿਓ ਜੀ ਮੇਰੇ ਵੱਟ ਧੀ, ਪਰ ਫਰਕ ਪੈ ਗਿਆ ਉਹਦੇ। ਇਸੇ ਤਰ੍ਹਾਂ ਹੀ ਜਿਹੜਾ ਹੈ ਉਹ
ਵੱਟ ਹੋਣਾ। ਅਸੀਂ ਕਹਿੰਦੇ ਆ ਜੀ ਮੀਂਹ ਪਿਆ ਸੀ, ਉਸ ਤੋਂ ਬਾਅਦ ਬਹੁਤ ਵੱਟ ਹੋ ਗਿਆ। तो ये एक सानू किन्नी अमीरी बख्शदा शब्द मैं आप जी नाल साझा करा कि ਉਹ ਡੰਡੀ ਡੰਡੀ ਤੁਰਿਆ ਜਾ ਰਿਹਾ ਸੀ। ਹੁਣ ਇਹ ਡੰਡੀ ਬਰੀਕ ਰਸਤਾ, ਜਿਵੇਂ ਅਸੀਂ ਦੇਖਦੇ ਆ ਨਾ ਇੱਕ ਚੌੜਾ ਰਸਤਾ ਹੈ ਜਿਹਨੂੰ ਹਾਈਵੇ ਕਹਿੰਦੇ ਆ, ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਪਹੀਆਂ ਜਿਹੜੀਆਂ ਖੇਤਾਂ ਦੇ ਵਿੱਚ ਕੱਚੇ ਰਸਤੇ ਜਾਂਦੇ ਨੇ, ਤੇ ਇੱਕ ਉਹ ਛੋਟਾ ਜਿਹਾ ਤੰਗ ਰਸਤਾ ਜਿਸ ਦੇ ਉੱਪਰੋਂ ਕੋਈ ਸਾਧਨ ਨਹੀਂ ਜਾ ਸਕਦਾ, ਪੈਦਲ ਤੁਰਿਆ ਜਾ ਸਕਦਾ ਹੈ, ਪਰ ਆਮ ਜਿਹੜਾ ਹੈ ਉਹ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਉਹਨੂੰ ਕਵਾਂਗੇ ਜੀ ਅਸੀਂ ਡੰਡੀ, ਵੀ ਉਹ ਡੰਡੀ ਡੰਡੀ ਤੁਰਿਆ ਜਾ ਰਿਹਾ ਸੀ। ਇਸ ਤੋਂ ਬਾਅਦ ਹੈ ਇੱਕ ਹੁੰਦਾ ਗਹਿਣਾ ਜਿਹੜਾ ਕੰਨ 'ਚ ਪਾਇਆ ਜਾਂਦਾ ਹੈ। ਸਮੇਂ ਅਨੁਸਾਰ ਵੀਰ ਜੀ ਕਰ ਲਓ ਥੋੜਾ ਸੰਕੋਚ। ਜਿਵੇਂ ਆਮ ਹੀ ਤੁਸੀਂ ਦੇਖਦੇ ਹੋ ਵੀ ਡੰਡੀਆਂ ਕਢਾਉਣ ਵਾਲੀ ਗੱਲ ਕਹੀ ਜਾਂਦੀ ਹੈ, ਬੜੇ ਗੀਤ ਨੇ ਡੰਡੀਆਂ ਬਾਰੇ। ਫਿਰ ਉਸ ਤੋਂ ਬਾਅਦ ਇਹ ਆ ਜਾਂਦੀ ਹੈ ਡੰਡੀ ਰਣਜੀਤ ਵੀਰ ਜੀ ਆਵਾਜ਼ ਵਿੱਚੋਂ ਰੁਕ ਰਹੀ ਹੈ ਜੀ। ਜੀ ਕੱਲ ਨੂੰ ਕਰਵਾ ਲਾਂਗੇ ਬੇਨਤੀ ਕਰ। ਆਪਾਂ ਕਿਸੇ ਬੂਟੇ ਨੂੰ ਪੱਟੋ ਜਾਂ ਤੋੜ ਲਓ, ਇਟ ਮੀਨਸ ਬਰੀਕ ਟਾਈਮ। ਇੱਕ ਉਹ ਡੰਡੀ ਹੈ ਜਿਹੜੀ ਅਸੀਂ ਜਾ ਨਹੀਂ ਰਹੀ ਵੀਰ ਜੀ। ਲਾਸਟ ਹੈ ਜੀ ਜਿਹੜਾ ਉਹ ਹੈ ਫੁੱਲ ਸਟਾਪ। ਜਿਵੇਂ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਵੀ ਕਿਤੇ ਪੂਰਾ ਉਚਾਰਨ ਕਰਕੇ ਅਸੀਂ ਕਹਿ ਦਿੰਦੇ ਆ ਜੀ ਇੱਥੇ ਡੰਡੀ ਆ ਗਈ। ਸੋ ਇਸ ਤਰ੍ਹਾਂ ਕਰਕੇ ਮੈਂ ਇਹ ਜਿਹੜੇ ਸੀ ਉਹ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਜਿਨ੍ਹਾਂ ਦੇ ਬਹੁਤ ਅਰਥ ਬਣਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਵੀਰ ਰਣਜੀਤ ਸਿੰਘ ਜੀ ਦਾ। ਕੁਝ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਕਰਕੇ ਆਵਾਜ਼ ਵਿੱਚੋਂ ਰੁਕ ਰਹੀ ਸੀ, ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਕਿ ਬਹੁਤ ਲਾਹਾ ਲਿਆ ਹੋਊਗਾ ਵੀਰ ਜੀ ਹੋਰਾਂ ਵੱਲੋਂ। ਜੋ ਸ਼ਬਦਾਂ ਦੀ ਸਾਡੇ ਨਾਲ ਸਾਂਝ ਪਾਈ ਗਈ, ਵੱਟ, ਡੰਡੀ, ਏਦਾਂ ਦੇ ਸ਼ਬਦਾਂ ਦੀ ਸਾਂਝ ਪਾਈ ਗਈ, ਤੇ ਅਸੀਂ ਉਹਨਾਂ ਤੋਂ ਆਪਣੀ ਡਾਇਰੀ ਦੇ ਉੱਪਰ ਜ਼ਰੂਰ ਨੋਟ ਲਿਆ ਹੋਊਗਾ। ਹੁਣ ਸਮਾਂ ਹੈ ਜੀ ਕਰੀਅਰ ਟਾਕ ਦਾ। ਬਹੁਤ ਮਹੱਤਵਪੂਰਨ ਵਿਸ਼ਾ ਹੁੰਦਾ ਪਿਆਰੇ ਬੱਚਿਓ, ਜ਼ਰੂਰ ਇਹਦੇ ਤੋਂ ਆਪਾਂ ਸੇਧ ਲਈਏ ਜੀ। हेलो एवरीवन, आई एम अगेन हियर विद माय न्यू वीडियो। आज की मेरी वीडियो उन बच्चों के लिए है जो मेडिकल स्ट्रीम में एंटर करते हैं। माय डियर स्टूडेंट्स, बहुत सारे बच्चे, तकरीबन 12-15 लाख बच्चे हर साल मेडिकल में एंटर करते हैं विद द एस्पिरेशन इन माइंड दैट दे विल बिकम अ डॉक्टर वन डे। बट ऑब्वियसली जो पास आउट स्टूडेंट्स हैं वो बहुत लिमिटेड रेंज में होते हैं। बट अगर हम बात करें तो बाकी के स्टूडेंट्स क्या करते हैं, दे ऑफन गेट डिसअपॉइंटेड और उनको लगता है कि शायद उनकी मतलब ज़िंदगी की दौड़ यहीं तक थी। बट ऐसा बिल्कुल नहीं है। आप अगर मेडिकल स्ट्रीम से हैं और आपको लग रहा है या आपका नीट नहीं क्लियर हुआ तो प्लीज़ आप ये वीडियो देखिएगा और जो मैं ऑप्शंस आपको बता रही हूँ उसमें एक बार ही ज़रूर सर्च करिएगा कि ये ऑप्शंस आपके लिए ही बने हैं। तो जो ऑप्शंस मेडिकल की एलिड हेल्थ केयर में आते हैं, जैसे फिजियोथेरेपी अपने आप में बहुत इन्हांस्ड ऑप्शन है जो कि आपको लाइफ टाइम अर्निंग्स दे सकता है। आपको लाइफ टाइम आप अपना सेंटर खोल सकते हैं और डे बाय डे इस करियर की जो डिमांड है वो बढ़ती ही जा रही है। अगर मैं दूसरे करियर की बात करूँ तो न्यूट्रिशन एंड डायटेटिक्स, ये अपने आप में एक बहुत बड़ा करियर है। इवन आप जितने भी गवर्नमेंट या प्राइवेट हॉस्पिटल्स देखते हैं, हर हॉस्पिटल में तकरीबन डाइटिशियंस होते हैं जो कि जो पेशेंट्स की कंडीशन को देखकर, उनकी हालात को देखकर उनको डाइट्स जो है वो रेफ़र करते हैं और इसके साथ साथ आप अपना प्राइवेट क्लिनिक भी खोल सकते हैं। और आजकल तो हर कोई जो है अपनी हेल्थ को लेकर बहुत कॉन्शियस है, तो डाइटिशियंस आर राइटली नाउ हाई इन डिमांड। इसके अलावा जो करियर्स हैं जो आपको सूट करते हैं, जैसे यू कुड चूज
choose out to be an occupational therapist, or you can choose out to be a speech therapist, you can choose out to be an autism therapist. तो ये therapist जो है ये specified हैं एक specially abled children के लिए, जो कि हमारी सोसाइटी में जिनकी परसेंटेज जो है वो दिन पे दिन बढ़ती जा रही है। अभी रिसेंट डाटा भी अगर देखें तो पहले 100 में से 64 ऑटिज्म केसेस होते थे, बट अभी जो नई गाइडलाइंस आई है RCI की, उसके हिसाब से 72 केसेस आर देयर पर 1000 स्टूडेंट्स। तो ये क्या है कि जैसे जैसे हमारे स्पेशली एबल्ड चिल्ड्रन की डिमांड बढ़ रही है, ऐसे ही थेरेपिस्ट की डिमांड जो है वो भी बढ़ रही है। तो यू कैन चूज वन ऑफ द लाइन दैट इज रिलेटेड टू दिस। अब इसके साथ आपको अपॉर्चुनिटीज मिलती हैं स्कूल में काम करने के लिए। यू कैन वर्क एज अ स्कूल काउंसलर, यू कैन वर्क एज एन स्पेशल एजुकेटर, यू कैन वर्क एज अ थेरेपिस्ट, और आप अपना सेंटर भी चला सकते हैं। यू कैन वर्क विद सम ऑफ द साइकेट्रिक क्लिनिक और सम ऑफ द सेंटर्स दैट आर देयर फॉर दीज चिल्ड्रन। इसके अलावा जो मेडिकल के साथ फील्ड है, अगर आपको खेती बाड़ी में थोड़ा सा इंटरेस्ट है तो हॉर्टिकल्चर, और या फिर आप एडवांस्ड जो है एग्रीकल्चर में उसी में अपना करियर जो है वो मेडिकल स्ट्रीम से बना सकते हैं। और अगर आपको कहीं इन्वेस्टिगेट करने का शौक है, आपको बहुत ज़्यादा किसी चीज़ में एनालिटिकल आपकी स्किल्स हैं, तो आप फोरेंसिक साइंटिस्ट भी बन सकते हैं। दैट इज़ वन ऑफ द फील्ड दैट इज़ थ्रू द बायो स्ट्रीम। अगर इसके साथ हम बात करें तो जो मॉलिक्यूलर बायोलॉजी है ये भी अपने आप में स्ट्रीम है जो आप चूज कर सकते हैं। खैर जो फिजिक्स केमिस्ट्री बायो है ये अपने आप में भी बहुत बड़े स्ट्रीम्स हैं जो कि अपने आप में बहुत सारे करियर्स लेकर बैठे हैं। इसके लिए मैं आपके लिए जल्दी ही एक वीडियो लेकर आ रही हूँ जिसमें आई विल बी मेंशनिंग कि फिजिक्स केमिस्ट्री और बायोलॉजी में कौन सी स्ट्रीम्स हैं, आप क्या क्या चूज कर सकते हैं। या फिर आप जो है ऑर्थोटिक्स के बीच में भी अपना करियर जो है वो बना सकते हैं। तो ये सारे जो करियर्स हैं, या आप नर्सिंग ले सकते हैं, या फार्माकोलॉजी जो है दैट इज फार्मेसी, इसमें भी आप अपना करियर जो है वो बना सकते हैं। ये बहुत बड़ी लाइन है। अभी जैसे कोविड-19 चल रहा है और आपको पता है कि इस लॉकडाउन में भी कुछ और नहीं खुल रहा था, सिर्फ किराना और केमिस्ट दोनों ही सिर्फ शॉप्स थी जो थ्रू आउट लॉकडाउन जिनकी डिमांड कम नहीं हुई। तो फार्मेसी जो है अपने आप में कभी भी ऐसा करियर नहीं है जहाँ पे डाउनफॉल आता है, दिन पे दिन इसकी डिमांड जो है वो बढ़ती ही जाती है। तो आई फील कि आप बहुत सारी ऐसी फील्ड्स हैं जहाँ पे आप अपने आप को अलाइन कर सकते हैं। सिर्फ अगर आप MBBS में भी नो डाउट यू कैन बिकम लाइक नंबर ऑफ डॉक्टरेट रेंजेस आर देयर कि जिसमें से आप चूज कर सकते हैं। बट अगर हम बात करते हैं कि जो इसके साथ के करियर्स हैं वो भी शायद आपके लिए बने हैं, तो आपको एक बार जब डिसीजन लेना है तो आप इन सारे स्पेक्ट्रम में इसके बारे में सोचिए और तब आप अपना डिसीजन लीजिए। तो आई फील कि ये वीडियो आपके लिए बहुत इंफॉर्मेटिव है। आपको अच्छा लगा होगा तो आप ज़रूर लाइक, शेयर और सब्सक्राइब कीजिए, और साथ ही में जो बेल आइकन है उसे भी ज़रूर प्रेस कीजिए ताकि जैसे ही मैं नई वीडियो अपलोड करूं तो आपको साथ में ही नोटिफिकेशन जो है वो चला जाए। एंड आई फील कि यू विल ऑल्सो थिंक हाउ यू विल चूज़ योर करियर। और अगर आपको इसमें कोई भी कंफ्यूजन है कि आपके लिए बेस्ट प्लान कौन सा है, तो माय डियर friends, you can always consult me. My number is given in the down, and like it is given in ਬਹੁਤ ਧੰਨਵਾਦ ਜੀ ਹੋਰਾਂ ਦਾ ਜੋ ਸਮੇਂ-ਸਮੇਂ ਤੇ ਸਾਨੂੰ ਬੱਚੇ ਕਿਸ ਸਟਰੀਮ ਦੇ ਵੱਲ ਜਾ ਸਕਦੇ ਨੇ। 10ਵੀਂ ਜਮਾਤ ਤੋਂ ਬਾਅਦ ਖਾਸ ਤੌਰ ਤੇ ਬੱਚਿਆਂ ਲਈ ਇਹ ਇੱਕ ਔਖਾ ਹੁੰਦਾ ਹੈ ਡਿਸੀਜਨ ਲੈਣਾ, ਤਾਂ ਇਸ ਤੋਂ ਉਹ ਗਾਈਡੈਂਸ ਜ਼ਰੂਰ ਲੈ ਸਕਦੇ ਨੇ, ਕਰੀਅਰ ਗਾਈਡੈਂਸ ਲੈ ਕੇ ਆਪਣਾ ਸਟਰੀਮ ਚੂਜ਼ ਕਰ ਸਕਦੇ ਨੇ। ਇੱਥੇ ਲਿਆ ਗਿਆ ਇੱਕ ਸਹੀ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਬਹੁਤ ਵਧੀਆ ਮੰਜ਼ਿਲ ਤੇ ਲੈ ਕੇ ਜਾਵੇਗਾ, ਤਾਂ ਇਸ ਤੋਂ ਤੁਸੀਂ ਮਦਦ ਲੈ ਸਕਦੇ ਹੋ। ਹੁਣ ਸਮਾਂ ਹੋ ਰਿਹਾ ਹੈ ਜੀ ਸਾਡਾ ਅਹਿਸਾਸ ਇਤਿਹਾਸ। ਆਓ ਆਪਣੇ ਇਤਿਹਾਸ ਨੂੰ ਮਹਿਸੂਸ ਕਰੀਏ। ਵੀਰ ਜੀ ਹੋਰਾਂ ਨੂੰ ਬੇਨਤੀ ਹੈ, ਵੀਰ ਜੀ ਬਰਜਿੰਦਰਪਾਲ ਸਿੰਘ ਜੀ ਲਖਨਊ, ਉਹ ਆਪਣੇ ਨਾਲ ਅਹਿਸਾਸ ਇਤਿਹਾਸ ਦੀ ਸਾਂਝ ਪਾਉਣਗੇ। ਅਸੀਂ ਫੀਲ ਕਰੀਏ ਆਪਣੇ ਮਹਾਨ ਵਿਰਸੇ ਨੂੰ, ਮਹਾਨ ਇਤਿਹਾਸ ਨੂੰ। ਵੀਰ ਜੀ ਬਰਜਿੰਦਰਪਾਲ ਸਿੰਘ ਜੀ ਲਖਨਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਮਕੌਰ ਦੀ ਗੜੀ ਦਾ ਹੀ ਇੱਕ ਦ੍ਰਿਸ਼ ਮੈਨੂੰ ਬਹੁਤ ਭਾਉਂਦਾ ਹੈ। ਅਸਾਂ ਸਭ ਨੇ ਸੁਣਿਆ ਵੀ ਜਦੋਂ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੋਈ ਹੈ, ਮੇਰੇ ਬਾਪੂ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਸਿਖਰ ਚੜ੍ਹਦੀ ਕਲਾ ਦੇ ਗੜੀ 'ਚ ਜੁਕਾਰਾ ਛੱਡਿਆ। ਉਸ ਵਕਤ ਕਹਿੰਦੇ ਬਾਬਾ ਜੁਝਾਰ ਸਿੰਘ ਜੀ ਨੇ ਕਿਹਾ ਵੀ ਮੈਂ ਨਹੀਂ ਜਾਣਾ। ਇੱਕ
ਦੁਨੀਆ ਦੇ ਹੋਰ ਇਤਿਹਾਸ ਪੜ੍ਹੇ ਹੋਣਗੇ ਵੀ ਇੱਕ ਬਾਪੂਆਂ ਦੀ ਪੋਜੀਸ਼ਨ ਤੁਹਾਨੂੰ ਪਤਾ ਜੋ ਬੱਚੇ ਦਾ ਵਿਯੋਗ ਨਹੀਂ ਬਰਦਾਸ਼ਤ ਕਰ ਸਕੇ। ਮੈਂ ਇੱਕ ਮੂਵਮੈਂਟ ਤੇ ਤੁਹਾਨੂੰ ਲਿਆਉਣਾ ਚਾਹਾਂਗਾ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਗਲੇ ਨਾਲ ਲਗਾ ਲਿਆ ਕਿ ਬੇਟਾ ਮੈਨੂੰ ਇਹ ਖੁਸ਼ੀ ਹੈ ਕਿ ਤੂੰ ਜੰਗ ਵਿੱਚ ਜਾਣ ਵਾਸਤੇ ਕਿਹਾ, ਜੇ ਮੈਂ ਭੇਜਦਾ ਤਾਂ ਇਤਿਹਾਸ ਹੋਰ ਹੋਣਾ ਸੀ। ਅੱਜ ਤੂੰ ਕਿਹਾ ਮੈਂ ਜੰਗ ਵਿੱਚ ਜਾਣਾ ਹੈ, ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਦੁਗਣੇ ਚਾਅ ਨਾਲ, ਜਿਤਨੇ ਚਾਅ ਨਾਲ ਬਾਬਾ ਜੁਝਾਰ ਸਿੰਘ ਨੇ ਕਿਹਾ ਨਾ, ਉਸ ਤੋਂ ਦੁਗਣੇ ਚਾਅ ਨਾਲ ਬਾਬਾ ਜੁਝਾਰ ਸਿੰਘ ਜੀ ਨੂੰ ਤਿਆਰ ਕੀਤਾ। ਇਤਿਹਾਸਕਾਰ ਲਿਖਦੇ ਨੇ ਵੀ ਘੋੜੇ ਤੇ ਬਿਠਾਇਆ, ਤਿਆਰ ਕਰਕੇ ਘੋੜੇ ਤੇ ਬਿਠਾਇਆ, ਔਰ ਗੜੀ ਦੇ ਦਰਵਾਜ਼ੇ ਤੇ ਜਿਹੜਾ ਸਿੰਘ ਪਹਿਰਾ ਦੇ ਰਿਹਾ ਸੀ ਨਾ, ਕਹਿੰਦੇ ਨੇ ਉਸ ਸਿੰਘ ਨੂੰ ਪਾਸੇ ਕੀਤਾ ਵੀ ਤੂੰ ਹਟ, ਗੜੀ ਦਾ ਦਰਵਾਜ਼ਾ ਮੈਂ ਖੋਲਾਂਗਾ, ਬੇਟੇ ਨੂੰ ਮੈਂ ਤੋਰਾਂਗਾ। ਇਮੈਜਿਨ ਕਰੋ ਗੁਰੂ ਪਿਆਰਿਓ, ਲੱਖਾਂ ਦੀ ਫੌਜ ਬਾਹਰ ਹੈ। ਮੈਂ ਇੱਕ ਇਸ ਪੁਆਇੰਟ ਤੇ ਸੋਚਣਾ ਵੀ ਮੇਰੇ ਵਰਗਾ ਦੁਨਿਆਵੀ ਬਾਪ ਹੁੰਦਾ ਤੇ ਸੋਚਦਾ ਵੀ 2 ਬੱਚੇ ਗ੍ਰਿਫਤਾਰ ਹੋਏ ਨੇ, ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਛੱਡਣਾ ਨਹੀਂ ਮਿਲਣਾ। ਵੱਡਾ ਸ਼ਹੀਦ ਹੋ ਗਿਆ, ਇਹ ਚੌਥਾ ਰਹਿ ਗਿਆ, ਇਹਨੂੰ ਤੇ ਗੱਲ ਨਾਲ ਲਗਾ ਕੇ ਕਿਤੇ ਨੁਕੜੇ 'ਚ ਬੈਠ ਕੇ ਛੁਪ ਜਾਵਾਂ, ਇੱਕ ਤੇ ਬਚਾ ਲਵਾਂ। ਪਰ ਇਤਿਹਾਸ ਗਵਾਹ ਹੈ ਗੁਰੂ ਪਿਆਰਿਓ, ਜਿਤਨੇ ਚਾਅ ਨਾਲ ਬਾਬਾ ਜੁਝਾਰ ਸਿੰਘ ਨੇ ਕਿਹਾ ਨਾ ਮੈਂ ਜੰਗ ਵਿੱਚ ਜਾਣਾ, ਮੇਰੇ ਬਾਪੂ ਨੇ ਉਸ ਤੋਂ ਵੱਧ ਚਾਅ ਨਾਲ ਤਿਆਰ ਕੀਤਾ ਹੈ। ਗੜੀ ਦਾ ਬੂਹਾ ਖੋਲ ਕੇ ਸਾਹਮਣੇ ਲੱਖਾਂ ਦੀ ਫੌਜ, ਪਤਾ ਹੈ ਵੀ ਬੇਟੇ ਨੇ ਵਾਪਸ ਨਹੀਂ ਆਣਾ। ਗੜੀ ਦਾ ਬੂਹਾ ਆਪ ਖੋਲ ਕੇ ਘੋੜੇ ਤੇ ਸਵਾਰ ਬਾਬਾ ਜੁਝਾਰ ਸਿੰਘ ਜੀ ਦੇ ਪਿੱਠ ਤੇ ਹੱਥ ਰੱਖ ਕੇ ਕਹਿਣਾ ਕਿ ਬੇਟਾ ਜਾ, ਤੇਰਾ ਗੁਰੂ ਰੱਖ। ਇਸ ਮੂਮੈਂਟ ਨੂੰ ਮਹਿਸੂਸ ਕਰੀ, ਆਪੂ ਤੋਰਨਾ ਇਹ ਮੂਮੈਂਟ, ਫਿਰ ਅੱਖਾਂ ਦੇ ਸਾਹਮਣੇ ਲੜਦੇ ਵੇਖਣਾ, ਸ਼ਾਬਾਸ਼ ਸ਼ਾਬਾਸ਼ ਕਹਿਣਾ। ਜਦੋਂ ਛਾਤੀ ਵਿੱਚ ਸ਼ਸਤਰਾਂ ਦੀ ਮਾਰ ਝੇਲੀ ਹੈ, ਉਸ ਤੋਂ ਬਾਅਦ ਫਿਰ ਜਦੋਂ ਸ਼ਹੀਦ ਹੋਏ ਨੇ ਤੇ ਗੜੀ 'ਚ ਬਹਿ ਕੇ ਜਕਾਰਾ ਛੱਡਣਾ, ਛੱਡ ਕੇ ਵੇਖੋ ਖਾ ਜਕਾਰਾ ਛੱਡੋ ਖਾ। ਇਹ ਇਤਿਹਾਸ ਹੈ ਸਾਡਾ, ਇਹਨੂੰ ਮਹਿਸੂਸ ਤਾਂ ਕਰੀਏ ਗੁਰੂ ਪਿਆਰਿਓ। ਪੜ੍ਹ ਲੈਂਦੇ ਹਾਂ ਅਸੀਂ, ਤੇ ਜੇ ਮਹਿਸੂਸ ਕਰਾਂਗੇ ਨਾ ਤੇ ਫਿਰ ਸਾਡਾ ਨਾ ਮੱਖਣ ਸ਼ਾਲੂ ਬਾਣੇ ਦਾ ਜਦੋਂ ਮਨ ਕਰਦਾ ਸੀ ਨਾ ਛੱਤ ਤੇ ਚੜ੍ਹ ਕੇ ਮੈਂ ਚੀਕਾਂ ਮਾਰਾਂ, ਫਿਰ ਸਾਡਾ ਵੀ ਮਨ ਕਰੇਗਾ ਵੀ ਇਤਨਾ ਗੌਰਵਮਈ ਇਤਿਹਾਸ ਹੈ, ਅਸੀਂ ਦੁਨੀਆ ਨੂੰ ਸੁਣਾਈਏ, ਦੁਨੀਆ ਨੂੰ ਦੱਸੀਏ ਕਿ ਇਹ ਲਾਸਾਨੀ ਸ਼ਹਾਦਤ, ਇਹ ਲਾਸਾਨੀ ਇਤਿਹਾਸ ਔਰ ਸੱਚ ਦੁਨੀਆ ਕੁਝ ਕਿਸੇ ਕੋਲ ਨਹੀਂ ਹੈ। ਬਸ ਸਾਨੂੰ ਪੜ੍ਹਨ ਦੀ ਜਾਚ ਆ ਜਾਵੇ, ਮਹਿਸੂਸ ਕਰਨ ਦੀ ਜਾਚ ਆ ਜਾਵੇ, ਵੇਖਿਆ ਜਾਵੇ ਤੇ ਕਿਹਦੇ ਲਈ ਕੁਰਬਾਨੀਆਂ ਕੀਤੀਆਂ ਸੀ। ਕੰਪਰੋਮਾਈਜ਼ ਕਰ ਸਕਦੇ ਸੀ ਨਾ ਸਾਡੇ ਲਈ, ਸਾਡੇ ਸੁਖਾਵੇਂ ਜੀਵਨ ਲਈ। ਤੇ ਸਾਨੂੰ ਸੋਚਣ ਦੀ ਲੋੜ ਹੈ ਕਿ ਜੇ ਸਾਡੇ ਲਈ ਪੁੱਤਰ ਵਾਰੇ ਸੀ ਤੇ ਪਾਤਸ਼ਾਹ ਦੀ ਕੁਝ ਐਕਸਪੈਕਟੇਸ਼ਨਸ ਵੀ ਹੋਣਗੀਆਂ ਸਾਡੇ ਤੋਂ। ਸਾਨੂੰ ਇਹ ਦੇਖਣ ਦੀ ਲੋੜ ਹੈ ਵੀ ਕੀ ਵਾਕਈ 'ਚ ਸਾਡੇ ਵਿੱਚ ਉਹਨਾਂ ਨੂੰ ਆਪਣੇ ਪੁੱਤਰਾਂ ਦੀ ਰੂਹ ਦਿਸਦੀ ਹੈ। ਪੀਨ ਪੁੱਤਰਨ ਕੇ ਅਸੀਂ ਪੁੱਤਰ ਹਾਂ। ਬਸ ਜੇ ਐਨਾਲਾਈਜ਼ ਕਰੀ ਜਾਈਏ ਤੇ ਸੱਚ ਇਤਿਹਾਸ ਤੋਂ ਪ੍ਰੇਰਨਾ ਮਿਲਣਗੀਆਂ, ਉਸ ਇਤਿਹਾਸ ਨਾਲ ਸਾਡੀ ਵੀ ਚੜ੍ਹਦੀ ਕਲਾ ਹੋਏਗੀ, ਅਸੀਂ ਵੀ ਬੁਲੰਦੀਆਂ ਤੇ ਪੁੱਜਾਂਗੇ। ਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਇੰਨੇ ਅੱਖਰਾਂ ਨਾਲ ਕਿ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਹੁਤ ਧੰਨਵਾਦ ਵੀਰ ਬਰਜਿੰਦਰਪਾਲ ਸਿੰਘ ਜੀ। ਉਹਨਾਂ ਨੇ ਚਮਕੌਰ ਦੀ ਗੜੀ ਦਾ ਦ੍ਰਿਸ਼ ਸਾਡੀਆਂ ਅੱਖਾਂ ਦੇ ਸਾਹਮਣੇ ਲੈ ਆਂਦਾ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਬਾਬਾ ਜੁਝਾਰ ਸਿੰਘ ਨੂੰ ਤੋਰਿਆ ਹੋਊਗਾ। ਬਾਬਾ ਅਜੀਤ ਸਿੰਘ ਤਾਂ ਪਹਿਲਾਂ ਸ਼ਹੀਦ ਹੋ ਚੁੱਕੇ ਨੇ ਤੇ ਬਾਬਾ ਜੁਝਾਰ ਸਿੰਘ ਨੂੰ ਕਿਸ ਤਰ੍ਹਾਂ ਗੜੀ ਦੇ ਵਿੱਚੋਂ ਤੋਰਿਆ। ਆਓ ਅਸੀਂ ਅਹਿਸਾਸ ਕਰੀਏ ਉਸ ਇਤਿਹਾਸ ਦਾ ਤੇ ਉਸ ਤੇ ਮਾਣ ਕਰੀਏ, ਤਾਂ ਹੀ ਅਸਲ ਵਿੱਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਮੈਨੂੰ ਸਿੱਖ ਹੋਣ ਤੇ ਮਾਣ ਹੈ। ਧੰਨਵਾਦ ਜੀ ਵੀਰ ਜੀ ਦਾ ਇੱਕ ਵਾਰ ਫਿਰ। ਹੁਣ ਤੁਹਾਡੇ ਲਈ ਬੱਚਿਓ ਇੱਕ ਅਸਾਈਨਮੈਂਟ ਹੈ, ਤੁਹਾਨੂੰ ਇੱਕ ਕੁਐਸਚਨ ਫਾਰਮ ਹੈ ਜਿਹੜਾ ਉਹ ਗਰੁੱਪ ਦੇ ਵਿੱਚ ਸ਼ੇਅਰ ਕੀਤਾ ਜਾਵੇਗਾ।
ਮੈਂ ਦੁਬਾਰਾ ਦੱਸ ਰਿਹਾ ਜੀ, ਇੱਕ ਕੁਐਸਚਨ ਫਾਰਮ ਗਰੁੱਪ ਦੇ ਵਿੱਚ ਸ਼ੇਅਰ ਕੀਤਾ ਜਾਵੇਗਾ। ਉਹ ਕੁਐਸਚਨਾਂ ਦੇ ਤੁਸੀਂ ਉੱਤਰ ਦਿਓਗੇ, ਪ੍ਰਸ਼ਨਾਂ ਦੇ ਜਦੋਂ ਉੱਤਰ ਦਿਓਗੇ ਤਾਂ ਉਹੀ ਤੁਹਾਡੀ ਅਟੈਂਡੈਂਸ ਹੋਵੇਗੀ। ਤਾਂ ਅੱਜ ਦੇ ਲਈ ਤੁਹਾਡਾ ਅਸਾਈਨਮੈਂਟ ਹੈ ਵੀ ਜਿਹੜਾ ਕੁਐਸਚਨ ਫਾਰਮ ਗਰੁੱਪ ਵਿੱਚ ਸ਼ੇਅਰ ਕੀਤਾ ਜਾਵੇਗਾ ਉਹਨੂੰ ਤੁਸੀਂ ਜ਼ਰੂਰ ਭਰ ਕੇ ਭੇਜਣਾ ਹੈ। 7 ਵਜੇ ਇਹ ਕੁਐਸਚਨ ਫਾਰਮ ਹੈ ਜਿਹੜਾ ਇਹ ਗਰੁੱਪ ਵਿੱਚ ਸ਼ੇਅਰ ਕੀਤਾ ਜਾਵੇਗਾ, ਅੱਜ ਸ਼ਾਮ 7 ਵਜੇ। ਤਾਂ ਅਖੀਰ ਤੇ ਆਓ ਆਪਾਂ ਜੋ ਜੋੜੀ ਗੁਰੂ ਘਰਾਂ ਦੇ ਵਿੱਚ ਹਾਰਮੋਨੀਅਮ ਦੇ ਨਾਲ ਵਜਾਈ ਜਾਂਦੀ ਹੈ, ਤਬਲਾ ਆਰਟ, ਉਹ ਦੇਖੀਏ ਜੀ। ਬਸ ਕੁਝ ਸਮਾਂ ਅਸੀਂ ਲਵਾਂਗੇ ਤਾਂ ਜ਼ਰੂਰ ਬਣੇ ਰਹੋ। ਤਬਲਾ ਆਰਟ ਆਪਾਂ ਦੇਖਦੇ ਹਾਂ ਜੀ ਕਿਸ ਤਰ੍ਹਾਂ ਜੋੜੀ ਵਜਾਈ ਜਾਂਦੀ ਹੈ। Tal Kerala with variations. ਫੋਕ ਇੰਸਟਰੂਮੈਂਟ ਹੈ ਢੱਡ, ਉਹਦਾ ਇਫੈਕਟ ਥੋੜਾ ਜਿਹਾ ਜਿੱਦਾਂ ਤਬਲੇ ਤੇ ਕਿੱਦਾਂ ਵਜਾ ਸਕਦੇ ਧੰਨਵਾਦ ਜੀ ਵੀਰ ਜੀ ਹੋਰਾਂ ਦਾ। ਤਾਂ ਬਹੁਤ ਹੀ ਪਿਆਰੇ ਬੱਚਿਓ, ਆਪ ਜੀ ਦੇਖ ਰਹੇ ਹੋ ਪਿਛਲੇ ਸਮੇਂ ਦੌਰਾਨ ਰੋਜ਼ਾਨਾ ਆਪ ਜੀ ਨਾਲ ਇੱਦਾਂ ਦੀਆਂ ਕੁਝ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ। ਇਹ ਵੀਡੀਓਜ਼ ਸਾਂਝੀ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਆਪ ਜੀ ਦੇ ਅੰਦਰ ਇੱਕ ਜਾਗ ਲਗਾਈ ਜਾਵੇ ਕਿ ਅਸੀਂ ਵੀ ਇਸ ਸਮੇਂ ਦੌਰਾਨ, ਬੰਦ ਦੇ ਦੌਰਾਨ ਜਦੋਂ ਘਰਾਂ ਵਿੱਚ ਬੈਠੇ ਹਾਂ, ਤਾਂ ਕਿਉਂ ਨਾ ਅਸੀਂ ਵੀ ਆਪਣੇ ਵਿੱਚ ਕੋਈ ਨਾ ਕੋਈ ਹੁਨਰ ਨੂੰ ਵਧਾਈਏ, ਕੋਈ ਨਾ ਕੋਈ ਕਲਾ ਅਸੀਂ ਸਿੱਖੀਏ। ਤੇ ਕੱਲ੍ਹ ਦਾ ਸਾਡਾ ਵਿਸ਼ਾ ਵੀ ਕੁਝ ਇਹਦੇ ਨਾਲ ਹੀ ਜੁੜਿਆ ਹੋਇਆ ਹੈ, ਇਨਹਾਂਸਿੰਗ ਲਾਈਫ ਸਕਿੱਲਸ, ਆਪਣੀ ਜ਼ਿੰਦਗੀ ਦੀਆਂ ਕੁਸ਼ਲਤਾਵਾਂ ਦੇ ਵਿੱਚ ਵਾਧਾ ਕਰੀਏ। ਉਹ ਇਹ ਮਹੱਤਵਪੂਰਨ ਵਿਸ਼ੇ ਦੀ ਸਾਂਝ ਕੱਲ੍ਹ ਨੂੰ ਸਾਡੇ ਨਾਲ ਪਾਉਣਗੇ ਸਾਡੇ ਕੱਲ੍ਹ ਦੇ ਬੁਲਾਰੇ। ਤਾਂ ਆਪ ਸਭਨਾਂ ਨੂੰ ਫਿਰ ਇੱਕ ਵਾਰ ਬੇਨਤੀ ਹੈ, ਜਿੱਥੇ ਤੁਸੀਂ ਆਪ ਇਸ ਕੈਂਪ ਦਾ ਹਿੱਸਾ ਬਣਦੇ ਹੋ, ਉੱਥੇ ਆਪਣੇ ਨਾਲ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਪ੍ਰੇਰਨਾ ਕਰਕੇ ਇਸ ਕੈਂਪ ਦਾ ਹਿੱਸਾ ਬਣਾਈਏ। ਤੇ ਆਪਣੇ ਗੁਣਾਂ ਦੇ ਵਿੱਚ ਜਿੱਥੇ ਆਪ ਵਾਧਾ ਕਰਨਾ, ਨਾਲ ਹੋਰਾਂ ਦੇ ਗੁਣਾਂ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਹੋਈਏ, ਦੂਸਰਿਆਂ ਦੀਆਂ ਸ਼ਖਸੀਅਤ ਨੂੰ ਬਣਾਉਣ ਵਿੱਚ ਵੀ ਸਹਾਈ ਹੋਈਏ। ਤੁਹਾਡਾ ਸਾਰਿਆਂ ਦਾ ਤੇ ਅੱਜ ਦੇ ਇਸ ਸਮਰ ਕੈਂਪ ਦੇ ਦਿਨ ਦੇ ਵਿੱਚ ਜਿਹੜੇ ਵੀ ਵੀਰ ਭੈਣ ਅੱਜ ਸ਼ਾਮਲ ਹੋਏ, ਸਭਨਾਂ ਦਾ ਬਹੁਤ ਧੰਨਵਾਦ। ਅਸ਼ਪ੍ਰੀਤ ਕੌਰ ਭੈਣ ਜੀ ਜਿਨ੍ਹਾਂ ਨੇ ਸ਼ਬਦ ਨਾਲ ਸਾਡੇ ਨਾਲ ਸਾਂਝ ਪਾਈ, ਪ੍ਰਦੀਪ ਕੌਰ ਜੀ ਜੌਨਵਾਲਾ ਤੋਂ ਜਿਨ੍ਹਾਂ ਨੇ ਸਾਡੇ ਨਾਲ ਥਾਟ ਆਫ ਦਾ ਡੇ ਬੋਲਿਆ, ਵੀਰ ਗੁਰਪ੍ਰੀਤ ਸਿੰਘ ਜੀ, ਪਲਸ ਫਰਮ ਗੁਰਬਾਣੀ, ਵੀਰ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਅੱਜ ਹਾਈਵੇ ਟੂ ਹੈਪੀਨੈਸ ਐਂਡ ਬਲਿਸਫੁਲ ਲਾਈਫ, ਤੇ ਨਾਲ ਵੀਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਪੰਜਾਬੀ ਸ਼ਬਦਾਂ ਦੇ ਨਾਲ ਸਾਡੇ ਨਾਲ ਸਾਂਝ ਪਾਈ। ਸਭਨਾਂ ਦਾ ਤਹਿ ਦਿਲੋਂ ਧੰਨਵਾਦ ਜੀ। ਆਓ ਆਪਣੇ ਮਨਾਂ ਵਿੱਚ ਇਤਿਹਾਸ ਦਾ ਅਹਿਸਾਸ ਜਗਾਈਏ ਤੇ ਆਪਣੇ ਵਿਰਸੇ ਤੇ ਆਪਣੇ ਇਤਿਹਾਸ ਤੇ ਮਾਣ ਕਰੀਏ, ਗੁਰਬਾਣੀ ਨਾਲ ਜੁੜੀਏ। ਸਭਨਾਂ ਦਾ ਧੰਨਵਾਦ, ਇਸੇ ਆਸ ਨਾਲ ਕਿ ਆਪ ਜੀ ਕੱਲ੍ਹ ਨੂੰ ਜ਼ਰੂਰ ਸਮੇਂ ਨਾਲ ਫਿਰ ਸ਼ਾਮਲ ਹੋਵੋਗੇ। ਸਾਰਿਆਂ ਦਾ ਧੰਨਵਾਦ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।